ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਸੋਹਣੇ ਪਿਆਰੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 18 ਅਪ੍ਰੈਲ 2024 5 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਫਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਤੇ ਜੁੜੇ ਹੋ ਤਾਂ ਇਸ ਮਤਵਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਕਨਵਰ ਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਜਿਹੜੀ ਫਿਲਮ ਗਾਇਕ ਚਮਕੀਲਾ ਤੇ ਬਣੀ ਹੈ ਇਸ ਨੂੰ ਆਧਾਰ ਬਣਾ ਕੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਸ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਸਬੰਧ ਉਹਨਾਂ ਦਾ ਨੀਵੀਂ ਜਾਤ ਨਾਲ ਸੀ ਸੋ ਕਿਸ ਕਿਸਮ ਦੇ ਬਿਰਤਾਂਤ ਘੜ ਕੇ ਸਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ ਅਸੀਂ ਜਵਾਬ ਦਈਏ ਤਾਂ ਵੀ ਉਲਝਦੇ ਹਾਂ ਜੇ ਨਾ ਦਈਏ ਤਾਂ ਉਹੀ ਬਿਰਤਾਂਤ ਸੱਚਾ ਜਾਂ ਸੱਚ ਪੈਦਾ ਕਰਦਾ ਹੈ ਸੋ ਉਸੇ ਦਲਜੀਤ ਨੇ ਭਾਈ ਖਾਲੜਾ ਤੇ ਫਿਲਮ ਬਣਾਈ ਪਰ ਉਸ ਨੂੰ ਸੈਂਸਰ ਬੋਰਡ ਵੱਲੋਂ ਪਾਸ ਜਿਹੜਾ ਉਹ ਨਹੀਂ ਕੀਤਾ ਗਿਆ ਇਹ ਫਿਲਮ ਪਾਸ ਕਰਨ ਨਾਲ ਅੱਗੋਂ ਹੋਰ ਵਧੇਰੇ ਪ੍ਰਮੋਟ ਵੀ ਕੀਤੀ ਗਈ ਹੈ ਸਾਨੂੰ ਜਿਹੜਾ ਸਾਹਮਣਾ ਕਰਨਾ ਪਵੇਗਾ ਕੀ ਚੱਲ ਰਿਹਾ ਹੈ ਅਤੇ ਸਾਨੂੰ ਕਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਭਾਵੇਂ ਇਸ ਵੇਲੇ ਇੱਕ ਪਾਸੇ ਦੁਨੀਆ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਹੋ ਰਹੀ ਹੈ ਪਰ ਅਸਲ ਵਿੱਚ ਅਕੋਤੀ ਸੋਸ਼ਲ ਮੀਡੀਆ ਪੈਸੇ ਦੇ ਲਾਲਚ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹਨਨ ਕਰ ਰਿਹਾ ਟੈਸਲਾ ਦਾ ਮਾਲਕ ਐਲਨ ਮਸਕ ਜਿਸ ਨੇ ਜਦੋਂ ਟਵਿੱਟਰ ਦੀ ਮਾਲਕੀ ਲਈ ਤਾਂ ਉਸਨੇ ਕਿਹਾ ਸੀ ਕਿ ਉਹ ਕਿਸੇ ਮੁਲਕ ਦੇ ਦਬਾਅ ਹੇਠ ਆ ਕੇ ਨੀਤੀ ਜਿਹੜੀ ਆਪਣੀ ਉਹ ਨਹੀਂ ਬਦਲੇਗਾ ਉਸਨੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਕਰ ਦਿੱਤਾ ਪਰ ਬਾਰ-ਬਾਰ ਸਾਹਮਣੇ ਆ ਰਿਹਾ ਹੈ ਕਿ ਉਹ ਭਾਰਤ ਸਰਕਾਰ ਦੇ ਦਬਾਅ ਹੇਠ ਕਈ ਟਵਿੱਟਰ ਜਿਹੜੇ ਨੇ ਉਹ ਬਲੌਕ ਜਿਹੜੇ ਆ ਕਰ ਦਿੰਦਾ ਪਰ ਦੂਸਰੇ ਪਾਸੇ ਉਸਨੇ ਭਾਰਤ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਪਰਮਾਨੈਂਟ ਮੈਂਬਰ ਬਣਾਉਣ ਦਾ ਦੀ ਜਿਹੜੀ ਵਜ਼ਾਹਤ ਹੈ ਉਹ ਕੀਤੀ ਹੈ ਅਮਰੀਕਾ ਨੇ ਵੀ ਇਸ ਤੇ ਠੰਡਾ ਜਿਹਾ ਜਿਹੜਾ ਰਿਸਪੌਂਸ ਹੈ ਉਹ ਦਿੱਤਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੰਵਰਪ੍ਰੀਤ ਸਿੰਘ ਜਿਹੜੇ ਕੈਲੀਫੋਰਨੀਆ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਛਾ ਹਾਲਾਂ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਹੈ ਇਹ ਆਲਰੇਡੀ ਇਸ ਦੇ ਉੱਤੇ ਅਸੀਂ ਗੱਲ ਕੀਤੀ ਹੋਈ ਹੈ ਔਰ ਇਹ ਇਸ ਕਿਸਮ ਦਾ ਗੰਦ ਹੈ ਕਿ ਜਿਸ ਗੰਦ ਦੇ ਵਿੱਚ ਤੁਸੀਂ ਜਿੰਨੀ ਸੋਟੀ ਮਾਰੋਗੇ ਉਨੀ ਬਦਬੂ ਹੋਰ ਫੈਲਦੀ ਹੈ ਇਹ ਸਮਝਣ ਦੀ ਲੋੜ ਹੈ ਕਿਉਂਕਿ ਜਦੋਂ ਅਸੀਂ ਇਹ ਅਜੋਕਾ ਵਰਤਾਰਾ ਦੇਖ ਰਹੇ ਹਾਂ ਤੇ ਇਹ ਘੱਟੋ ਘੱਟ ਪਿਛਲੇ 4 ਦਹਾਕਿਆਂ ਦੇ ਵਿੱਚ ਜੂਨ 84 ਨੂੰ ਜਦੋਂ ਕਿ ਪਹਿਲੇ ਹਫਤੇ ਸਿੱਖਾਂ ਦੇ ਖਿਲਾਫ ਭਾਰਤੀ ਸਟੇਟ ਵੱਲੋਂ ਅਨਐਲਾਨੀਆ ਜੰਗ ਅਨਡਿਕਲੇਅਰਡ ਵਾਰ ਟੋਟਲ ਵਾਰ ਸਿੱਖਾਂ ਦੇ ਸਰਵਨਾਸ਼ ਦੀ ਜੰਗ ਜਿਹੜੀ ਹੈ ਉਹ ਥੋਪੀ ਗਈ ਜਿਸ ਦੇ ਵਿੱਚ ਕੱਲਾ ਫਿਜ਼ੀਕਲ ਕਿਲਿੰਗਸ ਹੀ ਨਹੀਂ ਸੀ ਕਲਚਰ ਨੂੰ ਡਿਸਟਰੋਏ ਕਰਨਾ ਹਿਸਟਰੀ ਨੂੰ ਡਿਸਟਰੋਏ ਕਰਨਾ ਇਕਨੋਮੀ ਨੂੰ ਡਿਸਟਰੋਏ ਕਰਨਾ ਵਿਰਸੇ ਨੂੰ ਡਿਸਟਰੋਏ ਕਰਨਾ ਸੋ ਇਹ ਜੋ ਕੁਛ ਅੱਜ ਉਹ ਦਲਜੀਤ ਦੋਸਾਂਝ ਵਰਗੇ ਜਿਹੜਾ ਗਰੀਡੀ ਮੈਨ ਪੈਸੇ ਦੇ ਲਈ ਜਾ ਕੇ ਅਡਾਨੀਆਂ ਬਾਨੀਆਂ ਦੇ ਵਿੱਚ ਨਚਾਰ ਬਣਿਆ ਹੁੰਦਾ ਜਾਂ ਹੁਣ
ਸਿਰੋਂ ਪੱਗ ਲਾ ਕੇ, ਜਿਹੜਾ ਕਦੇ ਅੱਜ ਤੋਂ ਕੁਝ ਦੇਰ ਪਹਿਲਾਂ ਇੰਟਰਵਿਊ 'ਚ ਕਹਿੰਦਾ ਸੀ ਜੀ ਮੈਂ ਇਹ ਪੱਗ, ਮੈਂ ਤਾਂ ਫਿਲਮੀ ਦੁਨੀਆ 'ਚ ਆ ਕੇ ਵੀ ਕਿਹਾ ਵੀ ਇਹਦੇ ਨਾਲ ਕੋਈ ਸਮਝੌਤਾ ਨਹੀਂ ਹੈ, ਇਵੇਂ ਨਹੀਂ ਹੋਏਗੀ, ਤੇ ਕਿਸ ਕਿਸਮ ਦੇ ਗੰਦੇ ਕਿਰਦਾਰ ਦੇ ਵਿੱਚ ਉਸਨੇ ਆਪਣੇ ਆਪ ਨੂੰ ਮੁਲਵਸ ਕੀਤਾ। ਇਹ ਜਿੱਥੇ ਇੱਕ ਪਾਸੇ ਇਹਨਾਂ ਦਾ ਕਿਰਦਾਰ ਦਿਖਾਉਂਦਾ ਹੈ, ਅਸੀਂ ਇੱਕ ਜ਼ਮਾਨੇ ਦੇ ਵਿੱਚ ਜੋ ਕਦੇ ਹੀਰਾ ਮੰਡੀ ਦੇ ਲਈ ਕਿਹਾ ਜਾਂਦਾ ਸੀ, ਅਨਫੋਰਚੂਨੇਟਲੀ ਉਹ ਤਾਂ ਵਿਚਾਰੀਆਂ ਕਿਸ ਮਜਬੂਰੀ ਵਸ ਜਾਂ ਕਿਵੇਂ ਇਸ ਦੇਹ ਵਪਾਰ ਦੇ ਕਿੱਤੇ ਵਿੱਚ ਧੱਕੀਆਂ ਜਾਂਦੀਆਂ ਸੀ, ਪਰ ਇਹ ਚੰਗੇ ਭਲੇ ਲੋਕ ਜਿਹੜੇ ਕਿ ਇਸ ਕਿਸਮ ਦੇ, ਇਹਨਾਂ ਦਾ ਵੀ ਉਹੀ, ਇਹਨਾਂ ਦਾ ਬੌਧਿਕ ਪੱਧਰ ਤਾਂ ਦੂਰ ਦੀ ਗੱਲ, ਇਹਨਾਂ ਦਾ ਕੋਈ ਈਮਾਨ, ਕੋਈ ਦੀਨ ਨਹੀਂ ਹੈ, ਔਰ ਇਹਨੂੰ ਜਸਟੀਫਾਈ ਇਵੇਂ ਕੀਤਾ ਜਾ ਰਿਹਾ ਹੈ ਜਿਵੇਂ ਕਿ ਜੀ ਇਹ ਬੜੇ ਜਿਹੜਾ ਹੈ ਉਹ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਕਲਾਕਾਰ ਕੋਈ ਜਿਹੜਾ ਉਹ ਇੱਕ ਸਮਾਜ ਨੂੰ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ। ਇਹ ਠੀਕ ਹੈ ਕਿ ਉਹਦੀ ਕਨਵਿਕਸ਼ਨ ਕੀ ਹੈ ਕੀ ਨਹੀਂ ਹੈ, ਪਰ ਜਦੋਂ ਤੁਸੀਂ ਸਮਾਜ ਦੇ ਵਿੱਚ ਗੰਦ ਫੈਲਾ ਰਹੇ ਹੋਵੋ, ਲੱਚਰਪੁਣਾ ਵੇਚ ਰਹੇ ਹੋਵੋ, ਔਰ ਉਹਨੂੰ ਜਸਟੀਫਾਈ ਕਰਨ ਲਈ ਇਹ ਕਹੋ ਕਿ ਜੀ ਉਹਨੇ ਜੋ ਗਾਇਆ ਜਾਂ ਦੂਜੇ ਜੋ ਗਾਉਂਦੇ ਨੇ ਉਹੀ ਗਾਉਂਦੇ ਨੇ ਜੋ ਸਮਾਜ ਸੁਣਨਾ ਚਾਹੁੰਦਾ, ਫਿਰ ਜੇ ਇਸ ਕਿਸਮ ਦਾ ਫਿਰ ਇਹਨਾਂ ਨੂੰ ਕਹੋ ਵੀ ਇਹੀ ਕੁਛ ਜੇ ਤੁਸੀਂ ਹੁਣ ਗੱਲ, ਔਰ ਇਹ ਵੀ ਜਦੋਂ ਇਸ ਜਿਹਦੀ ਚਮਕੀਲੇ ਦੀ ਗੱਲ ਹੋ ਰਹੀ ਹੈ, ਇਸ ਨੇ ਬਹੁਤ ਉਸ ਦੌਰ ਦੇ ਵਿੱਚ ਜਦੋਂ ਕਿ ਇੱਕ ਪਾਸੇ ਸਿੱਖ ਨੌਜਵਾਨੀ ਪੰਜਾਬ ਦੇ ਵਿੱਚ ਅਣਖ ਔਰ ਗੈਰਤ ਦੇ ਲਈ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀ ਸੀ ਪੋਸਟ 84 ਪੀਰੀਅਡ ਦੇ ਵਿੱਚ, ਔਰ ਇਸ ਰਾਹੀਂ ਅਖਾੜੇ ਲਵਾ ਕੇ ਜਿਹੜਾ ਉਹ ਕਿਵੇਂ ਗੰਦ ਜਿਹੜਾ ਉਹ ਪਰੋਸਿਆ ਜਾ ਰਿਹਾ ਸੀ, ਔਰ ਇਸ ਨੂੰ ਵਾਰਨ ਵੀ ਕੀਤਾ ਗਿਆ। ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਇਹਨੂੰ ਸੱਦਿਆ, ਇਹ ਗਿਆ, ਇਹਨੇ ਮਾਫੀ ਮੰਗੀ ਜਾ ਕੇ, ਔਰ ਇਹਨੇ ਕਿਹਾ ਜੀ ਮੈਂ ਹੁਣ ਨਹੀਂ ਕਰਦਾ। ਉਹਨਾਂ ਨੇ ਕਿਹਾ ਜਾ ਭਾਈ ਠੀਕ ਹੈ, ਅਸੀਂ ਕੋਈ ਤੁਹਾਡਾ ਇਹ ਰੋਟੀ ਰੋਜ਼ੀ ਹੈ, ਇਸ ਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦੇ, ਪਰ ਕੁਛ ਦੇਰ ਬਾਅਦ ਉਸ ਕਿਸਮ ਦਾ ਹੀ ਉਸ ਤੋਂ ਵੀ ਬਦਤਰ ਵਰਤਾਰਾ, ਔਰ ਇਸ ਪੀਰੀਅਡ 'ਚੋਂ 2 ਵਾਰ ਕੈਨੇਡਾ ਤੋਂ ਵੀ ਹੋ ਕੇ ਗਿਆ, ਤੇ ਜਦੋਂ ਕੈਨੇਡਾ 'ਚ ਉਹਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੂੰ ਇਹ ਕੀ ਕਰਦਾ ਹੈ ਜਾਂ ਕੀ ਹੈ, ਉਹਨੇ ਕਿਹਾ ਜੀ ਮੈਂ ਉਹ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਗੁਰਜੀਤ ਸਿੰਘ ਹੈਗਾ, ਉਹਨੂੰ ਮੈਂ ਪੈਸੇ ਦਿੱਤੇ ਹੋਏ ਨੇ, ਔਰ ਉਹ ਜਿਹੜਾ ਮੈਨੂੰ ਉਹਨੇ ਕਿਹਾ ਤੂੰ ਜੋ ਮਰਜ਼ੀ ਕਰ। ਹੁਣ ਇਹ ਮਾਮਲਾ ਹੋਰ ਵੀ ਉਦੋਂ ਸੀਰੀਅਸ ਹੋਇਆ, ਔਰ ਇਹ ਕੋਈ ਐਵੇਂ ਕਿਸੇ ਵੱਲੋਂ ਕਿਸੇ ਇੰਪਲਸ ਦੇ ਥੱਲੇ ਆ ਕੇ ਦਿੱਤੀ ਗਈ ਸਜ਼ਾ ਨਹੀਂ ਸੀ। ਇਹ ਫਾਈਨਲੀ ਫੈਸਲਾ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਉਸ ਵੇਲੇ ਜਿਹੜੇ ਵੱਡੇ ਆਗੂ ਦੁਆਬੇ ਦੇ ਵਿੱਚ ਸਿੱਖ ਲਹਿਰ ਦੇ ਸਰ ਸਤਪਾਲ ਸਿੰਘ ਢਿੱਲੋਂ, ਇਹ ਸਾਰਿਆਂ ਨੇ ਕੀਤਾ। ਉਹਨਾਂ ਨੇ ਕਿਹਾ ਭਾਈ ਹੁਣ ਇਨਫ ਇਜ਼ ਇਨਫ, ਇਹਨੂੰ ਵਾਰਨ ਵੀ ਕੀਤਾ, ਔਰ ਆਦਰ ਇਹ ਤਾਂ ਹੋਰ ਵੀ ਅੱਗੇ ਜਾ ਕੇ ਬ੍ਰੇਕ ਕਰ ਰਿਹਾ। ਪਰ ਇਹ ਸਾਰੇ ਸਟੇਟ ਦੇ ਸੰਧ ਨੇ, ਔਰ ਇਸ ਦੇ ਉੱਤੇ ਜੋ ਜਦੋਂ ਇਹਨੂੰ ਸਜ਼ਾ ਯਾਫਤਾ ਕੀਤਾ ਗਿਆ, ਆਮ ਲੋਕਾਂ ਨੇ ਵੀ ਜਿਹੜਾ ਉਹ ਸੁੱਖ ਦਾ ਸਾਹ ਲਿਆ ਕਿ ਭਾਈ ਘੱਟੋ ਘੱਟ ਇਹ ਜਿਹੜਾ ਗੰਦਾ ਕਲਚਰ ਪਰੋਸਿਆ ਜਾ ਰਿਹਾ, ਔਰ ਇਹਦੇ 'ਚ ਕੋਈ ਜ਼ਾਤ ਪਾਤ ਨਾਲ ਸੰਬੰਧਿਤ ਗੱਲ ਨਹੀਂ ਹੈ। ਈਵਨ ਇਸ ਕਿਸਮ ਦੇ ਹੋਰ ਵੀ ਇੱਕ ਅੱਧਾ ਜਿਹੜਾ ਆਪਣੇ ਆਪ ਨੂੰ ਫਿਲਮੀ ਦੁਨੀਆ ਨਾਲ ਜੁੜਿਆ ਹੋਇਆ ਸੀ, ਉਸ ਨੂੰ ਸਜ਼ਾ ਯਾਫਤਾ ਕੀਤਾ ਗਿਆ। ਸੋ ਇਸ ਨੂੰ ਅੱਜ ਜਿਸ ਔਰ ਉਸ ਨੇ ਜਦੋਂ ਸੱਚਮੁੱਚ ਪੱਗ ਦਾ ਜਿਹੜੀ ਗੈਰਤ, ਅਣਖ, ਔਰ ਉਸ ਦੇ ਥੱਲੇ ਆ ਕੇ, ਔਰ ਉਹ ਉਸ ਦੀ ਜੀਪ ਦੇ ਉੱਤੇ, ਉਸ ਦੇ ਟਰੈਕਟਰ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਤਸਵੀਰ ਹੈ। ਸੋ ਉਹ ਇਹ ਇੱਕ ਪਾਸੇ ਉਹ ਗਾਇਕ ਨੇ ਜਿਹੜੇ ਸੱਚਮੁੱਚ ਪੰਜਾਬ ਦੀ ਅਣਖ ਗੈਰਤ ਦੇ ਪ੍ਰਤੀਕ ਨੇ, ਔਰ ਜਿਉਂ ਹੀ ਉਸ ਨੇ ਇਸ ਹਕੀਕਤ ਨੂੰ ਸਮਝਿਆ, ਸਿੱਧੂ ਮੂਸੇਵਾਲਾ ਨੇ, ਅਸੀਂ ਦੇਖਿਆ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਰੋਕਣ ਦੇ ਲਈ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਕੁਰਬਾਨੀ, ਜਿਹੜਾ ਗੀਤ ਬੇਸ਼ੱਕ ਉਹਨਾਂ ਦੇ ਜਿਹੜੀ ਹੈ ਉਹ ਏਜੰਸੀਆਂ ਵੱਲੋਂ ਕੀਤੀ ਗਈ ਕਿਲਿੰਗ ਤੋਂ ਬਾਅਦ ਆਇਆ, ਪਰ ਇੱਕ ਪਾਸੇ ਉਹੀ ਨੇ ਜਿਸ ਸਿੱਧੂ ਮੂਸੇਵਾਲਾ ਨੂੰ ਕਿਵੇਂ ਕੇਸਾਂ ਦੇ ਵਿੱਚ ਵੀ ਪਹਿਲਾਂ ਉਲਝਾਇਆ ਗਿਆ, ਬਾਅਦ ਦੇ ਵਿੱਚ ਉਹਦਾ ਮਰਡਰ ਵੀ ਕੀਤਾ ਗਿਆ, ਤੇ ਦੂਸਰੇ ਪਾਸੇ ਇਸ ਲੱਚਰ ਕਲਾਕਾਰ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਇੱਕ ਹੋਰ ਵਿਕਾਊ ਮਾਲ ਜਿਹੜਾ ਪੈਸੇ ਦੇ ਲਾਲਚ ਦੇ ਵਿੱਚ ਦੋਸਾਂਝ ਨਾਂ ਲਾ ਕੇ ਆਪਣੇ ਜਿਹੜਾ ਉਹਨੂੰ ਕਿਵੇਂ ਪ੍ਰਮੋਟ ਕੀਤਾ ਜਾ ਰਿਹਾ। ਔਰ ਠੀਕ ਹੈ ਵੀਰ ਕਮਲਪ੍ਰੀਤ ਸਿੰਘ ਹੋਰਾਂ ਨੇ ਕਿ ਇਹੀ ਦਲਜੀਤ ਦੋਸਾਂਝ ਜਿਹੜਾ ਕੁਛ ਅਰਸਾ ਪਹਿਲਾਂ ਜਿਹੜਾ ਉਸਤਾਦ ਜਸਵੰਤ ਸਿੰਘ ਖਾਲੜਾ ਦੇ ਰੋਲ ਦੇ ਵਿੱਚ ਉਹਨਾਂ ਦੀ ਫਿਲਮ 'ਚ ਸੀ, ਉਹਦੇ ਤਾਂ 36 ਕੱਟ ਲਾ ਕੇ ਉਹ ਤਾਂ ਬਕਸਿਆਂ 'ਚ ਬੰਦ ਪਈ ਹੈ, ਰਿਲੀਜ਼ ਵੀ ਨਹੀਂ ਹੋਣ ਦਿੱਤੀ ਗਈ। ਸੋ ਕੌਣ ਨੇ ਜਿਨ੍ਹਾਂ ਨੇ ਇਸ ਗੱਲ ਨੂੰ, ਤੁਸੀਂ ਫੇਸਬੁੱਕ ਚੁੱਕ ਕੇ ਦੇਖੋ ਦੂਜਾ, ਔਰ ਉਹਨੂੰ ਐਨ ਰਿਲੀਜ਼ ਵੀ ਜਦੋਂ ਖਾਲਸਾ ਸਾਜਨਾ ਦਿਵਸ ਦੀਆਂ ਪੈਰੇਡਸ ਔਰ ਦੂਸਰੀਆਂ ਹੋ ਰਹੀਆਂ ਸੀ, ਔਰ ਇਹ ਤੁਸੀਂ ਦੇਖੋਗੇ ਕਿ ਇਹ ਇੱਕ ਅੱਜ ਵੀ ਜੇ ਉਸ ਜ਼ਮਾਨੇ 'ਚ ਪੁਲਿਸ DIG IG SP ਲੈਵਲ SSP ਲੈਵਲ ਦੇ ਲੋਕ ਉਸ ਕਿਸਮ ਦੇ ਅਖਾੜੇ
ਲਵਾਉਂਦੇ ਸੀ ਉਹ ਉਹਨਾਂ ਦੀ ਨੀਤੀ ਦਾ ਹਿੱਸਾ ਸੀ ਕਿ ਜਿਹੜੀਆਂ ਔਰ ਨਸ਼ੇ ਜਦੋਂ ਅਸੀਂ ਕਹਿੰਦੇ ਹਾਂ ਵੀ ਪੰਜਾਬ 'ਚ ਨਸ਼ੇ ਲਿਆਂਦੇ ਗਏ, ਜਦੋਂ ਇੱਕ ਪਾਸੇ ਗੈਰਤ ਅਣਖ ਲਈ ਮਰਨ ਵਾਲੇ ਹੁੰਦੇ ਨੇ ਤੇ ਜਦੋਂ ਤੁਸੀਂ ਕਿਸੇ ਨੂੰ ਨਸ਼ੇ 'ਚ ਉਲਝਾ ਦਿਓ, ਉਸ ਨੂੰ ਬਦ ਅਖਲਾਕ ਕਰ ਦਿਓ ਤੇ ਫਿਰ ਲੜਨ ਭਿੜਨ ਜਾਂ ਖਲੋਣ ਦੀ ਹਿੰਮਤ ਕਿਹਦੇ 'ਚ ਹੁੰਦੀ ਹੈ। ਸੋ ਇੱਕ ਪਾਸੇ ਕਿਲਿੰਗ ਸਪਰੀ ਚੱਲ ਰਹੀ ਸੀ ਫੇਕ ਸਟੇਜ ਐਨਕਾਊਂਟਰਸ ਦੇ ਵਿੱਚ, ਦੂਸਰੇ ਪਾਸੇ ਇਸ ਲਾਈਨ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਔਰ ਇਸ ਦੇ ਨਾਲ ਨਾ ਕੋਈ ਜ਼ਾਤ ਪਾਤ ਦਾ ਤਾਲੁਕ ਹੈ। ਜਿਹੜੇ ਵੱਡੇ ਅਖਾੜਿਆਂ 'ਚ ਆਉਣ ਵਾਲੇ ਲੋਕ ਸੀ ਜਾਂ ਦੂਜੇ ਉਹੀ ਪੇਂਡੂ ਸਮਾਜ ਦੇ ਜਿਨ੍ਹਾਂ ਦੇ ਵਿੱਚ ਵੱਡਾ ਵਰਗ ਜ਼ਿਮੀਂਦਾਰਾ ਵਰਗ ਹੈ, ਔਰ ਇਹ ਏਜੰਸੀਆਂ ਦੀ ਖੇਡ ਉਦੋਂ ਵੀ ਇਹੀ ਸੀ। ਹੁਣ ਇਸ ਮੁਰਦੇ ਨੂੰ ਉਖਾੜਨਾ, ਇਸ ਲਈ ਇਸ ਕਿਸਮ ਦਾ ਜਿਹੜਾ ਕਿ ਅੱਜ ਇੱਕ ਆਪਣੇ ਆਪ ਨੂੰ ਆਈਕਨ ਬਣਾ ਕੇ ਪੇਸ਼ ਕਰ ਰਿਹਾ ਸੀ ਕਿਸਾਨ ਲੈ, ਤੁਸੀਂ ਇਹ ਦੇਖੋਗੇ ਕਿ ਕਿਸਾਨ ਮੂਵਮੈਂਟ ਦੇ ਵੇਲੇ, ਔਰ ਅਸੀਂ ਉਸ ਦੀ ਤਾਰੀਫ ਵੀ ਕੀਤੀ ਸੀ ਕਿ ਭਾਈ ਜਿਨ੍ਹਾਂ ਕਲਾਕਾਰਾਂ ਨੇ ਆ ਕੇ ਆਪਣੇ ਪੰਜਾਬ ਦੀ ਧਰਤੀ ਦੇ ਇਸ ਹੱਕ ਨੂੰ ਅਦਾ ਕੀਤਾ, ਅਸੀਂ ਉਹਨਾਂ ਦੀ, ਪਰ ਤੁਸੀਂ ਉਹਦੇ 'ਚ ਦੇਖੋਗੇ ਕਿ ਕਿਵੇਂ ਸਿਸਟੇਮੈਟਿਕਲੀ, ਜੇ ਕੰਵਰ ਗਰੇਵਾਲ ਵਰਗਾ ਸੀ ਉਹਦੇ ਤੇ ਉਹ ਛਾਪੇ ਛੂਪੇ ਇਨਕਮ ਟੈਕਸ ਦੇ ਪਏ, ਉਹਨੇ ਕੰਨਾਂ ਨੂੰ ਹੱਥ ਲਾ ਲਿਆ ਜੀ ਮੈਂ ਹੁਣ ਦੂਰ ਹੈ ਸਿਆਸਤ ਤੋਂ, ਉਹ ਆਪਣਾ ਫਿਰ ਉਹੀ ਕੰਮ ਉਹਨੇ ਸ਼ੁਰੂ ਕਰ ਲਿਆ। ਬਾਕੀਆਂ ਨੂੰ ਤੁਸੀਂ ਦੇਖੋ ਕਿਵੇਂ ਆਈਸੋਲੇਟ ਕੀਤਾ ਗਿਆ। ਤੇ ਇਹ ਜਿਹੜਾ ਕਿ ਅਮਰੀਕਨ ਸਿਟੀਜ਼ਨ ਹੈ ਬਾਹਰ ਬੈਠਾ ਹੋਇਆ, ਇਹਦੀ ਤਾਂ ਕੋਈ ਮਜਬੂਰੀ ਨਹੀਂ ਹੈ ਜਾਂ ਦੂਜਾ, ਲੇਕਿਨ ਪੈਸੇ ਦਾ ਲਾਲਚ ਔਰ ਫੇਮ ਦੀ ਭੁੱਖ ਦੇ ਥੱਲੇ ਇਹਨੂੰ ਵੀ ਥੋੜਾ ਬਹੁਤ ਜਦੋਂ ਸ਼ੁਰੂ ਦੇ ਵਿੱਚ ਉਹ ਕੰਗਣਾ ਰਣੌਤ ਜਾਂ ਦੂਜਿਆਂ ਰਾਹੀਂ ਜਿਹੜਾ ਨੈਗੇਟ ਕਰਨ ਦੀ, ਉਦੋਂ ਸਾਰੇ ਜਿਹੜੇ ਨੇ ਮਗਰ ਖਲੋਤੇ ਵੀ ਚਲੋ ਇਹ ਘੱਟੋ ਘੱਟ ਇਹਨੇ ਆਵਾਜ਼ ਚੁੱਕੀ ਖੇਤੀ ਕਾਨੂੰਨਾਂ ਦੇ ਖਿਲਾਫ। ਪਰ ਅਲਟੀਮੇਟਲੀ ਇਸ ਗੱਲ ਦਾ ਅਸੀਂ ਯਕੀਨ ਕਰੀਏ ਵੀ ਜਿਹਨੂੰ ਅਸੀਂ ਕਈ ਵਾਰੀ ਇਹ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ ਹੁੰਦਾ ਵੀ ਕਿਹਨੂੰ ਸਿਸਟੇਮੈਟਿਕਲੀ ਬਿਲਡ ਕੀਤਾ ਜਾ ਰਿਹਾ, ਔਰ ਜਦੋਂ ਉਹ ਬਿਲਡ ਹੋ ਜਾਂਦਾ ਹੈ ਉਹ ਕਿਵੇਂ ਜਾ ਕੇ ਭੁਗਦਾ। ਜਿਵੇਂ ਅਸੀਂ ਪੋਲੀਟੀਕਲ ਅਰੀਨਾ 'ਚ ਸੁਖਪਾਲ ਖਹਿਰਾ ਦੀ ਗੱਲ ਕੀਤੀ, ਜਦੋਂ ਉਹ ਦੋ ਚਾਰ ਗੱਲਾਂ ਪੰਜਾਬ ਦੇ ਹੱਕਾਂ ਦੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਜਾਂ NSA ਦੇ ਖਿਲਾਫ ਜਾਂ ਭਗਵੰਤ ਮਾਨ ਨੂੰ ਵੰਗਾਰਨਾ ਜਾਂ ਦੂਜਾ, ਸਾਡੀਆਂ ਸਾਰੀਆਂ ਧਿਰਾਂ ਵਾਲੇ ਵੀ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਜਾਂ ਦੂਜੇ ਤੇ ਬੱਲੇ ਬੱਲੇ ਕਰਨ ਲੱਗ ਗਏ। ਤੁਸੀਂ ਦੇਖੋ ਜਾ ਕੇ ਕਿੱਥੇ ਡਿੱਗਿਆ ਕਿ ਭਾਈ ਤੈਨੂੰ ਹੋਰ ਪੰਜਾਬ 'ਚ ਕੋਈ ਸੀਟ ਨਹੀਂ ਮਿਲੀ, ਤੇਰੀ ਕੀ ਮਜਬੂਰੀ ਹੈ। ਜੇ ਗੈਰਤ ਜਾਂ ਅਣਖ ਤਾਂ ਇਹ ਹੁੰਦੀ ਕਿ ਜੇ ਉਹਨੂੰ ਕਿਹਾ ਵੀ ਪਾਰਟੀ ਨੇ, ਹਾਲਾਂਕਿ ਇਹਨੇ ਖੁਦ ਤਰਲੇ ਕਰਕੇ ਜਿਹੜਾ ਸੰਗਰੂਰ ਦੀ ਸੀਟ ਲਈ ਹੈ, ਜੇ ਕਿਹਾ ਵੀ ਹੁੰਦਾ ਕਿ ਵੀ ਤੂੰ ਜਾਓ, ਕਹਿੰਦਾ ਜੀ ਮੈਂ ਮੇਰੀ ਫਾਈਨੈਂਸ਼ੀਅਲ ਪੋਜੀਸ਼ਨ ਨਹੀਂ ਹੈ ਜਾਂ ਮੈਂ ਆਲਰੇਡੀ ਜਿਹੜਾ ਮੈਂ ਨਹੀਂ ਲੜਨਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਸ ਗੱਲ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਕਿਵੇਂ ਇੱਕ ਪਾਸੇ ਇਹਨੂੰ ਜਿਹੜਾ ਇਸ ਕਿਸਮ ਦੇ ਲੋਕਾਂ ਨੂੰ ਕਦੋਂ ਉਭਾਰਨਾ, ਕਦੋਂ ਉਹਨਾਂ ਨੂੰ ਬਿਠਾ ਲੈਣਾ, ਕਦੋਂ ਫਿਰ ਜਿਨ੍ਹਾਂ ਦੀ ਕੱਲ ਤੱਕ ਤੁਸੀਂ ਸਿਫਤ ਕਹਿੰਦੇ ਹੁੰਦੇ ਆ ਉਹਨਾਂ ਤੇ ਤੁਸੀਂ ਛੱਤਰ ਲਾਇਆ ਹੁੰਦਾ। ਔਰ ਇਸ ਸਾਰੇ ਨੂੰ ਇਹ ਸਾਰੀ ਏਜੰਸੀਆਂ ਦੀ ਖੇਡ ਹੈ ਅੱਜ ਵੀ ਉਸ ਕਿਸਮ ਦਾ ਹੀ ਵਰਤਾਰਾ ਵਾਪਸ, ਕਿਉਂਕਿ ਇਹ ਨਵਾਂ ਦੌਰ ਇਸ ਲਈ ਜਦੋਂ ਦੀਪ ਸਿੱਧੂ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਤਬਦੀਲੀ, ਖਾਲਸਾ ਵਹੀਰ, ਅੰਮ੍ਰਿਤ ਛਕਣ ਦੀ ਲਾਈਨ ਇਹ ਸਾਰੀ ਸ਼ੁਰੂ ਹੋਈ ਨੇ ਏਜੰਸੀਆਂ ਨੂੰ ਦੇ ਵਿੱਚ ਇੱਕ ਵਾਰੀ ਫੇਰ ਘਬਰਾਹਟ ਪੈਦਾ ਕੀਤੀ ਔਰ ਉਸ ਕਿਸਮ ਦੀ ਜਿਹੜੀ ਹੈ ਕੰਟਰੋਵਰਸੀ ਉਹ ਵਾਪਸ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਰ ਕੰਵਰਪ੍ਰੀਤ ਸਿੰਘ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ। ਗੱਲ ਬੇਸ਼ੱਕ ਇਹ ਤਾਂ ਜਦੋਂ ਤੋਂ ਵੀ ਜ਼ਮਾਨੇ ਦੀ ਗੱਲ ਕਰੀਏ, ਗਰੀਡ, ਲਾਲਚ, ਔਰ ਬਹੁਤ ਵਾਰੀ ਕਹਿਣ ਨੂੰ ਤਾਂ ਗਰੀਡੀ ਡੌਗ ਦੀਆਂ ਹੀ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ, ਪਰ ਡੌਗ ਤਾਂ ਪਤਾ ਨਹੀਂ ਕਿੰਨਾ ਕੁ ਗਰੀਡੀ ਹੈ, ਉਹ ਤਾਂ ਉਹਦੀ ਭੁੱਖ ਵੀ ਹੈ ਔਰ ਉਸ ਦੀ ਲਾਲਸਾ ਵੀ ਹੈ। ਪਰ ਇਨਸਾਨ ਦੀ ਜਿਹੜੀ ਫਿਤਰਤ ਦੇ ਵਿੱਚ ਗਰੀਡ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਸਹਿਜ ਖਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਕਿ ਜਿਹਦੇ ਕੋਲ 1000 ਹੈ ਉਹ ਲੱਖ ਦੀ ਦੌੜ ਸ਼ਾਮਲ ਹੋ ਜਾਂਦਾ ਹੈ। ਔਰ ਕੋਈ ਵੀ ਬਿਨਾਂ ਸੰਤੋਖ ਨਹੀਂ ਕੋ ਰਾਜੈ, ਕਿ ਕੋਈ ਵੀ ਕਦੇ ਸੰਤੋਖ ਤੋਂ ਬਿਨਾਂ ਨਹੀਂ ਰੱਜਿਆ। ਔਰ ਅਸੀਂ ਜੇ ਕੁੱਲ ਮਿਲਾ ਕੇ ਦੇਖੀਏ, ਜਦੋਂ ਭਾਰਤ ਦੇ ਹਵਾਲੇ ਨਾਲ ਇੰਟਰਨੈਸ਼ਨਲ ਰਿਪੋਰਟਸ ਆਈਆਂ ਕਿ ਕਿਵੇਂ 1% ਭਾਰਤ ਦੇ ਲੋਕ 40% ਇਨਕਮ ਦੇ ਸੋਰਸ ਦੇ ਉੱਤੇ ਜੋ ਬੈਠੇ ਨੇ ਕਬਜ਼ਾ ਕਰਕੇ, ਜਿਹੜਾ ਕਿ ਅਮਰੀਕਾ ਤੋਂ ਵੀ ਬਦਤਰ ਹੈ। ਹਾਲਾਂਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਕੈਪੀਟਲਿਜ਼ਮ, ਜਿਹਨੂੰ ਪੂੰਜੀਵਾਦ ਕਿਹਾ ਜਾਂਦਾ ਹੈ, ਉਸ ਦਾ ਇਹ ਫਾਊਂਟੇਨ ਹੈਡ ਹੈ, ਉਸ ਦਾ ਸਿਰ ਹੈ ਪੂਰਾ। ਲੇਕਿਨ ਭਾਰਤ ਇਸ ਮਾਮਲੇ 'ਚ ਇਹਨਾਂ ਨੂੰ ਵੀ ਪਿੱਛੇ ਛੱਡ ਗਿਆ। ਔਰ ਇਸ ਸਾਰੇ ਦੇ ਵਿੱਚ ਤੁਸੀਂ ਜੇ ਗਰੀਡ ਦਾ ਐਂਗਲ ਦੇਖੋ, ਕੱਲਾ ਇੱਕ ਜਨੇਕਤਾ ਹੁੰਦਾ ਸੀ ਕਿ ਕਿਸੇ ਨੇ
ਕੋਈ ਇੰਡਸਟਰੀਅਲ ਪ੍ਰੋਡਕਟ ਬਣਾਇਆ, ਉਸ ਦੇ ਕੋਲ ਐਕਸਕਲੂਸਿਵ ਰਾਈਟ ਨੇ, ਉਹ ਕਈ ਗੁਣਾ ਜ਼ਿਆਦਾ ਉਹਨੂੰ ਵੇਚ ਕੇ ਪ੍ਰੋਫਿਟ ਕਮਾ ਰਿਹਾ ਹੈ। ਉਹ ਸਮਝ ਆਉਂਦਾ ਸੀ ਜੀ, ਉਹਨੇ ਪਹਿਲਾਂ ਰਿਸਰਚ ਕੀਤੀ ਕਰਾਈ। ਅੱਜ ਤੁਸੀਂ ਦੇਖੋਗੇ ਕਿ ਇਹ ਗਰੀਡ ਕਿਵੇਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਡਰੱਗਸ ਦੇ ਹਵਾਲੇ ਨਾਲ ਕਿੰਨਾ ਵੱਡਾ ਜਿਹੜਾ ਮਾਫੀਆ ਬੈਠਾ ਹੋਇਆ। ਪਿਛਲੇ ਦਿਨਾਂ 'ਚ ਮੈਂ ਬਾਲਟੀਮੋਰ ਸੀ ਔਰ ਮੈਰੀਲੈਂਡ ਡਾਕਟਰ ਕਮਿਊਨਿਟੀ ਦੇ ਨਾਲ ਗੱਲਬਾਤ ਹੋਈ ਔਰ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਭਾਈ ਤੁਸੀਂ ਹਸਪੀਟਲਸ ਦੇਖੋ, ਉਹਨਾਂ ਦੀ ਮਲਕੀਅਤ ਨੂੰ ਲੈ ਕੇ ਕਿੰਨਾ ਵੱਡਾ ਮਾਫੀਆ ਹੈ। ਫਿਰ ਫਾਰਮੇਸੀਜ਼ ਜਿਹੜੀਆਂ ਨੇ ਉਹਨਾਂ 'ਚ ਕਿਹਨੂੰ ਕਿੱਥੇ ਪ੍ਰਮੋਟ ਕਰਨਾ ਹੈ, ਉਹਦੇ 'ਚ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ। ਫਿਰ ਈਵਨ ਇਹ ਸਾਰੇ ਦੇ ਨਾਲ ਡਰੱਗਸ ਦੇ ਵਿੱਚ ਕਿਹੜੀਆਂ ਡਰੱਗਸ ਨੂੰ ਪ੍ਰਮੋਟ ਕਰਨਾ, ਉਹਨਾਂ ਦੀ ਰਿਸਰਚ ਦਾ ਡਾਟਾ ਕੀ ਹੁੰਦਾ, ਕਿਵੇਂ ਹੁੰਦਾ। ਸੋ ਕੁੱਲ ਮਿਲਾ ਕੇ ਇੰਨਾ ਕੁ ਔਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਇੱਥੇ ਅਮਰੀਕਾ ਦੇ ਵਿੱਚ FDA ਵਾਲੇ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਕਿਸੇ ਡਰੱਗ ਨੂੰ ਨਾ ਫਿੱਟ ਕਹਿੰਦਾ ਨਹੀਂ ਵੇਚ ਸਕਦੇ, ਉਹੀ ਜਿਹੜੀਆਂ ਡਰੱਗ ਕੰਪਨੀਆਂ ਨੇ ਉਹਨੂੰ ਅਫਰੀਕਾ, ਏਸ਼ੀਆ ਔਰ ਸਾਊਥ ਅਮਰੀਕਾ ਦੇ ਵਿੱਚ ਵੇਚ ਰਹੀਆਂ ਹੁੰਦੀਆਂ। ਸੋ ਇਹ ਚਾਰੇ ਪਾਸੇ ਲਾਲਚ ਨੇ ਟੇਕ ਓਵਰ ਕੀਤਾ। ਫਿਰ ਜਦੋਂ ਇਹ ਹੋਇਆ, ਮੀਡੀਆ ਬਾਰੇ ਤਾਂ ਅਸੀਂ ਵਾਕਿਫ ਹੀ ਸੀ ਕਿ ਵੀ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਹਨੂੰ ਬਿਗ ਹਾਊਸਿਸ ਓਨ ਕਰਦੇ ਨੇ ਔਰ ਉਹ ਉਸੇ ਮੁਤਾਬਕ ਹੀ ਉਸ ਮੀਡੀਆ ਦੇ ਵਿੱਚ ਕਿਸੇ ਨੂੰ ਪ੍ਰਮੋਟ ਕੀਤਾ ਜਾਂਦਾ ਜਾਂ ਡਿਮੋਟ ਕੀਤਾ ਜਾਂਦਾ, ਜਿਹਦੇ ਨਾਲ ਉਹਨਾਂ ਦੇ ਇੰਟਰਸਟ ਜੁੜੇ ਹੁੰਦੇ ਨੇ। ਲੌਬਿੰਗ ਦੇ ਨਾਂ ਥੱਲੇ ਕਿਵੇਂ ਜਿਹੜੇ ਇਹ ਵੈਸਟਡ ਇੰਟਰਸਟ ਕਹਿ ਸਕਦੇ ਨੇ ਔਰ ਇਸ ਨੇ ਮੋਨੋਪੋਲੀ ਤੋੜ ਦਿੱਤੀ ਹੈ, ਇਸ ਨੇ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਨੂੰ ਜਿਹੜਾ ਉਹ ਸਪੇਸ ਦਿੱਤਾ ਹੈ। ਔਰ ਇਸ ਦੇ ਉੱਤੇ ਬੜੀ ਗੱਲ ਹੋਈ, ਸਾਨੂੰ ਵੀ ਲੱਗਿਆ ਕਿ ਵੀ ਵਾਕਿਆ ਹੀ ਫਿਰ ਇਹ ਹੋਇਆ ਜੀ ਸੋਸ਼ਲ ਮੀਡੀਆ ਕਿਵੇਂ ਗੇਮ ਚੇਂਜਰ ਹੈ, ਕਿਵੇਂ ਜਿਹੜਾ ਅਰਬ ਸਪਰਿੰਗ ਆਇਆ ਜਿਹਦੇ ਵਿੱਚ ਟਿਊਨੀਸੀਆ ਔਰ ਕਿੱਥੇ ਕਿੱਥੇ ਰਜੀਮ ਚੇਂਜ ਹੋਏ, ਉਹਦੇ 'ਚ ਹੁੰਦਾ ਸੀ ਜੀ ਕਿਵੇਂ ਸੋਸ਼ਲ ਮੀਡੀਆ ਤੇ ਖਬਰ ਪਾਤੀ ਜਾਂਦੀ ਹੈ, ਲੋਕ ਇਕੱਠੇ ਹੋ ਜਾਂਦੇ ਨੇ ਔਰ ਦੂਸਰਾ ਕਿ ਜੀ ਇਹ ਤਾਂ ਗੇਮ ਚੇਂਜਰ ਹੈ। ਫਿਰ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਕੰਟਰੋਲ ਹੋਣਾ ਸ਼ੁਰੂ ਹੋਇਆ। ਪਹਿਲਾਂ ਤਾਂ ਹਕੂਮਤਾਂ ਨੇ ਸ਼ੁਰੂ ਕਰਤਾ ਕਿ ਭਾਈ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਨੇ ਬੈਨ ਕਰਨਾ ਜਾਂ ਉੱਥੇ ਨਾ ਦੇਣਾ, ਜਾਂ ਈਵਨ ਚਾਈਨਾ ਵਰਗੇ ਮੁਲਕਾਂ ਨੇ ਤਾਂ ਉਹ ਬਿਲਕੁਲ ਹੀ ਬਾਹਰ ਕੱਢੇ, ਉਹਨਾਂ ਨੇ ਤਾਂ ਆਪਣੇ ਹੈਂਡਲ ਉਹਦੇ ਤੇ ਲਿਆਂਦੇ। ਲੇਕਿਨ ਘੱਟੋ ਘੱਟ ਜਿਹੜੀਆਂ ਆਪਣੇ ਆਪ ਨੂੰ ਜਮਹੂਰੀਅਤਾਂ ਕਹਿਣ ਵਾਲੇ ਮੁਲਕ ਸੀ ਜਾਂ ਨਹੀਂ, ਉਹਨਾਂ ਦੇ ਵਿੱਚ ਇਹ ਸੀ ਕਿ ਵੀ ਚਲੋ ਹੁਣ ਜਦੋਂ ਅਸੀਂ ਸੋਸ਼ਲ ਮੀਡੀਆ ਜ਼ਰਕਸਬਰਗ ਨੇ ਆਪਣਾ ਫੇਸਬੁੱਕ ਦਿੱਤਾ, ਉਹਦਾ ਅੱਗੋਂ ਇੰਸਟਾਗ੍ਰਾਮ ਆ ਗਿਆ, ਫਿਰ YouTube ਦਾ ਨੈਟਵਰਕ ਜਿਹਦੀ ਆਪਣੀ ਮਾਲਕੀ ਕਈ ਬਿਲੀਅਨ ਡਾਲਰ ਦੇ ਜਿਨ੍ਹਾਂ ਦੇ ਸ਼ੇਅਰ ਦੁਨੀਆ 'ਚ ਸੀ, ਔਰ ਫਿਰ ਟਵਿੱਟਰ ਦੇ ਨਾਲ ਜਿਸ ਨੂੰ ਇੱਕ ਉਹ ਮੀਡੀਆ ਬਣ ਗਿਆ ਜਿਹਦੇ ਥੱਲੇ ਕਿਸੇ ਦੀ ਵੀ ਪਪੂਲੈਰਿਟੀ ਕਿ ਜੀ ਉਹਨੂੰ ਕਿੰਨੇ ਫੋਲੋ ਕਰਦੇ ਨੇ, ਉਸ ਦੇ ਟਵਿੱਟਰ ਅਕਾਊਂਟ ਤੇ ਇੰਨੇ ਮਿਲੀਅਨ ਲੋਕ ਨੇ, ਫਲਾਣੇ ਦੇ ਕਿੰਨੇ ਨੇ, ਢਿਮਕੇ ਦੇ ਕਿੰਨੇ ਨੇ। ਸੋ ਇਹ ਲੱਗਾ ਕਿ ਜੀ ਚਲੋ ਇਹ ਤਾਂ ਮੁਫਤ ਦਾ, ਕੋਈ ਪੈਸੇ ਨਹੀਂ ਹੈ ਦੇਣੇ ਪੈਂਦੇ ਉਹ ਸਾਰੇ ਦੇ ਵਿੱਚ। ਪਰ ਅਸੀਂ ਫਿਰ ਇਹ ਦੇਖਿਆ ਕਿ ਕਿਵੇਂ ਹਕੂਮਤਾਂ ਨੇ ਅਲਟੀਮੇਟਲੀ, ਕਿਉਂਕਿ ਇਹ ਬਿਗ ਮਨੀ ਭਾਵੇਂ ਟਵਿੱਟਰ ਜਾਂ ਫੇਸਬੁੱਕ ਜਾਂ ਦੂਜੇ ਤੇ ਤੁਸੀਂ ਆਪਣੀ ਪੋਸਟ ਫ੍ਰੀ ਪਾਉਂਦੇ ਸੀ, ਪਰ ਉਹਦੇ ਨਾਲ ਇੰਨਾ ਵੱਡਾ ਬਿਜ਼ਨਸ ਐਂਗਲ ਆ ਗਿਆ ਐਡਵਰਟਾਈਜ਼ਮੈਂਟਸ ਦਾ। ਔਰ ਦੂਸਰਾ ਤੇ ਫਿਰ ਹਕੂਮਤਾਂ ਨੂੰ ਥਾਂ ਥਾਂ ਤੇ ਲੱਗਾ ਕਿ ਜੀ ਇਹ ਤਾਂ ਫਰੀडम, ਉਹਨਾਂ ਨੇ ਆਪਣੇ ਲਾਅ ਬਣਾ ਲਏ ਕਿ ਜੀ ਉਹਨਾਂ ਨੇ ਕੀ ਕਰਨਾ। ਜਿਵੇਂ ਅਸੀਂ ਜੇ ਇੰਡੀਆ ਦੇ ਹਵਾਲੇ ਨਾਲ ਗੱਲ ਕਰੀਏ, ਉਹਦੇ 'ਚ ਇੱਕ ਪਾਸੇ ਤਾਂ ਇਹ ਇੰਟਰਨੈਸ਼ਨਲ ਇਸ ਲੈਵਲ ਦੇ ਮੀਡੀਆ ਦੇ ਵਿੱਚ ਭਾਰਤੀ ਮੂਲ ਦੇ ਲੋਕ ਆ ਵੜੇ, ਉਹ ਪਿਛੂਰੀ ਹੋਏ ਗੂਗਲ ਦੇ ਵਿੱਚ ਜਾਂ ਦੂਜੇ 'ਚ ਹੋਏ, ਜਾਂ ਜਿਹੜਾ ਉਹ ਜ਼ਰਕਸਬਰਗ ਵਰਗੇ ਲੋਕ ਜਿਨ੍ਹਾਂ ਦੀ ਫੇਸਬੁੱਕ ਜਾਂ ਦੂਜੇ ਦੇ ਵਿੱਚ 10% ਕੇ ਕਿੰਨੇ ਸ਼ੇਅਰ ਅੰਬਾਨੀ ਜਾਂ ਅਡਾਨੀ ਨੇ ਖਰੀਦੇ, ਅਸੀਂ ਉਹਨਾਂ ਦਾ ਇਨਫਲੂਐਂਸ ਦੇਖਣਾ ਸ਼ੁਰੂ ਕਰ ਦਿੱਤਾ ਕਿ ਬਈ ਕਿਵੇਂ ਉਹ ਹੁੰਦਾ ਹੈ। ਅਸੀਂ ਤਾਂ TV 84 ਦੇ ਹਵਾਲੇ ਨਾਲ 4 ਸਾਲ ਪਹਿਲਾਂ ਭਾਰਤ ਦੇ ਵਿੱਚ ਸਾਨੂੰ ਬੰਦ ਕੀਤਾ ਗਿਆ ਟੋਟਲੀ, ਲੇਕਿਨ ਘੱਟੋ ਘੱਟ ਸਾਨੂੰ ਇਹ ਸੀ ਕਿ ਭਾਰਤ ਹੀ ਤਾਂ ਨਹੀਂ ਹੈ। ਜੇ ਹੁਣ ਅੱਜ ਈਵਨ ਸਾਡੀ ਫੇਸਬੁੱਕ ਪਿਛਲੇ 2 ਹਫ਼ਤੇ ਤੋਂ ਜ਼ਿਆਦਾ ਟੋਟਲੀ ਸਾਡਾ ਪੇਜ ਹੀ ਗਾਇਬ ਕਰ ਦਿੱਤਾ ਗਿਆ, ਜਿਹਦੇ 'ਚ 2 ਲੱਖ ਦੇ ਕਰੀਬ ਜਿਹੜੇ ਨੇ ਉਹਨੂੰ ਫੋਲੋ ਕਰਨ ਵਾਲੇ ਸੀ। ਕਿੰਨਾ ਵੱਡਾ ਇਹਦਾ ਮਤਲਬ ਇਹ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਉੱਥੋਂ ਦੇ ਐਂਗਲ ਤੱਕ ਇੱਥੇ ਵੀ ਸਾਡੀ ਔਰ YouTube ਤੇ ਸਾਡੀਆਂ ਕਿੰਨੀਆਂ ਰੈਸਟ੍ਰਿਕਸ਼ਨਸ ਨੇ ਕਿ ਵੀ ਬਿਲਕੁਲ ਪ੍ਰਮੋਸ਼ਨ ਤਾਂ ਦੂਰ ਦੀ ਗੱਲ, ਈਵਨ ਨਾਰਮਲੀ ਸ਼ੋਅ ਵੀ ਨਹੀਂ ਹੁੰਦਾ, ਵਿਦ ਇਨ ਇੰਡੀਆ ਵੀ ਨਹੀਂ ਹੁੰਦਾ ਅੰਟਿਲ ਅਨਲੈਸ ਕਿਸੇ ਕੋਲ ਡਾਇਰੈਕਟ ਲਿੰਕ ਜਾਏ ਤੇ ਉਹ ਉਹਨੂੰ ਦੇਖੇ। ਪਰ ਬਾਹਰ ਵੀ ਇਹ ਪਾਬੰਦੀਆਂ, ਔਰ ਉਹਦੇ ਥੱਲੇ ਕਿੰਨਾ ਵੱਡਾ ਨੈਟਵਰਕ। ਜਦੋਂ ਤੁਹਾਨੂੰ ਇਹ ਨੋਟਿਸ ਭੇਜਦੇ ਨੇ ਜੀ ਕਮਿਊਨਿਟੀ ਗਾਈਡਲਾਈਨ ਔਰ ਫਲਾਣਾ ਢਿਮਕਾ। ਹੁਣ ਜਦੋਂ ਐਲਨ ਮਸਕ
ਜੀ ਟੈਸਲਾ ਦਾ ਮਾਲਕ, ਜਿਸ ਨੇ ਜਿਹੜਾ ਇਨੋਵੇਟਰ ਹੈ ਆਫ ਕੋਰਸ, ਉਹਨੇ ਟੈਸਲਾ ਦਾ ਮਾਡਲ ਦਿੱਤਾ ਔਰ ਨਿਊਯਾਰਕ 'ਚ ਵੀ ਪਤਾ ਨਹੀਂ ਕਿੰਨੇ ਹਜ਼ਾਰ ਟੈਸਲਾ ਆਉਣ ਵਾਲੀਆਂ ਨੇ, ਮਾਰਨਗੇ ਭੁੱਖੇ ਉਹਨਾਂ ਨੂੰ, ਊਬਰ ਵਾਲਿਆਂ ਨੂੰ ਔਰ ਟੈਕਸੀ ਵਾਲਿਆਂ ਨੂੰ। ਇਹ ਚੰਦਰਮਾ ਤੇ ਵੀ ਪਤਾ ਨਹੀਂ ਕਿਹੜੀ ਗੱਡੀ ਚਲਾਏਗਾ। ਪਰ ਇਹਨੇ ਜਦੋਂ ਟਵਿੱਟਰ ਨੂੰ ਬਾਏ ਕੀਤਾ, ਉਸ ਤੋਂ ਪਹਿਲਾਂ ਇਹ ਜਿਹੜਾ ਐਗਜ਼ਿਸਟਿੰਗ ਟਵਿੱਟਰ ਸੀ ਉਸ ਦੇ ਬਾਰੇ ਸੀ ਕਿ ਜੀ ਉਹਨੇ ਦਬਾਅ ਹੇਠ ਕਿਹਦਾ ਟਵਿੱਟਰ ਅਕਾਊਂਟ ਕੈਂਸਲ ਕੀਤਾ। ਜਿਵੇਂ ਟਰੰਪ ਨੂੰ ਲੈ ਕੇ ਹੀ ਪਹਿਲਾਂ ਰੌਲਾ ਪਿਆ ਕਿ ਜੀ ਕਿਉਂਕਿ ਇਹ ਠੀਕ ਹੈ ਵੀ ਕੋਈ ਨਾ ਕੋਈ ਜਿੱਥੇ ਕਿੱਥੇ ਫਰੀडम ਆਫ ਐਕਸਪ੍ਰੈਸ਼ਨ ਹੈ, ਕਿੱਥੇ ਹੇਟ ਸਪੀਚ ਹੈ, ਇਹਦਾ ਕੋਈ ਤਾਂ ਕ੍ਰਾਈਟੇਰੀਆ ਹੁੰਦਾ। ਲੇਕਿਨ ਇਹ ਫਿਰ ਜਦੋਂ ਅਸੀਂ ਅਮਰੀਕਾ ਵਰਗੇ ਮੁਲਕ 'ਚ ਜਿਹੜੇ ਜਿੱਥੇ ਇਹ ਰਹਿੰਦਾ ਇਹ ਐਲਨ ਮਸਕ ਫਸਟ ਅਮੈਂਡਮੈਂਟ ਦੀ ਗੱਲ ਕਰਦੇ, ਤੇ ਇੱਥੇ ਖੁਦ ਹੀ ਨਜਿੱਠਿਆ ਜਾਂਦਾ ਨੋ ਮੈਟਰ ਕੀ ਹੇਟ ਸਪੀਚ ਹੈ ਕੀ ਨਹੀਂ ਹੈ। ਉਹਨੇ ਤਾਂ ਪਹਿਲਾਂ ਆਪਣਾ ਜੀ ਹੁਣ ਤੋਂ ਟਵਿੱਟਰ ਨਹੀਂ ਐਕਸ ਹੋ ਗਿਆ, ਫਿਰ ਵੀ ਲੱਗਾ ਵੀ ਚਲੋ ਕੋਈ ਆਜ਼ਾਦੀ ਦੀ ਗੱਲ ਹੋਏਗੀ। ਪਰ ਅਸੀਂ ਫਾਰਮਰ ਮੂਵਮੈਂਟ ਦੇ ਵੇਲੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਕਿਵੇਂ ਇਹ ਇੰਡੀਅਨ ਗਵਰਨਮੈਂਟ ਦਾ ਇਨਫਲੂਐਂਸ ਕਬੂਲ ਰਿਹਾ, ਕਿਵੇਂ ਉਹਨਾਂ ਦੇ ਫਾਰਮਰਸ ਦਾ, ਕਿਸਾਨ ਮੋਰਚੇ ਦਾ ਅਕਾਊਂਟ ਹੀ ਗਾਇਬ ਕਰਤਾ ਗਿਆ ਸੀ, ਫਿਰ ਰੀਸਟੋਰ ਕੀਤਾ ਗਿਆ। ਬਾਅਦ 'ਚ ਉਹਨਾਂ ਨੇ ਮੰਨਿਆ ਕਿ ਜੀ ਭਾਰਤ ਸਰਕਾਰ ਦਾ ਦਬਾਅ ਹੈ। ਫਿਰ ਅਸੀਂ ਦੇਖਿਆ ਕਿ ਕਿਵੇਂ ਫੇਸਬੁੱਕ ਦਾ ਤਾਂ ਛੱਡੋ, ਉਹ ਤਾਂ ਬਿਲਕੁਲ ਹੀ ਇੰਡੀਆ ਦੀ ਐਕਸਟੈਂਸ਼ਨ ਬਣ ਗਿਆ। ਜ਼ਰਕਸਬਰਗ ਔਰ ਉਹਨਾਂ ਦੀ ਜਿਹੜੀ ਇੰਡੀਅਨ ਚੈਪਟਰ ਦੀ ਹੈੱਡ ਸੀ, ਉਸ ਨੇ ਵੀ ਕਿਵੇਂ ਜਿਹੜੇ ਵਿਰੋਧੀਆਂ ਦੇ ਅਕਾਊਂਟ ਬੰਦ ਕਰਾਏ ਔਰ ਜਿਹੜੇ ਨਫ਼ਰਤ ਫੈਲਾਉਣ ਵਾਲੇ ਸੀ ਕਿ ਮੁਸਲਮਾਨਾਂ ਦੀ ਨਸਲਕੁਸ਼ੀ ਕਰੋ ਔਰ ਦੂਜਾ ਉਹਨਾਂ ਨੂੰ ਪ੍ਰਮੋਟ ਕੀਤਾ। ਉਸ ਦੀ ਅਸੀਂ ਜ਼ਿਕਰ ਨਹੀਂ ਕਰ ਰਹੇ, ਅਸੀਂ ਤਾਂ ਟਵਿੱਟਰ ਜਾਂ ਐਕਸ ਦੇ ਹਵਾਲੇ ਨਾਲ ਗੱਲ ਕਰ ਰਹੇ। ਹੁਣ ਇਲੈਕਸ਼ਨ ਦਾ ਦੌਰ ਚੱਲ ਰਿਹਾ ਭਾਰਤ ਦੇ ਵਿੱਚ, ਆਲਰੇਡੀ 2 ਦਿਨ ਬਾਅਦ 100 ਤੋਂ ਜ਼ਿਆਦਾ ਸੀਟਾਂ ਦੀਆਂ ਵੋਟਾਂ ਪੈਣੀਆਂ ਨੇ ਔਰ ਇਹ ਗੱਲ ਸਾਹਮਣੇ ਆਈ ਕਿ ਬਈ ਇਲੈਕਸ਼ਨ ਕਮਿਸ਼ਨ ਨੇ ਇੰਡੀਆ ਦੇ ਨੇ 4 ਟਵੀਟ ਜਾਂ ਐਕਸ ਜਿਹੜੇ ਨੇ ਉਹਨਾਂ ਨੂੰ ਰਿਕਮੈਂਡ ਕੀਤਾ ਐਲਨ ਮਸਕ ਦੇ ਇਸ ਐਕਸ ਨੂੰ ਕਿ ਜੀ ਉਹਨਾਂ ਨੂੰ ਦੇ ਉੱਤੇ ਪਾਬੰਦੀ ਲਾਓ, ਜਿਹੜੇ ਕਿ ਇਲੈਕਟਰਲ ਬੌਂਡਸ ਦੇ ਉੱਤੇ ਸੀ, ਜੋ ਭਾਰਤ ਦੇ ਵਿੱਚ ਜਿੰਨਾ ਵੱਡਾ, ਜੇ ਕੱਲਾ ਇਹ ਇੰਡੀਆ ਦੇ 77 ਸਾਲਾਂ ਦੇ ਇਤਿਹਾਸ ਦਾ ਹੀ ਸਭ ਤੋਂ ਵੱਡਾ ਸਕੈਂਡਲ ਨਹੀਂ ਹੈ, ਦੁਨੀਆ ਦੇ ਵੱਡੇ ਸਕੈਂਡਲਸ ਦੇ ਵਿੱਚ ਹੋਏਗਾ ਜੇ ਕਦੇ ਕੋਈ ਇੰਡੀਪੈਂਡੈਂਟ ਇਸ ਕਿਸਮ ਦੀ ਇਨਵੈਸਟੀਗੇਸ਼ਨ ਹੋਈ। ਹੁਣ ਉਹ ਇਲੈਕਟਰਲ ਬੌਂਡਸ ਨੂੰ ਜਦੋਂ ਚੈਲੰਜ ਕੀਤਾ ਗਿਆ ਤੇ ਇੰਡੀਅਨ ਗਵਰਨਮੈਂਟ ਚੋਣ ਕਮਿਸ਼ਨ ਨੇ ਇਹਨਾਂ ਨੂੰ ਕਿਹਾ ਕਿ ਜੀ ਕਰੋ, ਔਰ ਇਹਨੇ ਐਲਨ ਮਸਕ ਨੇ ਉਹ ਕੱਢਤੇ, ਬਲੌਕ ਕਰਤੇ। ਨਾਲ ਹੀ ਕਿਹਾ ਜੀ ਕਿਉਂਕਿ ਅਸੀਂ ਅਬਾਈਡ ਬਾਈ ਦਾ ਲਾ ਕਰਦੇ ਹਾਂ, ਇੰਡੀਆ ਨੇ ਲਾ ਇਸ ਕਿਸਮ ਦੇ ਬਣਾਏ। ਜਦੋਂ ਕਿਸਾਨ ਮੂਵਮੈਂਟ ਵੇਲੇ ਇਹਨੇ ਗਾਇਬ ਕੀਤੇ ਜਾਂ ਦੂਜਾ ਉਹਨੂੰ ਪੁੱਛਿਆ ਗਿਆ ਸੀ ਕਿ ਬਈ ਤੂੰ ਤਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕਰਦਾ ਸੀ, ਉਹਨੇ ਕਿਹਾ ਜੀ ਅਸੀਂ ਆਪਣੇ ਜਿਹੜਾ ਬੰਦਿਆਂ ਨੂੰ ਜੇਲ੍ਹ ਥੋੜੀ ਭਜਵਾਉਣਾ ਜਾਂ ਅਸੀਂ ਉੱਥੇ ਬੰਦ ਥੋੜੀ ਕਰਵਾਉਣਾ। ਗਰੀਡ ਕਿ ਵੀ ਪੈਸੇ ਦੇ ਲਈ ਤੁਸੀਂ ਕੁਝ ਵੀ ਕਰਨ ਨੂੰ ਤਿਆਰ ਹੋ। ਹੁਣ ਜਦੋਂ ਆ 4 ਅਕਾਊਂਟ ਪਿਛਲੇ ਦਿਨਾਂ 'ਚ ਹੀ ਬੰਦ ਕੀਤੇ, ਪਿਛਲੇ 2-3 ਦਿਨਾਂ ਦੀ ਇਹ ਕਹਾਣੀ ਹੈ, ਔਰ ਨਾਲ ਦੀ ਨਾਲ ਜਿਹੜਾ ਇਹਨੇ ਜਿਹੜਾ ਐਕਸ ਦੇ ਉੱਤੇ ਕਿਹਾ ਕਿ ਜੀ ਇਹ ਸਾਨੂੰ ਮਜਬੂਰ ਕੀਤਾ ਗਿਆ, ਹਾਲਾਂ ਅਸੀਂ ਇਹਦੇ ਹੱਕ 'ਚ ਨਹੀਂ ਹੈ ਕਿ ਅਸੀਂ ਨਹੀਂ ਸੀ ਕਰਨਾ ਚਾਹੁੰਦੇ ਪਰ ਸਾਡੀ ਮਜਬੂਰੀ ਹੈ। ਹੁਣ ਇਹ ਚੰਗੀ ਤੁਹਾਡੀ ਮਜਬੂਰੀ ਹੈ, ਤੁਸੀਂ ਅਬਾਈਡ ਬਾਈ ਵੀ ਕਰ ਰਹੇ ਹੋ ਇੰਡੀਅਨ ਗਵਰਨਮੈਂਟ ਦੇ ਡਿਕਟੇਟਰਾਨਾ ਪਾਰਟ ਤੋਂ, ਲੇਕਿਨ ਗਰੀਡ ਦੇ ਥੱਲੇ ਤੁਹਾਨੂੰ ਇਹ ਹੈ ਕਿ ਵੀ ਤੁਹਾਡਾ ਇਹ ਸੌਦਾ ਉੱਥੇ ਵਿਕਦਾ ਵੀ ਰਹੇ ਔਰ ਤੁਸੀਂ ਉਹਨਾਂ ਦੀ ਨਫ਼ਰਤ ਵੀ ਜਿਹੜੀ ਹੈ ਪਰੋਸਦੇ ਰਹੋ। ਉਸ ਨਫ਼ਰਤ ਨੂੰ ਚੈਲੰਜ ਕਰਨ ਵਾਲਿਆਂ ਨੂੰ ਤੁਸੀਂ ਬਲੌਕ ਕਰੋ। ਚਲੋ ਇਹ ਵੀ ਸਮਝ ਆਇਆ ਦੂਜਾ, ਪਰ ਕਿਸ ਹੱਦ ਤੱਕ ਇਸ ਗਰੀਡ ਨੇ ਜਾਂ ਦੂਸਰੇ ਨੇ ਪਹੁੰਚਾ ਦਿੱਤਾ ਹੈ। ਔਰ ਮੈਂ ਸ਼ਾਇਦ ਇਹਦਾ ਨੋਟਿਸ ਵੀ ਨਾ ਲੈਂਦਾ, ਅੱਜ ਦੀ ਪ੍ਰੋਮੀਨੈਂਟ ਖਬਰਾਂ 'ਚੋਂ ਇਹ ਹੈ US reacts to Elon Musk's backing permanent seat for India remark। ਹੁਣ ਐਲਨ ਮਸਕ ਪਿਛਲੇ ਦਿਨਾਂ 'ਚ ਇਹਨੇ ਕੋਈ ਇੰਟਰਵਿਊ ਦਿੱਤਾ ਜਾਂ ਟਵੀਟ ਆਪਣਾ ਹੀ ਕੀਤਾ, ਉਹਦੇ 'ਚ ਉਹਨੇ ਜਿਹੜੇ ਲਫ਼ਜ਼ ਕਹੇ, ਇਹਨੇ ਪੋਸਟ ਉਹਨੇ ਆਪਣੇ ਐਕਸ ਦੇ ਉੱਤੇ ਪਾਈ, ਐਟ ਸਮ ਪੁਆਇੰਟ, ਇਹ ਕੋਟ ਅਨਕੋਟ ਹੈ, ਐਟ ਸਮ ਪੁਆਇੰਟ there needs to be a revision of the UN bodies। Problem is that those with excess power don't want to give it up। India not having Security Council ਮੈਂਬਰੀ ਦਾ ਕੀ ਦੇ ਰਿਹਾ ਕਿ ਦੁਨੀਆ ਦੀ ਸਭ ਤੋਂ ਪੋਪੂਲਸ ਕੰਟਰੀ ਹੈ, ਸਭ ਤੋਂ ਜ਼ਿਆਦਾ ਆਬਾਦੀ ਹੈ, ਫਿਰ ਤਾਂ ਇੱਕ ਸੀਟ ਚੂਹਿਆਂ ਦੀ ਰੱਖੋ, ਇੱਕ ਖਰਗੋਸ਼ਾਂ ਦੀ ਰੱਖੋ। ਰੈਟਸ ਰੈਬਿਟਸ ਕਿੰਨੀ ਫਾਸਟ ਬਰੀਡ ਕਰਦੇ ਨੇ, ਜੇ ਇਹੀ ਕ੍ਰਾਈਟੇਰੀਆ ਹੈ। ਹੁਣ ਪਰ ਜਦੋਂ ਤੁਸੀਂ ਵਿਕਿਆ ਹੋਇਆਂ ਦੀ ਗੱਲ ਕਰਦੇ ਹੋ ਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਐਲਨ ਮਸਕ ਮੈਂ ਆਪਣੇ ਉਹ ਉੱਥੇ ਕਸਟਮਰ ਬੇਸ ਨੂੰ ਬਚਾਉਣ ਦੇ ਲਈ ਕਰ ਰਿਹਾ, ਇਹਨੂੰ ਹਾਇਰ ਕੀਤਾ ਹੋਇਆ ਇੰਡੀਆ ਨੇ, ਇਹਨੂੰ ਪਤਾ ਨਹੀਂ ਕਿੰਨੇ ਮਿਲੀਅਨ ਦਿੱਤੇ ਹੋਣਗੇ, ਗਰੀਡੀ ਬੰਦਾ, ਭੁੱਖਾ ਬੰਦਾ, ਔਰ
ਇਹ ਕਰ ਰਿਹਾ ਕਿ ਜੀ ਕਿਉਂਕਿ ਇੰਡੀਆ ਮੋਸਟ ਪੋਪੂਲਸ ਕੰਟਰੀ ਹੈ, ਇਹਨੂੰ ਸਿਕਿਉਰਿਟੀ ਕਾਉਂਸਲ 'ਚ ਸੀਟ ਮਿਲਣੀ ਚਾਹੀਦੀ, ਇਹਨੂੰ ਨਾ ਮਿਲਣੀ ਬੜੀ ਐਬਸਰਡ ਹੈ। ਐਬਸਰਡ ਗਾਲ ਵਾਂਗ ਹੁੰਦਾ ਹੈ ਕਿ ਇੰਡੀਆ ਨੂੰ ਇਹ ਨਾ ਦੇਣਾ। ਹੁਣ ਇਹ ਸਵਾਲ ਕੱਲਾ ਇਹੀ ਨਹੀਂ, ਜੇ ਤੁਸੀਂ ਐਲਨ ਮਸਕ ਦਾ ਇਹ ਦੇਖਦੇ ਹੋ, ਹੁਣ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ 2024 ਦੀਆਂ ਇਲੈਕਸ਼ਨਾਂ ਲਈ। ਹਾਲਾਂਕਿ ਉਹਨਾਂ ਨੇ ਮੈਨੀਫੈਸਟੋ ਵੀ ਨਹੀਂ ਕਿਹਾ, ਉਹਨੇ ਕਿਹਾ ਮੋਦੀ ਕੀ ਗਾਰੰਟੀ। ਹੁਣ ਆਲਰੇਡੀ ਇਹੀ ਨਹੀਂ ਕਿ ਵੀ ਵਨ ਪਾਰਟੀ ਰੂਲ ਹੈ, ਵਨ ਮੈਨ, ਤਾਨਾਸ਼ਾਹ ਦਾ ਨਾਂ ਵੀ ਹੁਣ ਨਹੀਂ ਤਾਂ ਪਾਰਟੀ ਦਾ ਮੈਨੀਫੈਸਟੋ ਹੁੰਦਾ। ਕਾਂਗਰਸ ਨੇ ਆਪਣਾ ਮੈਨੀਫੈਸਟੋ ਦਿੱਤਾ ਜੀ ਸਾਡੇ ਕੋਲ ਪਾਵਰ ਆਈ, ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦਿਆਂਗੇ, ਅਸੀਂ ਜਿਹੜੀ ਅਗਨੀਵੀਰ ਸਕੀਮ ਹੈ ਇਹਨੂੰ ਕੈਂਸਲ ਕਰਾਂਗੇ। ਇੱਥੇ ਮੋਦੀ ਕੀ ਗਾਰੰਟੀ। ਔਰ ਉਹਦੇ ਚ ਮੈਨੀਫੈਸਟੋ ਦੇ ਵਿੱਚ ਬੀਜੇਪੀ ਕਹਿ ਰਹੀ ਹੈ ਵੀ ਆਰ ਕਮਿਟਡ ਟੂ ਸੀਕਿੰਗ ਪਰਮਾਨੈਂਟ ਮੈਂਬਰਸ਼ਿਪ ਇਨ ਦਾ UN ਸਿਕਿਉਰਿਟੀ ਕਾਉਂਸਲ ਟੂ ਐਲੀਵੇਟ ਭਾਰਤਸ ਪੋਜੀਸ਼ਨ ਇਨ ਗਲੋਬਲ ਡਿਸੀਜਨ ਮੇਕਿੰਗ। ਕਿ ਜੀ ਅਸੀਂ ਦੁਨੀਆ ਦੇ ਵਿੱਚ ਸੁਪਰ ਪਾਵਰ ਹੁਣ ਬਣ ਗਏ, ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ UN ਸਿਕਿਉਰਿਟੀ ਕਾਉਂਸਲ ਦੇ ਵਿੱਚ, ਹਾਲਾਂ ਸਭ ਫਰਾਡ ਕਰ ਰਹੇ ਨੇ, ਉਹ ਵੀ ਫਰਾਡ ਮੰਗ ਰਹੇ ਨੇ, ਐਲਨ ਮਸਕ ਵੀ ਫਰਾਡ ਦੀ ਬੈਕਿੰਗ ਕਰ ਰਿਹਾ। ਹਰ ਇੱਕ ਨੂੰ ਪਤਾ ਹੈ ਕਿ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਕੋਈ ਵੀ ਪਰਮਾਨੈਂਟ ਮੈਂਬਰ ਦੀ ਐਂਟਰੀ ਪੰਜਾਂ ਹੀ ਜਿਹੜੀਆਂ ਵੀਟੋ ਵੀਲਡਿੰਗ ਪਾਵਰਸ ਨੇ, ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ ਔਰ UK, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਚਾਈਨਾ ਜਿਸ ਨੂੰ ਜਿਹੜਾ ਇਹ ਟੈਂਟਰ ਹੁੱਕ ਤੇ ਰੱਖਿਆ ਹੋਇਆ ਇੰਡੀਆ ਨੇ, ਦੂਜੀ ਖੇਡ ਖੇਡਦੇ ਆ, ਉਹ ਇੰਡੀਆ ਨੂੰ UN ਸਿਕਿਉਰਿਟੀ ਕਾਉਂਸਲ 'ਚ ਵੜਨ ਦੇਗਾ। ਜੇ ਵੜ ਵੀ ਜਾਂਦੇ ਨੇ 15 ਚ ਕੁਝ ਪਰਮਾਨੈਂਟ ਮੈਂਬਰ ਲੈ ਵੀ ਲੈਂਦੇ ਨੇ, ਜਿਹੜੀ ਇੱਕ ਰਿਫਾਰਮ ਪ੍ਰਪੋਜ਼ਲ ਹੈ, ਨਾਟ ਦਾ ਵੀਟੋ ਵੀਲਡਿੰਗ। ਹੁਣ ਇਸ ਸਾਰੇ ਦੇ ਬਾਵਜੂਦ ਜੇ ਤੁਸੀਂ ਧੋਖਾ ਹੀ ਦੇਣਾ ਹੈ, ਕਿਉਂਕਿ ਐਲਨ ਮਸਕ ਉਹਨਾਂ ਦਾ ਲੌਬਿਸਟ ਬਣਿਆ, ਪੈਸੇ ਖਾ ਰਿਹਾ ਉਹਨਾਂ ਤੋਂ, ਉਹਨਾਂ ਦੀ ਗੱਲ ਕਰ ਰਿਹਾ। ਬੀਜੇਪੀ ਝੂਠ ਪਰੋਸ ਰਹੀ ਹੈ, ਜਿਵੇਂ ਮੋਦੀ ਝੂਠ ਪਰੋਸ ਰਿਹਾ ਇਲੈਕਟਰਲ ਬੌਂਡਸ ਬਾਰੇ, ਕਹਿੰਦਾ ਬਹੁਤ ਪਵਿੱਤਰ ਆਈਡੀਆ ਸੀ ਇਹ ਸਮਝ ਨਹੀਂ ਆਇਆ ਔਰ ਹੁਣ ਇਹਦਾ ਜੋ ਸਭ ਪਛਤਾਣਗੇ। ਹੁਣ ਇਸ ਦੇ ਉੱਤੇ ਇਹ ਗੱਲ ਇੱਥੇ ਤੱਕ ਪਹੁੰਚੀ ਕਿ ਵੀ US ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨੂੰ ਇਹ ਸਵਾਲ ਪੁੱਛਿਆ ਗਿਆ, when asked about Tesla CEO Elon Musk's statement regarding India's lack of permanent seat at the UNSC, ਉਹਨੇ ਕਿਹਾ the president has spoken about this before in his remarks to the UN General Assembly and the secretary has alluded to this as well. We certainly support reforms to the UN institutions, including the Security Council, to make it reflective of 21st century world that we live in. I don't have any specifics to offer on what those steps are, but certainly we recognize that there is a need for reform, but I'll leave it at that for now. ਉਹਨੇ ਗੋਲਮੋਲ ਜਿਵੇਂ ਸਪੋਕਸਮੈਨ ਉਹਨੇ ਕਿਹਾ ਜੀ ਅਸੀਂ, ਸਾਡਾ ਪ੍ਰੈਜ਼ੀਡੈਂਟ ਪਹਿਲਾਂ UN 'ਚ ਕਹਿ ਚੁੱਕਾ ਹੈ ਕਿ ਵਾਕਿਆ ਹੀ ਰਿਫਾਰਮ ਹੋਣਾ ਚਾਹੀਦਾ। ਔਰ ਪਰ ਮਤਲਬ ਇੱਕ ਪਾਸੇ ਬ੍ਰਾਹਮਣ ਜਿਹੜਾ ਹੈ ਉਹ 2024 ਚ ਮੋਦੀ ਐਂਡ ਕੰਪਨੀ ਕਹਿ ਰਹੀ ਹੈ ਕਿ ਅਬ ਕੀ ਬਾਰ 400 ਪਾਰ, ਤਾਂ ਕਿ ਜਿਹੜਾ ਉਹ ਕਨਸਟੀਟਿਊਸ਼ਨ ਨੂੰ ਬਦਲ ਸਕਣ, 2/3 ਮੈਜੋਰਿਟੀ ਚਾਹੀਦੀ ਹੈ ਔਰ ਮਨੂ ਸਮ੍ਰਿਤੀ ਨੂੰ ਲੈ ਆਉਣ ਕਨਸਟੀਟਿਊਸ਼ਨ। ਸੋ ਜੇ ਉੱਥੇ ਉਹਨਾਂ ਨੂੰ ਈਵਨ ਆ ਸ਼ੂਦਰਾਂ ਨੂੰ ਜਾਂ ਬੈਕਵਰਡ ਕਲਾਸਿਸ ਜਾਂ OBC ਜਾਂ ਮਾਈਨੋਰਟੀਜ਼ ਨੂੰ ਦਿੱਤਾ ਵੋਟਾਂ ਦਾ ਹੱਕ ਵੀ ਚੁੱਭਦਾ ਹੈ ਵੀ ਉਹ ਬ੍ਰਾਹਮਣ ਦੇ ਕੋਲ ਰੱਖਣਾ, ਤੇ ਉਹ ਉੱਥੋਂ ਵਾਲੇ ਐਲਨ ਮਸਕ ਵਰਗੇ ਗਰੀਡੀ ਪਿਗ ਨੂੰ ਅੱਗੇ ਕਰਕੇ ਚਾਹੁੰਦੇ ਨੇ ਕਿ ਵੀ UN ਸਿਕਿਉਰਿਟੀ ਕਾਉਂਸਲ 'ਚ ਜਿਹੜਾ ਸ਼ੂਦਰ ਹੈ ਉਹ ਬ੍ਰਾਹਮਣ ਦੇ ਨਾਲ ਬਹਿ ਜਾਏ। ਇਹ ਬ੍ਰਾਹਮਣ ਕਿਉਂ ਛੱਡਣਗੇ ਜੀ ਆਪਣੀ ਪੋਜੀਸ਼ਨ? ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਹੁਣ ਅੱਜ ਹੀ ਸਾਡੇ ਬਹੁਤ ਸਾਰੇ ਵੀਰਾਂ ਦੀ ਕਾਲ ਵੀ ਆਈ, ਕਿਉਂਕਿ ਹੁਣ ਫੇਸਬੁੱਕ ਤੇ ਅਸੀਂ ਗਾਇਬ ਹੈ, ਤੇ ਮੈਂ ਕਿਹਾ ਵੀ ਅਸੀਂ ਕੀ ਕਰ ਸਕਦੇ ਕਿ ਵੀ ਜਦੋਂ ਤੁਸੀਂ ਹੁਣ ਇੱਕ ਪਾਸੇ ਦਾ ਹੁੰਦਾ ਸੀ ਜੀ ਕਿ ਆਰਟੀਫੀਸ਼ੀਅਲ ਓਪੀਨੀਅਨ ਕ੍ਰੀਏਟ ਕੀਤਾ, ਤੁਹਾਨੂੰ ਇੱਕ ਥਾਂ ਤੋਂ ਕੀਤਾ, ਚਲੋ ਵਿਦਨ ਇੰਡੀਆ ਕੁਝ ਚੱਲ ਜਾਂਦਾ ਸੀ, ਜਦੋਂ ਬਾਹਰ ਤੁਹਾਡੀ ਆਵਾਜ਼ ਨਹੀਂ। ਔਰ ਇਸ ਲੈਵਲ ਦੇ ਲੋਕ ਜਿਹੜੇ ਨੇ ਇਹ ਮੰਨਦਿਆਂ ਹੋਇਆਂ ਕਿ ਰਿਪਰੈਸਿਵ ਰਜੀਮ ਦੇ ਸਾਹਮਣੇ ਪੈਸੇ ਦੀ ਗਰੀਡ ਕਰਕੇ ਝੁਕੇ ਹੋਏ ਨੇ, ਬਾਹਰ ਉਹਨਾਂ ਦੇ ਐਡਵੋਕੇਟ ਬਣੇ ਹੋਏ ਨੇ। ਸੋ ਇਹ ਦੁਨੀਆ ਕਿਸ ਪਾਸੇ ਜਾ ਰਹੀ ਹੈ ਇਹ ਤਾਂ ਸਤਿਗੁਰੂ ਜਾਣਦਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਇਹ ਜਿਹੜੀ ਗਰੀਡ ਹੈ ਇਹ ਹੀ ਇੱਕ ਵੱਡੀ ਡਰਾਈਵਿੰਗ ਫੋਰਸ ਅੱਜ ਦੀ ਸੋਸਾਇਟੀ ਦੀ ਬਣੀ ਹੋਈ ਹੈ। ਜੀ ਰਾਜਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨਾਲ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जी, वाहिगुरु जी का खालसा वाहिगुरु जी की फतेह। गुर संगत कीनी खालसा मन मुखी दुहेला, वाह वाह गोबिंद सिंह आपे गुर चेला। खालसे ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਤੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟਿਸ਼ ਹਾਊਸ ਆਫ ਲਾਰਡਸ ਵਿੱਚ ਮਨੀਪੁਰ ਵਿੱਚ ਈਸਾਈਆਂ ਦੀ ਪਰਸੀਕਿਊਸ਼ਨ ਨੂੰ ਲੈ ਕੇ ਸਵਾਲ ਚੱਕੇ ਗਏ। ਇਸ ਦੌਰਾਨ ਲਾਰਡ ਇੰਦਰਜੀਤ ਸਿੰਘ ਨੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਵੀ ਚੱਕਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਨਰਿੰਦਰ ਮੋਦੀ ਜੂਨ 18-19 ਤੋਂ 22 ਤੱਕ 2023 ਵਰੇ 'ਚ ਵਾਈਟ ਹਾਊਸ ਬਾਈਡਨ ਨਾਲ ਮਿਲ ਰਿਹਾ ਸੀ, ਅਮਰੀਕਾ ਦੇ 4 ਰੋਜ਼ਾ ਦੌਰੇ ਤੇ ਸੀ। ਇਹ ਉਹ ਪੀਰੀਅਡ ਸੀ ਕਿ 400 ਤੋਂ ਜ਼ਿਆਦਾ ਚਰਚ ਜਿਹੜੇ ਨੇ ਮਨੀਪੁਰ 'ਚ ਡਿਸਟਰੋਏ ਕੀਤੇ ਜਾ ਚੁੱਕੇ ਸੀ। ਹਜ਼ਾਰਾਂ ਦੀ ਗਿਣਤੀ 'ਚ ਜਿਹੜਾ ਕੁੱਕੀ ਕਬੀਲਾ ਈਸਾਈਅਤ ਨੂੰ ਮੰਨਣ ਵਾਲਾ ਹੈ, ਉਹਨਾਂ ਨੂੰ ਬਿਲਕੁਲ ਮੋਰੀਬੰਦ ਕੀਤਾ ਹੋਇਆ ਸੀ। ਕਿੰਨੀਆਂ ਕਿਲਿੰਗਸ ਹੋਈਆਂ, ਕਿੰਨੇ ਰੇਪ ਹੋਏ ਜਾਂ ਦੂਜੇ, ਇਹ ਇਨਫੋਰਮੇਸ਼ਨ ਤਾਂ ਦਬਾਈ ਹੋਈ ਸੀ। ਹੁਣ ਵੀ, ਕਿਉਂਕਿ ਅਸੀਂ ਜੂਨ ਦੀ ਗੱਲ ਕਰ ਰਹੇ ਹਾਂ, ਵਾਪਸ ਜੂਨ ਆਉਣ ਵਾਲਾ ਸਾਲ ਹੋ ਗਿਆ, ਨਾ ਪ੍ਰਾਈਮ ਮਿਨਿਸਟਰ ਮਨੀਪੁਰ ਗਿਆ, ਨਾ ਹੋਮ ਮਿਨਿਸਟਰ ਗਿਆ, ਨਾ ਦੁਨੀਆ ਨੂੰ ਕੀ ਪਤਾ ਕੀ ਹੈ। ਲੇਕਿਨ ਕਿਉਂਕਿ ਯੂਰਪੀਅਨ ਪਾਰਲੀਮੈਂਟ ਦੇ ਵਿੱਚ, ਇਕੱਲਾ UK ਦੀ ਨਹੀਂ, ਯੂਰਪੀਅਨ ਪਾਰਲੀਮੈਂਟ 'ਚ ਵੀ ਮੋਦੀ ਦੇ ਉਸ ਪੀਰੀਅਡ ਤੋਂ ਪਹਿਲਾਂ ਮਨੀਪੁਰ 'ਚ ਉਹਨਾਂ ਦਾ ਇੰਟਰਸਟ ਰਿਹਾ, ਕਿਉਂਕਿ ਇੱਕ ਬਾਡੀ ਹੈ ਜਿਹੜੀ ਖਾਸ ਤੌਰ 'ਤੇ ਇਸ ਦੇ ਉੱਤੇ ਕੰਮ ਕਰਦੀ ਹੈ, ਜਿਹਦੇ 78 ਦੇਸ਼ ਮੈਂਬਰ ਨੇ। ਉਹਨਾਂ ਨੇ ਇਸ ਦੇ ਉੱਤੇ ਰਿਪੋਰਟ ਜਾਰੀ ਕੀਤੀ ਸੀ। ਔਰ ਹੁਣ ਵੀ ਕਿਉਂਕਿ ਉੱਥੇ ਕੀ ਚੱਲ ਰਿਹਾ, ਕੋਈ ਇਲੈਕਸ਼ਨ ਇਸ਼ੂ ਜਾਂ ਕੋਈ ਕੁਛ ਨਹੀਂ ਹੈ, ਜੇ ਕਿਸੇ ਨੇ ਉੱਥੇ ਜਾਣ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੂੰ ਮੋੜ ਦਿੱਤਾ ਜਾਂਦਾ ਹੈ। ਸੋ ਇਸ ਦੇ ਉੱਤੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਹਾਊਸ ਆਫ ਲਾਰਡਸ ਦੇ ਵਿੱਚ ਬੀਤੇ ਕੱਲ੍ਹ ਹੀ ਕਾਫੀ ਲਾਈਵਲੀ ਡਿਬੇਟ ਹੋਈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਦੱਸ ਦਈਏ ਕਿ ਜਿਹੜੀਆਂ ਅਚੀਵਮੈਂਟਸ ਸਾਡੀਆਂ ਇੰਟਰਨੈਸ਼ਨਲ ਲੈਵਲ 'ਤੇ ਸਿੱਖ ਡਾਇਸਪੋਰਾ ਦੇ ਐਫਰਟ ਨਾਲ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਖਾਸ ਤੌਰ 'ਤੇ 5 ਆਈਜ਼ ਕੰਟਰੀਜ਼, ਉਹਨਾਂ ਦੀਆਂ ਖਾਸ ਤੌਰ 'ਤੇ ਫੈਡਰਲ ਲੈਵਲ ਦੀਆਂ ਏਜੰਸੀਆਂ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਵੀ ਔਰ ਫੋਰਨ ਇੰਟਰਫੇਰੈਂਸ ਜਿਹੜੀ ਮੁਲਕਾਂ ਦੀ ਹੈ, ਉਸ ਦੇ ਉੱਤੇ ਉਹਨਾਂ ਨੇ ਕਾਫੀ ਜਿਹੜਾ ਉਹ ਅਲਰਟਨੈਸ ਦਿਖਾਈ ਹੈ। ਉਹ ਸਿੱਖ ਨੁਮਾਇੰਦਿਆਂ ਦੇ ਨਾਲ ਵੱਖ-ਵੱਖ ਲੈਵਲ ਦੇ ਉੱਤੇ ਮਿਲ ਰਹੇ ਨੇ। ਖਾਲਿਸਤਾਨ ਦੇ ਮੁੱਦੇ 'ਚ ਵੀ ਉਹਨਾਂ ਦੀ ਦਿਲਚਸਪੀ ਹੈ। ਕੈਨੇਡਾ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜੀ ਪਬਲਿਕ ਜਿਹੜੀ ਹੈ ਇਸ ਦੇ ਉੱਤੇ ਇੱਕ ਪੂਰਾ ਕਮਿਸ਼ਨ ਕੈਨੇਡਾ ਗਵਰਨਮੈਂਟ ਨੇ ਬਣਾਇਆ ਔਰ ਉਸ ਦੀ ਚੱਲ ਰਹੀ ਹੈ ਸੁਣਵਾਈ। ਔਰ ਈਵਨ
ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 3 ਘੰਟੇ ਆ ਕੇ ਉਸ ਕਮਿਸ਼ਨ ਦੇ ਸਾਹਮਣੇ ਟੈਸਟੀਫਾਈ ਕੀਤਾ ਔਰ ਖੁੱਲੇ ਤੌਰ ਤੇ ਕਿਹਾ ਵੀ ਕਿਵੇਂ ਪ੍ਰੀਵੀਅਸ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਸੀ ਉਹ ਕੋਜ਼ੀ ਸੀ ਮੋਦੀ ਗਵਰਨਮੈਂਟ ਨਾਲ। ਅਸੀਂ ਮਾਈਨੋਰਟੀਜ਼ ਦੇ ਹੱਕਾਂ ਲਈ ਖੜੇ ਹਾਂ, ਕੈਨੇਡੀਅਨ ਸਿਟੀਜ਼ਨਸ ਦੇ ਹੱਕਾਂ ਲਈ ਖੜੇ ਹਾਂ ਔਰ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। ਔਰ ਉਹਨਾਂ ਨੇ ਆਪਣਾ ਡਿਪਲੋਮੈਟਿਕ ਜਿਹੜੇ ਉਹਨਾਂ ਦੇ ਕੌਂਸੂਲੇਟ ਔਰ ਹਾਈ ਕਮਿਸ਼ਨ ਨੇ ਉਹਨਾਂ ਜਿਹੜਾ ਇੰਡੀਅਨ ਸਟਾਫ 100 ਤੋਂ ਜ਼ਿਆਦਾ ਪਿਛਲੇ ਹਫਤੇ ਦੇ ਵਿੱਚ ਹੀ ਉਹਨੂੰ ਹਟਾਇਆ। ਹੁਣ ਇਸ ਦਾ ਇੰਪੈਕਟ ਅਸੀਂ ਈਵਨ ਆਸਟ੍ਰੇਲੀਆ 'ਚ ਵੀ ਦੇਖ ਰਹੇ ਹਾਂ। ਆਸਟ੍ਰੇਲੀਆ 'ਚ ਵੀ ਬੀਤੇ ਕੱਲ੍ਹ ਇੱਕ ਹਾਈ ਲੈਵਲ ਸਿੱਖ ਡੈਲੀਗੇਸ਼ਨ ਜਿਨ੍ਹਾਂ ਨੇ ਪੂਰੀ ਆਲਮੋਸਟ 2.5 ਘੰਟੇ ਦੀ ਆਪਣੀ ਪ੍ਰੈਜੈਂਟੇਸ਼ਨ ਜਿਸ ਦੇ ਵਿੱਚ ਉਹਨਾਂ ਦੇ ਜਿਹੜੀਆਂ ਅੱਡ-ਅੱਡ ਏਜੰਸੀਆਂ ਦੇ ਲੋਕ ਸ਼ਾਮਲ ਸੀ ਉਸ 'ਚ ਉਹਨਾਂ ਨੇ ਦੱਸਿਆ ਕਿ ਵੀ ਆਸਟ੍ਰੇਲੀਆ ਦੇ ਮਾਮਲੇ 'ਚ ਵੀ ਕਿਵੇਂ ਜਿਹੜੀ ਹੈ ਉਹ ਇੰਟਰਫੀਅਰੈਂਸ ਹੈ ਇੰਡੀਅਨ ਸਿਸਟਮ ਦੀ, ਕਿਵੇਂ ਮੰਦਰਾਂ 'ਚ ਇਹਨਾਂ ਨੇ ਖੁਦ ਹੀ ਜਿਹੜਾ ਉਹ ਗ੍ਰੈਫਿਟੀ ਔਰ ਦੂਜੀ ਲਿਖ ਕੇ ਉਹਨੂੰ ਵੈਂਡਲਾਈਜੇਸ਼ਨ ਦਾ ਨਾਂ ਦਿੱਤਾ, ਕਿਵੇਂ ਉਹਨਾਂ ਨੇ ਉੱਥੇ ਪ੍ਰਭਾਵਿਤ ਹੋ ਕੇ ਕਰਕੇ ਖਾਲਿਸਤਾਨ ਰੈਫਰੈਂਡਮ ਨੂੰ ਡਿਲੇ ਕੀਤਾ, ਕਿਵੇਂ ਉਹਨਾਂ ਦੇ ਹੂਲੀਗਨਸ ਜਿਹੜੇ ਨੇ ਉਹ ਅੱਡ-ਅੱਡ ਜਿਹੜੇ ਨੇ ਉਹ ਸਿੱਖ ਫੰਕਸ਼ਨਸ ਭਾਵੇਂ ਉਹ ਫਾਰਮਰਸ ਮੂਵਮੈਂਟ ਤੋਂ ਲੈ ਕੇ। ਸੋ ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ ਔਰ ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਈਵਨ ਨਿਊਜ਼ੀਲੈਂਡ 'ਚ ਵੀ ਇਸ ਮੁੱਦੇ ਤੇ ਗੱਲ ਤੁਰੇਗੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਸਾਰੇ ਸਿੱਖ ਨੁਮਾਇੰਦਿਆਂ ਨੂੰ ਜਿਹੜੇ ਮਿਹਨਤ ਕਰਦੇ ਨੇ, ਰਾਤਾਂ ਜਾਗਦੇ ਨੇ ਔਰ ਈਵਨ ਇਸ ਸਾਰੀ ਆਸਟ੍ਰੇਲੀਆ ਵਾਲੀ ਗੱਲਬਾਤ ਦੇ ਲਈ ਵੀ ਕਿੰਨੀ ਮਿਹਨਤ ਔਰ ਜਦੋਂ ਤੁਸੀਂ ਇੱਕ ਪ੍ਰੈਜੈਂਟੇਸ਼ਨ ਤਿਆਰ ਕਰਨੀ ਹੈ ਉਹਦੇ ਲਈ ਕਿੰਨੀਆਂ ਜਿਹੜੇ ਨੇ ਉਹ ਰਾਤਾਂ ਝਾਗਣ ਵਾਲੀ ਗੱਲ ਹੁੰਦੀ ਹੈ। ਇਹ ਸਾਰੇ ਦਾ ਔਰ ਇਸ ਦੇ ਉੱਤੇ ਅਸੀਂ ਜਿਹੜਾ ਹੈ ਜੋ ਕਿਉਂਕਿ ਬਹੁਤ ਸਾਰੀਆਂ ਇਹਨਾਂ ਮੀਟਿੰਗਸ ਦੀ ਕਾਰਵਾਈ ਆਫ ਕੈਮਰਾ ਹੁੰਦੀ ਹੈ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਕੰਮ ਇੱਕ ਲੈਵਲ ਤੇ ਨਹੀਂ ਹੋ ਰਿਹਾ, ਮਲਟੀਪਲ ਲੈਵਲਸ ਤੇ ਹੋ ਰਿਹਾ ਔਰ ਜਿੱਥੇ ਜਿੱਥੇ ਵੀ ਹੈ। ਔਰ ਇਹ ਜਿਹੜਾ ਸਿੱਖ ਡਾਇਸਪੋਰਾ ਦਾ ਰੋਲ ਹੈ ਔਰ ਖਾਸ ਤੌਰ ਤੇ ਲੌਬਿੰਗ ਔਰ ਵਿਦਨ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਹੀ ਨਹੀਂ ਜਿਹੜੀਆਂ ਇਹਨਾਂ ਦੀਆਂ ਪਾਲਿਸੀ ਮੇਕਿੰਗ ਏਜੰਸੀਜ਼ ਵੀ ਨੇ ਉਹਨਾਂ ਦੀ ਜੇ ਸਿੱਖਾਂ 'ਚ ਦਿਲਚਸਪੀ ਹੁੰਦੀ ਹੈ ਤੇ ਅਲਟੀਮੇਟਲੀ ਇਹ 5 ਆਈਜ਼ ਕੰਟਰੀਜ਼ ਹੀ ਨੇ ਜਿਨ੍ਹਾਂ ਨੇ ਖਾਲਿਸਤਾਨ ਦੀ ਕਾਇਮੀ ਦੇ ਲਈ ਸੈਂਟਰਲ ਰੋਲ ਅਦਾ ਕਰਨਾ। ਔਰ ਲੱਕੀਲੀ ਇਹ ਵੀ ਅਕਾਲ ਪੁਰਖ ਦੇ ਆਪਣੇ ਹੁਕਮ 'ਚ ਹੁੰਦਾ ਹੈ। ਹਾਲਾਂ ਦੇਸ਼ ਚਾਲ ਕਦੋਂ ਹੁੰਦੀ ਹੈ ਇਹ ਅਕਾਲ ਪੁਰਖ ਚਾਹੁੰਦਾ, ਲੇਕਿਨ ਜਿਹੜੀ ਸਿੱਖ ਡਾਇਸਪੋਰਾ ਦੀ ਆਲਮੋਸਟ 70% ਪਾਪੂਲੇਸ਼ਨ ਹੈ ਉਹ ਇਹਨਾਂ 5 ਆਈਜ਼ ਕੰਟਰੀਜ਼ ਦੇ ਵਿੱਚ ਹੀ ਆ ਕੇ ਬੈਠੀ ਹੈ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ। ਔਰ ਇਹੀ 5 ਆਈਜ਼ ਕੰਟਰੀਜ਼ ਨੇ ਜਿਨ੍ਹਾਂ ਦਾ ਡੈਮੋਕ੍ਰੈਟਿਕ ਸਿਸਟਮ ਸਿੱਖ ਵੈਲਿਊਜ਼ ਦੇ ਪੈਰਲਲ ਰਨ ਕਰਦਾ ਹੈ। ਇਹ ਵੀ ਸਾਡੇ ਲਈ ਇੱਕ ਖੁਸ਼ੀ ਦੀ ਗੱਲ ਹੈ। ਔਰ ਇਸ ਦੇ ਵਿੱਚ ਹਾਲਾਂ ਕੈਨੇਡਾ ਦੇ ਵਿੱਚ ਤਾਂ ਸਿੱਖ 19ਵੀਂ ਸਦੀ ਦੇ ਅਖੀਰ 'ਚ ਆਏ। ਮੈਂ ਉਹ ਆਸਟ੍ਰੇਲੀਅਨ ਨੌਜਵਾਨਾਂ ਦੀ ਪ੍ਰੈਜੈਂਟੇਸ਼ਨ ਦੇਖ ਰਿਹਾ ਸੀ 185 ਸਾਲ ਪਹਿਲਾਂ ਈਵਨ 1830-31 ਦੇ ਵਿੱਚ ਪਹਿਲੇ ਸਿੱਖ ਆਸਟ੍ਰੇਲੀਆ ਦੇ ਵਿੱਚ ਆਏ ਔਰ ਉਹਨਾਂ ਦੇ ਆਪਣਾ ਜਿਹੜਾ ਉਹਨਾਂ ਨੇ ਹੈਰੀਟੇਜ ਨੂੰ ਔਰ ਦੂਸਰਾ ਸੰਭਾਲਿਆ ਹੋਇਆ ਔਰ ਉਹਨਾਂ ਜ਼ਮਾਨਿਆਂ 'ਚ ਕਿਵੇਂ ਉਹ ਜਿਹੜਾ ਘੋੜਿਆਂ ਦੇ ਪਿੱਛੇ ਘੋੜਾ ਗੱਡੀ ਦੇ ਉੱਤੇ ਵਿਚਾਰੇ ਪਿੰਡਾਂ 'ਚ ਫਿਰ ਕੇ ਜਿਹੜਾ ਡੇਲੀ ਨੀਡਸ ਦੀਆਂ ਚੀਜ਼ਾਂ ਵੇਚਦੇ ਸੀ ਔਰ ਕਿਵੇਂ ਆਪਣੇ ਪਰਿਵਾਰਾਂ ਤੋਂ ਦੂਰ। ਪਰ ਉਹਨਾਂ ਦਾ ਰੈਪੂਟੇਸ਼ਨ ਉਹਨਾਂ ਦੀਆਂ ਜਨਰੇਸ਼ਨਾਂ ਜੇ ਤੁਸੀਂ 180 ਸਾਲ ਪਹਿਲਾਂ ਦੇ ਹੈਰੀਟੇਜ ਦੀ ਗੱਲ ਕਰਦੇ ਹੋ ਛੋਟੀ ਗੱਲ ਨਹੀਂ। ਤੇ ਅੱਜ ਉਹਨਾਂ ਦੇ ਡਿਸੈਂਡੈਂਟ ਔਰ ਖਾਸ ਤੌਰ ਤੇ ਜਿਹੜੀ ਵੱਡੀ ਮਾਈਗ੍ਰੇਸ਼ਨ ਹੁਣ ਸਟੂਡੈਂਟਸ ਦੀ ਹੋ ਰਹੀ ਹੈ ਉਹ ਇਸ ਹੱਦ ਤੱਕ ਪਹੁੰਚੇ ਨੇ ਕਿ ਉਹ ਬਰਾਬਰ ਉਹਨਾਂ ਦੇ ਜਿਹੜੀਆਂ ਏਜੰਸੀਜ਼ ਔਰ ਲਾ ਐਨਫੋਰਸਮੈਂਟ ਔਰ ਪਾਲਿਸੀ ਮੇਕਰਸ ਦੇ ਨਾਲ 1-to-1 ਗੁਫ਼ਤਗੂ ਕਰਦੇ ਨੇ। ਔਰ ਉਸ ਲੈਵਲ ਦੇ ਉੱਤੇ ਇਹ ਔਰ ਉਹ ਕੌਮ ਜਿਹਨੂੰ ਨੇਸਤੋ ਨਾਬੂਦ ਕਰਨ ਲਈ ਇਹਨਾਂ 4 ਸਦੀਆਂ ਦੇ ਵਿੱਚ 4 ਪਾਵਰਫੁਲ ਰਿਜੀਮਸ ਜਿਹੜੇ ਨੇ ਉਹ ਪੱਬਾਂ ਭਾਰ ਹੋਏ ਹੋਣ, ਇਹ ਛੋਟਾ ਇਹੀ ਕ੍ਰਿਸ਼ਮਾ ਹੈ। ਇਸ ਤੋਂ ਵੱਡਾ ਹੋਰ ਕੀ ਕ੍ਰਿਸ਼ਮਾ ਹੋ ਸਕਦਾ ਹੈ। ਸੋ ਇਸ ਸਾਰੇ ਦੇ ਚੱਲਦਿਆਂ ਈਵਨ ਅਮਰੀਕਾ ਦੇ ਵਿੱਚ ਵੀ ਕੱਲ ਇੱਕ ਵੱਡਾ ਮਾਰਕਾ ਹੋਰ ਅਰੀਜ਼ੋਨਾ, ਜਦੋਂ ਬਹੁਤ ਵਾਰ ਕੁਝ ਸਟੇਟਾਂ ਅਮਰੀਕਾ ਦੀਆਂ ਜਦੋਂ ਮੈਂ 80s ਦੇ ਵਿੱਚ ਆਇਆ ਤੇ ਜਿਨ੍ਹਾਂ ਬਾਰੇ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਕਿ ਕਦੇ ਉੱਥੇ ਵੀ ਜਾ ਕੇ ਸਿੱਖ ਰਹਿਣਗੇ ਕਿਉਂਕਿ ਐਕਸਟ੍ਰੀਮ ਜਿਨ੍ਹਾਂ ਨੂੰ ਰੈਡਨੈਕ ਸਟੇਟਸ ਕਹਿੰਦੇ ਨੇ, ਫਿਰ ਉਹਨਾਂ ਦੇ ਕਲਾਈਮੇਟ ਕੋਈ ਕਾਰੋਬਾਰੀ ਸਿਲਸਿਲਾ ਨਹੀਂ ਜਾਂ ਦੂਜਾ ਉਹਨਾਂ ਦੇ ਵਿਚਾਰ ਕੈਂਸਸ ਵੀ ਸੀ, ਓਕਲਹੋਮਾ ਵੀ ਸੀ, ਅਰੀਜ਼ੋਨਾ ਵੀ ਸੀ। ਅਰੀਜ਼ੋਨਾ ਯਾਦ ਕਰਦੇ ਆ ਤੁਹਾਨੂੰ ਸਹਾਰਾ ਡੈਜ਼ਰਟ ਯਾਦ ਆ ਜਾਂਦਾ ਹੈ ਜਾਂ ਰਾਜਸਥਾਨ ਬੀਕਾਨੇਰ ਯਾਦ ਆ ਜਾਂਦਾ। ਔਰ ਉਹਦੇ 'ਚ ਜੇ ਅਮਰੀਕਾ ਦੇ ਵਿੱਚ 9/11 ਤੋਂ ਬਾਅਦ ਪਹਿਲੀ ਕਿਲਿੰਗ ਵੀ ਹੋਈ ਹੇਟ ਕ੍ਰਾਈਮ ਜਿਹੜਾ ਜਸਪਾਲ ਸਿੰਘ ਦਾ ਤੇ ਉਹ ਮੈਸਾ ਅਰੀਜ਼ੋਨਾ ਦੇ ਵਿੱਚ ਹੀ ਹੋਇਆ। ਔਰ ਮੈਂ ਉਹਦੇ ਲਾਸਟ ਅੰਤਮ ਅਰਦਾਸ ਵੇਲੇ ਜਿਹੜਾ ਫੰਕਸ਼ਨ ਅਰੀਜ਼ੋਨਾ
ਉਹਨਾਂ ਦੇ ਸਟੇਟ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਆਰਗੇਨਾਈਜ਼, ਉਹਦੇ 'ਚ ਵੀ ਮੈਂ ਸ਼ਿਰਕਤ ਕੀਤੀ ਸੀ। ਪਰ ਮੈਨੂੰ ਖੁਸ਼ੀ ਹੋਈ ਕਿ ਇਸ ਵੇਲੇ ਅਰੀਜ਼ੋਨਾ ਦੇ ਵਿੱਚ ਨਾ ਸਿਰਫ ਸਾਡੇ ਸਿੰਘਾਂ ਦੀ ਵੱਡੀ ਗਿਣਤੀ ਕਾਰੋਬਾਰੀ ਫੀਨਿਕਸ ਤੋਂ ਲੈ ਕੇ ਦੂਰ ਤੱਕ ਫੈਲੇ ਨੇ, ਉਹਨਾਂ ਨੇ ਆਪਣੀ ਪਹੁੰਚ ਲਾਅ ਮੇਕਰਸ ਤੱਕ ਵੀ ਬਣਾਈ ਹੈ। ਔਰ ਨਤੀਜੇ ਦੇ ਤੌਰ ਤੇ ਬੀਤੇ ਕੱਲ ਅਰੀਜ਼ੋਨਾ ਦੀ ਅਸੈਂਬਲੀ ਦੇ ਵਿੱਚ ਅਸੈਂਬਲੀਮੈਨ ਕੈਨ ਬੈਨੇਟ ਨੇ ਇੱਕ ਪ੍ਰੋਕਲੇਮੇਸ਼ਨ ਲਿਆਂਦੀ ਹੈ ਜਿਹਦੇ 'ਚ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਗਿਆ ਹੈ। ਮਨੀਪੁਰ ਦੇ ਵਿੱਚ ਕ੍ਰਿਸਚੀਅਨ ਪਰਸੀਕਿਊਸ਼ਨ ਦੀ ਗੱਲ ਵੀ ਹੋਈ ਹੈ, ਪਰ ਕਿਉਂਕਿ ਮੇਰੇ ਕੋਲ ਅੱਜ ਤੱਕ ਵੀ ਮੈਨੂੰ ਉਹਦੀ ਓਰੀਜਨਲ ਕਾਪੀ ਨਹੀਂ ਮਿਲ ਸਕੀ, ਜੇ ਕੱਲ ਮਿਲਦੀ ਹੈ ਤੇ ਉਹਨੂੰ ਮੈਂ ਪ੍ਰੋਕਲੇਮੇਸ਼ਨ ਨੂੰ ਪੁਆਇੰਟ ਬਾਈ ਪੁਆਇੰਟ ਡਿਸਕਸ ਕਰਾਂਗਾ। ਪਰ ਇਹ ਜਦੋਂ ਉਹਨਾਂ ਦਾ ਅਸੈਂਬਲੀ ਦੇ ਵਿੱਚ ਇਹ ਕੈਨ ਬੈਨੇਟ ਨੇ ਪੇਸ਼ ਕੀਤਾ, ਉਹਦੇ 'ਚ ਜਿਹੜੇ ਐਕਸ ਕਾਂਗਰਸਮੈਨ ਨੇ ਔਰ ਹੁਣ ਰਨ ਕਰ ਰਹੇ ਨੇ ਕਾਂਗਰਸ ਦੇ ਲਈ, ਉਹ ਵੀ ਮੌਜੂਦ ਸਨ, ਮਿਸਟਰ ਟ੍ਰੈਂਟ ਫਰੈਂਕਸ। ਔਰ ਇਸ ਮੌਕੇ ਦੇ ਉੱਤੇ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਸਟਾਕਟਨ ਦੇ ਸਮਾਗਮ 'ਚ ਆਏ ਸੀ, ਉਹ ਵੀ ਸਟੇਟ ਅਸੈਂਬਲੀ 'ਚ ਸਨ। ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਨੇ, ਔਰ ਖਾਸ ਤੌਰ ਤੇ ਉੱਥੋਂ ਦੀ ਜਿਹੜੀ ਬੜੀ ਨਾਮਵਰ ਸ਼ਖਸੀਅਤ ਜਿਨ੍ਹਾਂ ਦੇ ਪਰਮਿੰਦਰ ਸਿੰਘ ਮੰਗਟ ਜਿਹੜੇ ਇੱਕ ਸਿੱਖ ਐਕਟਿਵਿਸਟ ਵੀ ਰਹੇ ਕਿਸੇ ਜ਼ਮਾਨੇ 'ਚ, ਅੱਜ ਰੱਬ ਨੇ ਉਹਨਾਂ ਨੂੰ ਜਿਹੜਾ ਉਹ ਧਨਾਢ ਬਣਾਇਆ ਔਰ ਉਹ ਆਪਣਾ ਕਾਫੀ ਧਿਆਨ ਇਸ ਪਾਸੇ ਦੇ ਰਹੇ ਨੇ। ਉਹਨਾਂ ਨੇ ਇੱਕ ਵੱਡਾ ਸਟੇਡੀਅਮ ਵੀ ਉੱਥੇ ਜਿਸ ਦੇ ਵਿੱਚ ਅੱਡ-ਅੱਡ ਸਪੋਰਟਸ ਲਈ ਥਾਂ ਹੈ, ਜਿਸ ਦਾ ਨਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂ ਤੇ ਰੱਖਿਆ ਜਾਣਾ, ਉਹ ਵੀ ਹੈ। ਔਰ ਸਤਲੁਜ ਟੀਵੀ ਦੇ ਸਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਜਿਹੜੇ ਮੰਗੜ ਸਾਹਿਬ ਦੇ ਨਾਲ ਮਿਲ ਕੇ ਸਾਰਿਆਂ ਨੂੰ ਸਤਲੁਜ ਟੀਵੀ ਨੂੰ ਚਲਾਉਂਦੇ ਨੇ, ਸੋ ਇਹ ਸਾਰੇ ਮੌਜੂਦ ਸੀ। ਸੋ ਇਹ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਇਸ ਕਿਸਮ ਈਵਨ ਅਰੀਜ਼ੋਨਾ ਵਰਗੀ ਸਟੇਟ ਨੇ ਵੀ ਇਸ ਦੇ ਵਿੱਚ ਪਹਿਲ ਕਦਮੀ ਕੀਤੀ ਹੈ। ਔਰ ਹੁਣ ਅਸੀਂ ਮੁੜਦੇ ਹਾਂ ਯੂਕੇ ਵੱਲ। ਉਹਨਾਂ ਦੇ ਮੈਂ ਹਾਊਸ ਰੈਕਡ ਚੋਂ ਵੀ ਇਸ ਡਿਸਕਸ਼ਨ ਨੂੰ ਕੱਢਿਆ। ਇੰਡੀਆ ਫਰੀडम ਆਫ ਰਿਲੀਜਨ ਔਰ ਬਿਲੀਫ ਵੋਲਿਊਮ 837 डिबेटेड ऑन ट्यूसडे 16 अप्रैल 2024 परसों ये डिबेट हुई है। और इसकी खबर बाकी तो इंडियन मीडिया ने गायब की है, लेकिन BBC दी हिंदी सर्विस ने इस हैडिंग के थले ब्रिटिश संसद में उठा मणिपुर का मुद्दा, विदेश मंत्री कैमरन ने हिंसा में धर्म की भूमिका की ओर किया इशारा कि भी उदा रिलीजन का की रोल है। और ये डेविड कैमरॉन जिन्हें हाउस ऑफ लॉर्ड्स दे विच फिर उदा जवाब भी दिता है, क्योंकि उस तो पहला जिहड़े लॉर्ड बिशप है ऑफ विंचेस्टर उन्होंने सरकार नूं पुछया सी कि ये जिहड़ा ब्रिटेन सरकार है जो भारत दे विच इस वेले रिलीजियस फ्रीडम का हनन हो रहा है, इस नूं लैके की पोजीशन है भारत दी। और इस दे उत्ते डेविड कैमरन ने कहा जी कि भारत एक बहुत धर्मां वाला बड़ियां नस्लों वाला लोकतंत्र है, अड डाइवर्सिटी है। इत्थे 96 करोड़ 60 लाख हिंदू रहिंदे ने, 17 करोड़ 20 लाख मुसलमान रहिंदे ने, 2 करोड़ 80 लाख ईसाई रहिंदे ने, 2 करोड़ सिख रहिंदे ने, 80 लाख बौद्धी ते 45 लाख जैनी रहिंदे ने। सो ये फिगर डेविड कैमरॉन हाउस ऑफ लॉर्ड्स दे विच दे रहा। और फिर उन्हें कहा कि इस वेले जिहड़ा जदों भी कोई धार्मिक डिस्क्रिमिनेशन की गल आती है तो ब्रिटेन सरकार जिहड़ी है वो इस इशू नूं भारत दे कोल चकदी है। और इस दे विच जदों उन्हें लॉर्ड विंचेस्टर ने मणिपुर का जिक्र किया और उन्होंने ये कहा, उन्हें लॉर्ड ने उन्हें कहा जी भारत के मणिपुर राज दे विच धार्मिक आज़ादी की उलंघना नूं लैके बड़ियां परेशान करने वालियां रिपोर्टां सामने आ रही ने, क्योंकि एक 38 मुल्कां दा एक ग्रुप है जिन्हां दी संस्था है इंटरनेशनल रिलीजियस फ्रीडम ऑफ बिलीफ अलायंस इस दा नाम। उन्होंने अपनी रिपोर्ट दे विच कहा कि और ब्रिटेन क्योंकि उहदा मैंबर है कि उत्थे बहुत बुरा हाल है, ईसाइयां दा बहुत जुल्म हो रहे हैं। और इस दे उत्ते ही इस लॉर्ड ने जिहड़ा लॉर्ड बिशप ऑफ विंचेस्टर ने इस सवाल नूं चुक्या। और इस बहस के दौरान जिवें मैं कहा भी डेविड कैमरॉन ने जिहड़ा इस वेले फॉरेन मिनिस्टर है, किसी वेले ये प्राइम मिनिस्टर भी रहा सी, उसने इसका जिक्र किया। पर ये सारी डिस्कशन च जदों असीं कहंदे हैं भी सिखां दी नुमाइंदगी जिहड़ी है वो
ਲਾਅ ਮੇਕਰਸ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਕਾਂਗਰਸਮੈਨ ਨੇ, ਅਸੈਂਬਲੀਮੈਨ ਨੇ, ਮੈਂਬਰ ਪਾਰਲੀਮੈਂਟ ਨੇ। ਕਿਉਂਕਿ ਜਦੋਂ ਇਹ ਵਿੰਚੈਸਟਰ ਦੇ ਲਾਰਡ ਨੇ ਮਨੀਪੁਰ ਦਾ ਇਸ਼ੂ ਚੁੱਕਿਆ ਤੇ ਲਾਰਡ ਇੱਕ ਇੰਦਰਜੀਤ ਸਿੰਘ ਨੇ, ਔਰ ਜਿਹੜਾ ਬ੍ਰਿਟਨ ਦਾ ਲਾਰਡ ਹੁੰਦਾ ਹੈ ਉਹ ਪਰਮਾਨੈਂਟ ਹੁੰਦਾ, ਤੈਅ ਜ਼ਿੰਦਗੀ ਹੁੰਦਾ। ਬਾਕੀ ਤਾਂ ਐਮਪੀ ਕੋਈ 4 ਸਾਲ ਬਾਅਦ, ਕੋਈ 5 ਕਾਂਗਰਸਮੈਨ 2 ਸਾਲ ਬਾਅਦ ਬਦਲਦੇ ਨੇ। ਹੁਣ ਜਿਉਂ ਹੀ ਇਹ ਡਿਸਕਸ਼ਨ ਆਈ, ਲਾਰਡ ਇੰਦਰਜੀਤ ਸਿੰਘ ਨੇ ਖਲੋ ਕੇ ਕਿਹਾ, ਮਾਈ ਲਾਰਡਸ, it is almost exactly 10 years since the minister stated in the other place that the mass killings of tens of thousands of Sikhs in 1984 was one of the greatest blots on the history of post-partition India। ਉਹਨੇ ਡੇਵਿਡ ਕੈਮਰਨ ਨੂੰ ਹੀ ਕੋਟ ਕੀਤਾ ਕਿ ਜੀ ਇਹਨੇ 10 ਸਾਲ ਪਹਿਲਾਂ ਕਿਹਾ ਸੀ ਕਿ ਜਿਹੜੀ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਹੋਈ, ਇਹ ਪਾਰਟੀਸ਼ਨ ਤੋਂ ਬਾਅਦ ਭਾਰਤ ਦੇ ਜਿਹੜਾ ਉੱਤੇ ਕਾਲਾ ਧੱਬਾ ਹੈ। It is true that India has what is called a secular constitution, but since then we have had the riots in Ayodhya। ਉਹਨੇ ਕਿਹਾ ਜੀ ਕੱਲਾ ਨਵੰਬਰ 84 ਤੇ ਗੱਲ ਨਹੀਂ ਮੁੱਕੀ, ਭਾਰਤ ਕਹਿਣ ਨੂੰ ਸੈਕੂਲਰ ਹੈ, ਪਰ ਅਸੀਂ ਦੇਖਿਆ ਵੀ ਅਯੁੱਧਿਆ ਦੇ ਵਿੱਚ ਦੰਗੇ ਕਰਾਏ ਗਏ, where tens of thousands of Muslims were killed, ਹਜ਼ਾਰਾਂ ਮੁਸਲਮਾਨ ਮਾਰੇ ਗਏ। Then we had its home minister describing the Muslims as termites। ਇਹ ਅਮਿਤ ਸ਼ਾਹ ਨੇ ਅਸਾਮ 'ਚ ਜਾ ਕੇ ਕਿਹਾ ਸੀ ਕਿ ਇਹ ਸਾਰੇ ਜਿਹੜੇ ਨੇ ਸਿਉਂਕ ਹੈ, ਜਿਹੜੇ ਬੰਗਲਾਦੇਸ਼ੀ ਮੁਸਲਮਾਨ ਨੇ। ਉਹਨੇ ਕਿਹਾ ਜੀ ਹਜ਼ਾਰਾਂ ਮੁਸਲਮਾਨ ਵੀ ਮਾਰੇ, ਔਰ ਇੰਡੀਆ ਦਾ ਹੋਮ ਮਿਨਿਸਟਰ ਉਹਨਾਂ ਨੂੰ ਸਿਉਂਕ ਕਹਿ ਰਿਹਾ। ਦੈਨ ਏ ਹਿੰਦੂ ਟੈਂਪਲ ਵਾਜ਼ ਬਿਲਟ ਔਨ ਏ ਰੇਜ਼ਡ ਮੌਸਕ। ਇੱਕ ਜਿਹੜੀ ਮਸਜਿਦ ਢਾਈ ਗਈ, ਉਸ ਦੇ ਉੱਤੇ ਮੰਦਿਰ ਬਣਾਇਆ ਗਿਆ। ਕ੍ਰਿਸਚੀਅਨਸ ਹੈਵ ਬੀਨ ਪਰਸੀਕਿਊਟਡ ਅਗੇਨ ਐਂਡ ਅਗੇਨ। ਈਸਾਈਆਂ ਦੇ ਨਾਲ ਕੀ ਹੋ ਰਿਹਾ? ਐਂਡ ਸਿੱਖਸ ਆਰ ਟੋਲਡ that if they behave like Hindus they are fine, otherwise they are termed separatists। ਉਹਨਾਂ ਕਿਹਾ ਸਿੱਖਾਂ ਨੂੰ ਉਹਨਾਂ ਨੇ ਸੁਨੇਹਾ ਦਿੱਤਾ ਕਿ ਹਿੰਦੂ ਬਣ ਜਾਓ, ਹਿੰਦੂਆਂ ਵਾਂਗ ਕਰੋ, ਅਦਰਵਾਈਜ਼ ਜੇ ਤੁਸੀਂ ਸੈਪਰੇਟ ਹੁੰਦੇ ਹੋ ਤੇ ਫਿਰ ਤੁਹਾਡਾ ਜਿਹੜਾ ਕੋਈ ਰਾਖਾ ਨਹੀਂ ਹੈ, ਤੁਹਾਨੂੰ ਜਿਹੜਾ ਉਹ ਅਸੀਂ ਪਰਸੀਕਿਊਟ ਕਰਾਂਗੇ। Does the minister agree that India is a member of the Commonwealth and should not freedom of belief be at the forefront of Commonwealth Charter? ਡੇਵਿਡ ਕੈਮਰਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਲਾਰਡ ਇੰਦਰਜੀਤ ਸਿੰਘ ਨੇ ਕਿਹਾ ਵੀ ਭਾਰਤ ਮੈਂਬਰ ਨਹੀਂ ਹੈਗਾ ਕਾਮਨਵੈਲਥ ਕੰਟਰੀਜ਼ ਦਾ, ਤੇ ਕੀ ਤੁਹਾਡਾ ਜਿਹੜਾ ਕਾਮਨਵੈਲਥ ਦਾ ਚਾਰਟਰ ਹੈ ਉਹ ਨਹੀਂ ਕਹਿੰਦਾ ਕਿ ਵੀ ਇੰਡੀਆ ਜਿਹੜਾ ਉਹਨੂੰ ਅਵਾਇਡ ਬਾਈ ਕਰੇ ਔਰ ਉਹਦੇ ਨਾਲ ਹੋਏ? ਔਰ ਇਹਦੇ ਜਵਾਬ 'ਚ ਫਿਰ ਉਹ ਹਿੱਲਿਆ ਡੇਵਿਡ ਕੈਮਰਨ। ਉਹਨੇ ਕਿਹਾ, I thank the noble lord for this question. I will never forget the visit I made to Amritsar. It is one of the most beautiful places I have ever been to and one of the most peaceful places. But of course, ਹੁਣ ਇਹ ਹੈ ਇਹਨਾਂ ਦਾ ਸਟਾਈਲ ਗੋਰਿਆਂ ਦਾ। ਐਵੇਂ ਨਹੀਂ, ਮੈਂ ਬਾਲਟੀਮੋਰ ਇੱਕ ਡਾਕਟਰ ਸਿੰਘ ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਇਹ ਬ੍ਰਿਟਿਸ਼ ਜਿਹੜੇ ਨੇ ਨਾ, ਇਹਨਾਂ ਨੇ ਜਦੋਂ ਸਿੱਖਾਂ ਦੇ ਹੱਥਾਂ 'ਚ ਇਹ ਪਹਿਲੀ ਐਂਗਲੋ ਸਿੱਖ ਵਾਰ ਹੋਈ ਜਾਂ ਦੂਜੀ, ਇਹਨਾਂ ਨੇ ਸਿੱਖਾਂ ਨੂੰ ਅੰਦਰੋਂ ਤੋੜਿਆ। ਔਰ ਇਹ ਠੀਕ ਹੈ, ਸਿੱਖਾਂ ਨੂੰ ਲੱਗਦਾ ਹੋਣਾ ਕਿ ਜੀ ਫਲਾਣਾ, ਕਹਿੰਦੇ ਵੀ ਇਹਨਾਂ ਨੂੰ ਹੁਣ ਵੀ ਜੇ ਤੁਸੀਂ ਦੇਖੋਗੇ ਵੀ ਇੰਡੀਆ ਦੇ ਨਾਲ ਜੋ ਉਹਨੇ, ਇਹ ਹੁਣ ਵੀ ਕੰਜ਼ਰਵੇਟਿਵ ਪਾਰਟੀ ਦੀ ਗਵਰਨਮੈਂਟ ਹੈ ਰਿਸ਼ੀ ਸੁਨਕ ਦੀ। ਇਹ ਡੇਵਿਡ ਕੈਮਰਨ ਵੀ ਪ੍ਰਾਈਮ ਮਿਨਿਸਟਰ ਸੀ, ਹੁਣ ਉਹ ਫੋਰਨ ਮਿਨਿਸਟਰ ਬਣਨ ਨੂੰ ਹੁਣ ਉੱਤੋਂ ਧਾਰੀ ਉੱਤੋਂ ਕਹਿੰਦਾ, ਇਹ ਡੇਵਿਡ ਕੈਮਰਨ ਕਹਿੰਦਾ, ਲਾਰਡ ਮੈਂ ਜਦੋਂ ਅੰਮ੍ਰਿਤਸਰ ਗਿਆ ਪਹਿਲਾਂ ਦੁਨੀਆ ਦੇ ਸਭ ਤੋਂ ਖੂਬਸੂਰਤ ਥਾਵਾਂ ਤੋਂ ਔਰ ਸਭ ਤੋਂ ਪੀਸਫੁਲ, ਜਿੱਥੇ ਇੰਨਾ ਮੇਰਾ ਅੰਦਰ ਜਿਹੜਾ ਉਹ ਠੰਡ ਪੈ ਗਈ ਮੇਰੇ, ਬਟ ਆਫ ਕੋਰਸ ਇਟ ਇਜ਼ ਇੰਪੋਰਟੈਂਟ that we acknowledge what happened there and how wrong it was। ਕਿ ਜੀ ਜੋ ਉੱਥੇ ਹੋਇਆ, ਇਹ ਹੁਣ ਜੂਨ 84 ਦੀ ਗੱਲ ਕਰ ਰਹੇ, ਅੱਛਾ ਘੱਲੂਘਾਰਾ ਦੀ। ਔਰ ਉਹਦੇ ਦੱਸੋ ਵੀ ਜੇ ਇੰਨਾ ਹੀ ਤੁਹਾਨੂੰ ਲੱਗਦਾ ਵੀ ਬਹੁਤ ਗਲਤ ਹੋਇਆ, ਤੁਸੀਂ ਜਿਹੜੀਆਂ ਡੀਕਲਾਸੀਫਾਈ ਕੀਤੀਆਂ ਸੀ ਫਾਈਲਸ ਮਾਰਗਰੇਟ ਥੈਚਰ ਦੀਆਂ, ਕਿ ਉਹਨੇ ਕਿਵੇਂ ਫਰਵਰੀ 1984 'ਚ ਇੰਦਰਾ ਗਾਂਧੀ ਦੀ ਚਿੱਠੀ ਦੇ ਜਵਾਬ 'ਚ ਆਪਣੇ 2 ਜਿਹੜੇ MI6 ਦੇ ਆਫੀਸ਼ੀਅਲ ਭੇਜੇ ਜਿਨ੍ਹਾਂ ਨੇ ਰੇਕੀ ਕੀਤੀ, ਉਹਨੂੰ ਫਿਰ ਵਾਪਸ ਕਲਾਸੀਫਾਈ ਕਰਤਾ ਗਿਆ। ਤਾਂ ਉਹਨੂੰ ਇਹ ਕਿਹਾ, ਦਾ ਨੋਬਲ ਲਾਰਡ ਮੇਕਸ ਇੰਪੋਰਟੈਂਟ ਪੁਆਇੰਟਸ about the importance of religious tolerance and freedom of religious belief in India. There have been occasions on which it has been something we have raised with the Indian government that should continue। ਹੁਣ ਉਸੇ ਹੀ UK ਦਾ ਸਿਟੀਜ਼ਨ ਜੱਗੀ ਜੌਲ 6 ਸਾਲ ਤੋਂ ਇੰਡੀਆ ਦੀ ਕਸਟਡੀ 'ਚ ਹੈ, ਕੋਈ ਚਾਰजेस ਨਹੀਂ, ਕੋਈ ਕੁਛ ਨਹੀਂ, ਕੀ ਹੋਇਆ ਹੋਇਆ ਹਕੂਮਤ ਨੂੰ। ਫਿਰ ਉਹ ਕਹਿੰਦਾ, ਦਾ ਓਰੀਜਨਲ ਕੁਐਸਚਨ ਅਬਾਊਟ ਦਾ ਸਿਚੁਏਸ਼ਨ ਇਨ ਮਨੀਪੁਰ,
A very good report on that has been written by David Camanale, which I have studied. It is right to say that we should not downplay the religious aspect of some of the ਈਵਨ ਮਨੀਪੁਰ ਜਿੱਥੇ ਤੁਸੀਂ ਦੇਖੋ ਇਹ ਵਪਾਰੀ ਗਰੀਡੀ ਲੋਕ ਮਨੀਪੁਰ 'ਚ ਤਾਂ ਕ੍ਰਿਸਚਨ ਮਾਰੇ ਜਾ ਰਹੇ ਨੇ, ਪੰਜਾਬ 'ਚ ਤਾਂ ਸਿੱਖ ਮਾਰੇ ਗਏ, ਅਯੁੱਧਿਆ ਜਾਂ ਗੁਜਰਾਤ 'ਚ ਮੁਸਲਮਾਨ, ਪਰ ਇਹਨਾਂ ਦਾ ਉਹਨਾਂ ਲਈ ਵੀ ਕੋਈ ਨਹੀਂ। ਉਹ ਕਹਿ ਰਿਹਾ ਕਿ ਜੀ ਇਹ ਜਿਹੜਾ ਨੇ ਮੈਂ ਦੇਖੀ ਹੈ ਰਿਪੋਰਟ ਬਹੁਤ ਜਿਹੜੀ ਹੈ ਉਹ ਫਿਕਰ ਪਾਉਣ ਵਾਲੀ ਹੈ। Sometimes it is communal, tribal or ethnic, but in many cases there is a clear religious part of it. We should be clear about that. ਇਹ ਹੈ ਕਵਰ ਅਪ ਇਸ ਇਹਨਾਂ ਸਾਰਿਆਂ ਤੋਂ। ਪਰ ਮੈਂ ਸਮਝਦਾ ਕਿ ਵੀ ਇਹ ਇੱਕ ਪੋਜ਼ਿਟਿਵ ਗੱਲ ਹੈ, ਔਰ ਮੈਂ ਇਸੇ ਲਈ ਜਦੋਂ ਯੂਥ ਨਾਲ ਵੀ ਇੰਟਰੈਕਟ ਹੁੰਦਾ ਤੇ ਮੇਰਾ ਇਹ ਕਹਿਣਾ ਹੁੰਦਾ ਕਿ ਵੀ ਸਿਸਟਮ ਦੇ ਵਿੱਚ ਵੜੋ। ਬਿਲਕੁਲ ਬਾਹਰ ਅਸੀਂ ਆਪਣਾ ਕੰਮ ਕਰੀ ਜਾਣਾ, ਇਹਨਾਂ ਨੂੰ ਅਸੀਂ ਖੰਗਣ ਤਾਂ ਨਹੀਂ ਦੇਣਾ ਹੈ। ਜਿੱਥੇ ਜਾਣਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ। ਇੰਡੀਅਨ ਇਹ ਜਿਹੜੇ ਸਿੱਖ ਨਸਲਕੁਸ਼ੀ ਕਰਨ ਵਾਲੇ ਨੇ ਆਪਣੇ ਹੱਕਾਂ ਲਈ ਖਲੋਵਾਂਗੇ, ਪਰ ਅਲਟੀਮੇਟਲੀ ਸਾਡੀ ਪੋਜੀਸ਼ਨ ਲਾ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਹਰ ਥਾਂ ਦੇ ਉੱਤੇ ਸਾਡੀ ਨੁਮਾਇੰਦਗੀ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ, ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ, ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮੈਥਿਊ ਮਿਲਰ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਉਹ ਆਪਸੀ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਅਤੇ ਟਕਰਾਅ ਤੋਂ ਬਚਣ। ਪਰ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਜਾ ਰਹੇ ਕਤਲਾਂ ਸੰਬੰਧੀ ਉਸ ਨੇ ਲਗਭਗ ਚੁੱਪ ਹੀ ਧਾਰ ਲਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਅਸੀਂ ਅਮਰੀਕਨ ਨੀਤੀ ਘਾੜਿਆਂ ਦਾ ਜਿਹੜਾ ਬਹੁਤ ਜਿਹੜਾ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ ਜੀ, ਕਿ ਖਾਸ ਤੌਰ ਤੇ ਜਦੋਂ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਮਰਡਰ ਹੁੰਦਾ ਹੈ, ਕੋਲਡ ਬਲੱਡਡ ਮਰਡਰ, ਔਰ ਜਸਟਿਨ ਟਰੂਡੋ ਵੱਲੋਂ ਜਿਹੜਾ ਇੰਕਸ਼ਾਫ ਕੀਤਾ ਜਾਂਦਾ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ 'ਚ, ਕਿ ਇਸ ਸਾਰੇ ਪੀਰੀਅਡ ਦੇ ਵਿੱਚ ਅਮਰੀਕਨ ਏਜੰਸੀਆਂ ਦਾ ਪ੍ਰੈਸ਼ਰ ਵੀ ਇੰਡੀਆ ਤੇ, ਸਿੱਖ ਕੌਮ ਦੇ ਨਾਲ ਉਹਨਾਂ ਦਾ ਇੰਟਰੈਕਸ਼ਨ ਵੀ, ਔਰ ਮੀਡੀਆ ਦੀ ਇੱਕ ਸਿੰਪੈਥੀ ਵੀ ਔਰ ਉਸ ਦੀ ਕਵਰੇਜ ਵੀ, ਇਸ ਨੂੰ ਜਿਹੜਾ ਉਹ ਕਾਫੀ ਹਾਈਲਾਈਟ ਕੀਤਾ ਗਿਆ ਇਸ ਸਾਰੇ ਪੀਰੀਅਡ 'ਚ। ਕਿਉਂਕਿ ਅਦਰਵਾਈਜ਼ ਤਾਂ ਜਿਹੜੀਆਂ ਇੰਡੀਅਨ ਏਜੰਸੀਆਂ ਕ੍ਰਾਸ ਬਾਰਡਰ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਲੰਬੇ ਸਮੇਂ ਤੋਂ ਕਰ ਰਹੀਆਂ ਨੇ, ਕੁਲਭੂਸ਼ਣ ਯਾਦਵ ਉਹਦਾ ਸਬੂਤ ਉਹਨਾਂ ਦੇ ਹੱਥ ਆਇਆ। ਇਸ ਤੋਂ ਬਿਨਾਂ ਸਪੋਰੈਡਿਕ ਬੋਂਬਿੰਗਸ ਇੱਧਰ ਉੱਧਰ, ਫਿਰ ਅਫਗਾਨ ਤਾਲਿਬਾਨ ਦੇ ਦੌਰ ਦੇ ਵਿੱਚ ਵੀ ਇਹਨਾਂ ਨੇ ਕਿਵੇਂ ਵਾਰ ਲੌਰਡਸ ਨੂੰ ਫਾਈਨੈਂਸ ਕੀਤਾ, ਕਿਵੇਂ ਬਾਰਡਰਸ ਦੇ ਉੱਤੇ ਆਪਣੇ ਕੌਂਸੂਲੇਟ ਖੋਲ੍ਹੇ ਹੋਏ ਸੀ ਜਿਨ੍ਹਾਂ ਰਾਹੀਂ ਦਹਿਸ਼ਤਗਰਦੀ ਕਰਦੇ ਸੀ ਵਿਦਨ। ਔਰ ਇਹਦੇ 'ਚ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਵੀ ਉਸ ਦਾ ਰੋਲ, ਮੁੰਬਈ ਕਾਂਡ ਹੋਣ ਜਾਂ ਦੂਜੇ ਹੋਣ,
ਇਹ ਕਿਉਂਕਿ ਦੋਨਾਂ ਦੀ ISI ਔਰ ਰਾਹ ਤੋਂ ਪਹਿਲਾਂ ਇੰਟੈਲੀਜੈਂਸ ਬਿਊਰੋ ਸੀ, ਇਹ ਹੁੰਦਾ ਰਿਹਾ ਔਰ ਫਿਰ ਇਹਨਾਂ ਦੇ ਮੁਖੀ ਆਪਸ ਚ ਕਮਿਊਨੀਕੇਟ ਕਰ ਲੈਂਦੇ ਸੀ, ਤੁਸੀਂ ਇੱਥੇ ਬੰਦ ਕਰ ਦਿਓ, ਸੀ ਇੱਥੇ ਬੰਦ ਕਰ ਦਿੰਨੇ। ਲੇਕਿਨ ਜਦੋਂ ਤੋਂ ਅਜੀਤ ਡੋਵਲ ਦੇ ਥੱਲੇ ਚੰਡਾਲ ਚੌਂਕੜੀ, ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਦਿਨਕਰ ਗੁਪਤਾ NIA ਦਾ ਚੀਫ, ਔਰ ਪਿਛਲੇ ਲਗਭਗ 2 ਸਾਲਾਂ ਤੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਹਨਾਂ ਨੇ ਜਿਹੜਾ ਪਾਰਟ ਹੁਣ 18 ਜੂਨ ਤੋਂ ਬਾਅਦ ਸਾਹਮਣੇ ਆਇਆ, ਕਿਉਂਕਿ ਉਸ ਤੋਂ ਪਹਿਲਾਂ 15 ਜੂਨ ਨੂੰ ਭਾਈ ਅਵਤਾਰ ਸਿੰਘ ਹੰਡਾ ਦਾ ਕੋਲਡ ਬਲਡਡ ਮਰਡਰ ਇੱਕ ਡਿਫਰੈਂਟ ਅੰਦਾਜ਼ ਕੈਮੀਕਲ ਵੈਪਨ ਰਾਹੀਂ, ਔਰ ਉਸ ਤੋਂ ਮਹੀਨਾ ਪਹਿਲਾਂ ਮਈ ਦੇ ਮਹੀਨੇ ਲਾਹੌਰ ਦੇ ਵਿੱਚ ਉਹ ਬਾਈ ਸ਼ੂਟਰਸ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ, ਔਰ ਇਹ ਸਾਰਾ ਸਾਹਮਣੇ ਆ ਗਿਆ ਵੀ ਕੌਣ ਹੈ ਬਿਹਾਈਂਡ। ਪਰ ਅਮਰੀਕਾ ਦੀ ਜਿਹੜੀ ਆ ਉਦੋਂ ਤੱਕ ਕੁਛ ਨਾ ਕਹਿਣਾ ਤਾਂ ਸਮਝ ਆ ਸਕਦਾ ਸੀ, ਕਿਉਂਕਿ ਅਮਰੀਕਾ ਨੇ ਖੁਦ ਪਾਕਿਸਤਾਨ ਦੇ ਵਿੱਚ ਜਦੋਂ ਉਸਾਮਾ ਬਿਨ ਲਾਡਨ ਨੂੰ ਟਾਰਗੇਟ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਹਦੇ ਚ ਪਾਕਿਸਤਾਨ ਦਾ ਕਿਸੇ ਲੈਵਲ ਤੇ ਮੁਲਵਸ ਹੋਣਾ ਉਹਨੂੰ ਡਿਨਾਈ ਤਾਂ ਨਹੀਂ ਕੀਤਾ ਜਾ ਸਕਦਾ ਜਦੋਂ ਪ੍ਰਾਈਮ ਟਾਰਗੇਟ ਉੱਥੇ ਜਾ ਕੇ ਹੁੰਦਾ। ਪਰ ਜਦੋਂ ਹੁਣ ਅਮਰੀਕਾ ਦਾ ਇਹ ਪਾਰਟ ਸਾਹਮਣੇ ਆਇਆ, ਅਮਰੀਕਾ ਨੇ ਲਿਆਂਦਾ, ਕੈਨੇਡਾ ਨੇ ਲਿਆਂਦਾ ਵੀ ਇੱਥੇ ਕੀ ਇੰਡੀਅਨ ਏਜੰਸੀਆਂ ਕਰ ਰਹੀਆਂ ਨੇ, ਆਲ ਆਫ ਏ ਸਡਨ ਇਸ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਵਿੱਚ ਕੀ ਇੰਡੀਆ ਕਰ ਰਿਹਾ, ਇਹਦੇ ਤੇ ਬੜੀ ਡੀਟੇਲ ਸਟੋਰੀ ਦਾ ਗਾਰਡੀਅਨ ਨੇ ਕੀਤੀ ਔਰ ਉਹਦੇ ਚ 2 ਦਰਜਨ ਦੇ ਲਗਭਗ ਜਿਹੜੀਆਂ ਕਿਲਿੰਗਸ ਨੇ ਪਿਛਲੇ 2 ਸਾਲਾਂ ਚ, ਜਿਹਦੇ ਚ ਕਸ਼ਮੀਰੀ ਐਕਟਿਵਿਸਟ ਔਰ ਖਾਲਿਸਤਾਨੀ ਐਕਟਿਵਿਸਟ ਮਾਰੇ ਗਏ, ਉਹਨਾਂ ਦੇ ਵੇਰਵੇ ਦਿੱਤੇ। ਹੁਣ ਐਕਸਪੈਕਟਡ ਤਾਂ ਇਹ ਹੋਣਾ ਚਾਹੀਦਾ ਸੀ ਕਿ ਜਿਵੇਂ ਕੈਨੇਡਾ ਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ ਚ ਇੰਡੀਆ ਨੇ ਹੱਥ ਝਾੜ ਲਏ ਕਿ ਜੀ ਨਹੀਂ ਇਹ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ, ਔਰ ਦੂਜਾ ਖੇਤ ਅਮਰੀਕਾ ਦੇ ਮਾਮਲੇ 'ਚ ਦਬਾਅ ਹੇਠ ਉਹਨਾਂ ਨੇ ਕਿਹਾ ਜੀ ਅਸੀਂ ਇਨਵੈਸਟੀਗੇਟਿਵ ਇੱਕ ਜਿਹੜੀ ਹੈ ਉਹ ਬਣਾ ਦਿੱਤਾ, ਔਰ ਦੂਜਾ ਔਰ ਜਦੋਂ ਬੜੀ ਵੱਧ ਤੋਂ ਵੱਧ ਉਹਨਾਂ ਦੀ ਸਟੇਟਮੈਂਟ ਇਹਦੇ ਤੇ ਇਹੀ ਨਿਕਲ ਸਕੀ ਕਿ ਜੀ ਰੋਗ ਐਲੀਮੈਂਟ ਜਿਹੜਾ ਰਾਹ ਲਈ ਕੰਮ ਕਰਦਾ ਸੀ ਬਟ ਹੀ ਇਜ਼ ਨੋ ਮੋਰ ਐਮਪਲੋਇਡ ਵਿਦ ਦਾ ਰਾਹ, ਉੱਥੇ ਇੱਕ ਗੱਲ ਮੁਕਾ ਦਿੱਤੀ। ਲੇਕਿਨ ਜਿਉਂ ਹੀ ਇਹ ਗਾਰਡੀਅਨ ਦੀ ਸਟੋਰੀ ਰਾਹੀਂ ਇਹ ਜਿਹੜਾ ਪਾਕਿਸਤਾਨ ਦੇ ਵਿੱਚ 2 ਦਰਜਨ ਦੇ ਕਰੀਬ ਕਿਲਿੰਗਸ, ਕਿ ਕਿਹਨੂੰ ਰਾਵਲਾਕੋਟ ਦੀ ਮਸੀਤ 'ਚ ਮਾਰਿਆ, ਕਿਹਨੂੰ ਸਿਆਲਕੋਟ ਦੀ ਮਸੀਤ 'ਚ ਮਾਰਿਆ, ਅਜੇ 3 ਦਿਨ ਪਹਿਲਾਂ ਸਰਫਰਾਜ਼ ਜਿਹਦੇ ਤੇ ਸਰਬਜੀਤ ਸਿੰਘ ਨੂੰ ਮਾਰਨ ਦਾ ਦੋਸ਼ ਲਾਇਆ ਹੋਇਆ ਸੀ, ਉਹਨੂੰ ਉਹਦੇ ਘਰ ਜਾ ਕੇ ਮਾਰਿਆ। ਇਹਨੂੰ ਖੁੱਲ੍ਹ ਕੇ ਇੰਡੀਆ ਨੇ ਔਨ ਕੀਤਾ ਔਰ ਜਿਹੜਾ ਜੈ ਸ਼ੰਕਰ ਉਹ ਇੱਥੋਂ ਤੱਕ ਕਹਿਣ ਤੇ ਗਿਆ ਕਿ ਜੀ ਦਹਿਸ਼ਤਗਰਦਾਂ ਦਾ ਜੇ ਕੋਈ ਕਾਨੂੰਨ ਨਹੀਂ ਹੁੰਦਾ ਤੇ ਸਾਡਾ ਵੀ ਉਹਨੂੰ ਮਾਰਨ ਲਈ ਕੋਈ ਕਾਨੂੰਨ ਜਿੱਥੇ ਹੋਏਗਾ ਅਸੀਂ ਜਿਹੜਾ ਮਾਰਾਂਗੇ। ਔਰ ਈਵਨ ਜਿਹੜਾ ਰਾਜਨਾਥ ਸਿੰਘ ਦੀ ਇਹ ਸਟੇਟਮੈਂਟ, ਇਫ a terrorist runs to Pakistan, we will kill him there. ਰਾਜਨਾਥ ਸਿੰਘ ਔਨ ਕ੍ਰਾਸ ਬਾਰਡਰ ਅਸੈਸੀਨੇਸ਼ਨ ਕਿ ਜੀ ਪਾਕਿਸਤਾਨ ਅਸੀਂ ਮਾਰਾਂਗੇ। ਔਰ ਮੋਦੀ ਨੇ ਵੀ ਇੱਕ ਪਬਲਿਕ ਜਿਹੜਾ ਇਕੱਠ ਦੇ ਵਿੱਚ ਇਸ ਕਿਸਮ ਦੀ ਲਾਈਨ ਲਈ। ਹੁਣ ਕਿਸੇ ਮੁਲਕ ਦਾ ਜਿਹੜਾ ਸਿਗਨੇਟਰੀ ਹੈ ਟੂ ਦਾ UN ਚਾਰਟਰ, ਜਿਹੜਾ ਸਿਗਨੇਟਰੀ ਹੈ ਅੰਡਰ ਦੈਟ ਚਾਰਟਰ ਜਿਹਦੇ ਤੇ ਬਾਈਂਡਿੰਗ ਹੈ ਇੰਟਰਨੈਸ਼ਨਲ ਲਾਅ, ਜਿਹੜਾ ਕਿਸੇ ਮੁਲਕ ਅਮਰੀਕਾ ਵਰਗਾ ਮੁਲਕ ਕੀ ਕਰਦਾ ਹੈ, ਇਹ ਤਾਂ ਉਸ ਲੈਵਲ ਦੇ ਉੱਤੇ ਪਹੁੰਚੇ ਹੋਏ ਨੇ। ਜੇ ਇਹਨਾਂ ਨੇ ਇਰਾਕ ਦੇ ਵਿੱਚ ਕੀਤਾ ਤੇ ਉਹਨੂੰ ਨਵਾਂ ਨਾਂ ਦੇ ਦਿੱਤਾ ਉਹਨਾਂ ਜੀ ਪ੍ਰੀਐਂਪਟ। ਹੁਣ ਇੱਥੇ ਤਾਂ ਪ੍ਰੀਐਂਪਟ ਵੀ ਨਹੀਂ ਹੈ, ਉਹਨਾਂ ਨੇ ਕਿਹਾ ਜੀ ਪ੍ਰੀਐਂਪਟ ਕੈਮੀਕਲ ਵੈਪਨ ਨੇ ਦੂਜਾ। ਹੁਣ ਜੇ ਇੰਡੀਆ ਜਾ ਕੇ ਕਿਲਿੰਗ ਕਰਦਾ ਹੈ, ਇਹ ਤਾਂ ਬਿਲਕੁਲ ਨਾ ਸਿਰਫ ਸੋਵਰਨਿਟੀ ਦੀ ਵਾਇਓਲੇਸ਼ਨ ਹੈ, ਇਹ ਤਾਂ ਰੋਗ ਸਟੇਟ ਦੇ ਥੱਲੇ ਸੈਂਕਸ਼ਨਸ ਲੱਗਣੀਆਂ ਚਾਹੀਦੀਆਂ ਨੇ। ਔਰ ਓਨ ਕਰ ਇੱਕ ਹੁੰਦਾ ਹੈ ਕਿ ਵੀ ਉਹ ਡਿਨਾਇਲ 'ਚ ਨੇ, ਜਿਹੜਾ ਕੋਈ ਕਰ ਰਿਹਾ ਉਹ ਡਿਨਾਇਲ 'ਚ ਹੈ। ਪਾਕਿਸਤਾਨ ਨੇ ਜੇ ਕੋਈ ਦਹਿਸ਼ਤਗਰਦ ਕਾਰਵਾਈਆਂ ਵਿਦਨ ਕੰਟਰੀ ਕੀਤੀਆਂ, ਉਹਨਾਂ ਨੇ ਓਨ ਨਹੀਂ ਕੀਤਾ। ਪਰ ਇੱਥੇ ਤਾਂ ਫੋਰਨ ਮਿਨਿਸਟਰ, ਡਿਫੈਂਸ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਓਨ ਕਰ ਰਹੇ। ਹੁਣ ਇਹ ਕੰਸਰਨ ਹੋਣਾ ਚਾਹੀਦਾ ਸੀ ਅਮਰੀਕਾ ਦਾ, ਕਿਉਂਕਿ ਆਲਰੇਡੀ ਅਮਰੀਕਾ ਔਰ ਕੈਨੇਡਾ ਨੇ ਇੰਡੀਆ ਨੂੰ ਇਸ ਦੇ ਲਈ ਜਿਹੜਾ ਉਹ ਦੋਸ਼ੀ ਦੱਸਿਆ ਹੋਇਆ। ਹੁਣ ਇਹ ਸਵਾਲ ਜਦੋਂ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਉਹ ਆਪਣੀ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਬੜਾ ਗੋਲ-ਮੋਲ ਹੀ ਜਵਾਬ ਦਿੱਤਾ, ਅਵੋਇਡ ਐਸਕੇਲੇਸ਼ਨ, US tells India Pakistan mum on Prime Minister's remarks on cross border operations। ਕਿ ਜਿਹੜਾ ਮੋਦੀ ਨੇ ਕਿਹਾ, ਔਰ ਮੋਦੀ ਨੇ ਐਗਜ਼ੈਕਟਲੀ ਜਿਹੜਾ ਕਿਹਾ ਕਿ on April 11 Prime Minister Modi said during the tenure of BJP government terrorists are being killed in their own homes। ਕਿ ਸਾਡੇ ਰਾਜ ਦੇ ਵਿੱਚ ਦਹਿਸ਼ਤਗਰਦ ਆਪਣੇ ਘਰਾਂ 'ਚ ਮਾਰੇ ਜਾ ਰਹੇ ਨੇ। ਉਹ ਘੁਸ ਕੇ ਮਾਰਾ ਵਾਲੀ ਜਿਹੜੀ ਗੱਲ ਹੈ ਉਸ ਨੂੰ ਹੁਣ ਜਦੋਂ ਇਸ ਦੇ ਉੱਤੇ ਸਵਾਲ ਹੈ ਤੇ ਇਹਦੇ ਤੇ ਉਹ ਕਹਿੰਦਾ ਰਿਫਰੇਨਿੰਗ ਫਰੋਮ ਕਮੈਂਟਿੰਗ ਔਨ ਪ੍ਰਾਈਮ ਮਿਨਿਸਟਰ ਮੋਦੀ ਐਂਡ ਡਿਫੈਂਸ ਮਿਨਿਸਟਰ
Rajnath Singh's remarks that India will not hesitate to kill terrorists in their homes, the US has instead called on India and Pakistan to avoid escalation and find a resolution through dialogue. ਹੁਣ ਇੱਕ ਹੁੰਦਾ ਉਹ ਇਹ ਵੀ ਇੱਕ ਜਨਰਲ ਫਰੇਜ਼ ਹੁੰਦਾ ਸੀ ਜੀ, ਜਿਹੜੀ ਤਾੜੀ ਹੈ ਉਹ ਤਾਂ ਦੋ ਹੱਥਾਂ ਨਾਲ ਵੱਜਦੀ ਹੈ। ਹੁਣ ਜੇ ਇੰਡੀਅਨ ਸਟੇਟ, ਰੋਗ ਇੰਡੀਅਨ ਸਟੇਟ ਸਿੱਖਾਂ ਨੂੰ ਟਾਰਗੇਟ ਕਰਦੀ ਹੈ, ਇਹ ਤਾਂ ਤਾੜੀ ਨਹੀਂ, ਇਹ ਤਾਂ ਚਪੇੜ ਹੈ, ਇਹ ਤਾਂ ਕਿਲਿੰਗ ਹੈ। ਇਹ ਤਾਂ ਸਿੱਖਾਂ ਨੇ ਤਾਂ ਨਹੀਂ ਮਾਰਿਆ ਕਿਸੇ ਨੂੰ। ਜਿੱਦਣ ਜੇ ਫਿਰ ਇਹੀ ਆਰਗੂਮੈਂਟ ਆ ਗਿਆ ਜਾਂ ਜਿਹੜਾ ਹੁਣ ਅਮਰੀਕਾ ਨੇ ਕਿਹਾ ਜੀ ਇਹ ਤੁਸੀਂ ਗੱਲਬਾਤ ਰਾਹੀਂ ਹੱਲ ਕਰੋ। ਜੇ ਇੱਕ ਮੁਲਕ ਬੈਂਡ ਅਪੌਨ ਹੈ ਕਿ ਦੂਸਰੇ ਮੁਲਕ ਦੇ ਤੁਸੀਂ ਸੋਵਰਨਟੀ ਨੂੰ ਵਾਇਓਲੇਟ ਕਰਨਾ ਹੈ, ਤੁਸੀਂ ਪੈਸੇ ਦੇ ਕੇ ਉਹਨਾਂ ਮੁਲਕਾਂ ਦੇ ਹੀ ਜਿਹੜੇ ਨੇ, ਔਰ ਇਹ ਸਾਹਮਣੇ ਗਾਰਡੀਅਨ ਦੀ ਸਟੋਰੀ ਨੇ ਵੀ ਕਿਵੇਂ ਇਹਨਾਂ ਨੇ ਦੁਬਈ UAE ਦੇ ਵਿੱਚ ਸਟੇਸ਼ਨ ਆਫਿਸ ਕਾਇਮ ਕੀਤਾ ਹੋਇਆ ਰਾਹ ਨੇ, ਜਿਹੜੇ ਡਿਸਗਰੰਟਡ ਜੇ ਲੋਕ ਪਾਕਿਸਤਾਨ ਦੇ ਜਾਂ ਅਫਗਾਨ ਜਿਹਾਦੀ ਜਿਹੜੇ ਅਨਇੰਪਲੋਇਡ ਉੱਥੇ ਦਿਹਾੜੀ ਕਰਦੇ ਨੇ, ਉਹਨਾਂ ਨੂੰ ਕਹਿੰਦਾ ਜੀ ਇੰਨੇ ਹਜ਼ਾਰ ਪਾਕਿਸਤਾਨੀ ਰੁਪਈਆ ਤੁਹਾਨੂੰ ਮਿਲੇਗਾ, ਉਹਨਾਂ ਨੂੰ ਕੀ ਫਰਕ ਪੈਂਦਾ। ਔਰ ਇਕੱਲਾ ਇਹੀ ਨਹੀਂ, ਈਵਨ ਧਾਰਮਿਕ ਐਂਗਲ ਵੀ ਯੂਜ਼ ਕਰ ਰਹੇ ਨੇ ਕਿ ਜੀ ਦੇਖੋ ਇਹ ਤਾਂ ਜੇ ਉੱਥੇ ਸਿੱਖ ਮਾਰਿਆ ਕੋਈ ਤਾਂ ਉੱਥੇ ਕਹਿਣਗੇ ਜੀ ਤੁਸੀਂ ਤਾਂ ਕਾਫਰ ਨੂੰ ਮਾਰਨਾ। ਇਹ ਵੀ ਇਹਨਾਂ ਦੀ ਟ੍ਰੇਨਿੰਗ ਟਿਊਨਿੰਗ ਹੈ। ਹੁਣ ਇਹ ਸਾਰੇ ਦੇ ਜਿਹੜਾ ਜਵਾਬ ਦੇ ਵਿੱਚ ਉਹ ਇਹ ਕਹਿੰਦਾ ਹੈ ਮਿਸਟਰ ਮੈਥਿਊ, ਐਜ਼ ਆਈ ਹੈਵ ਸੈਡ ਬਿਫੋਰ the US is not going to get into the middle of this ਕਿ ਜੀ ਸਾਡਾ ਇਹਦੇ ਨਾਲ ਕੋਈ ਇਹਦਾ ਮਤਲਬ ਇਹ ਹੈ ਕਿ ਇੰਡੀਆ ਨੂੰ ਹੋਰ ਖੁੱਲੀ ਛੁੱਟੀ ਮਿਲ ਗਈ ਕਿ ਵੀ ਉਹ, ਪਰ ਜਿਵੇਂ ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਕਿਹਾ ਸੀ ਵੀ ਇੰਡੀਆ ਕੀ ਕਰ ਰਿਹਾ ਹੈ, ਅਮਰੀਕਾ ਕੀ ਹੈ, ਇਹ ਵੱਖਰੀ ਗੱਲ ਹੈ। ਪਰ ਜਿਹੜੇ ਸਭ ਤੋਂ ਵੱਡੇ ਵਿਕਟਮ ਨੇ, ਜਿਹੜੇ ਬਣ ਰਹੇ ਨੇ, ਜਿਨ੍ਹਾਂ ਬਾਰੇ ਉਹ ਕਹਿ ਰਹੇ ਨੇ ਜੇ ਅਸੀਂ ਮਾਰੇ ਅੱਗੋਂ ਵੀ ਮਾਰਾਂਗੇ, ਉਹਨਾਂ ਨੂੰ ਸੱਪ ਸੁੰਘਿਆ ਹੋਇਆ। ਪਾਕਿਸਤਾਨ ਦੀ ਹਕੂਮਤ, ਉਹਨਾਂ ਈਵਨ ਉਹਨਾਂ ਦੇ ਮੀਡੀਆ 'ਚ ਵੀ ਤੁਹਾਨੂੰ ਉਹਨਾਂ ਦੇ ਟਾਕ ਸ਼ੋਜ਼ ਜਾਂ ਦੂਸਰੇ 'ਚ ਇਹ ਇਸ਼ੂ ਹੀ ਨਹੀਂ ਡਿਸਕਸ ਹੁੰਦਾ ਨਜ਼ਰ ਆਉਂਦਾ। ਰਾਦਰ ਕੁਛ ਦਿਨ ਪਹਿਲਾਂ ਤੱਕ ਈਵਨ ਉਹਨਾਂ ਦੀ ਹਕੂਮਤੀ ਵਾਲੇ ਜੀ ਅਸੀਂ ਤਾਂ ਭਾਰਤ ਨਾਲ ਵਪਾਰ ਰਿਜ਼ਿਊਮ ਕਰਨ ਨੂੰ ਤਿਆਰ ਹੈ, ਅਸੀਂ ਆਪਣੇ ਚੈਂਬਰ ਆਫ ਕਮਰਸ ਦੇਖਾਂਗੇ, ਮੈਜੋਰਿਟੀ ਵਿਊ ਪੁਆਇੰਟ ਹੈ ਜੀ ਸਾਨੂੰ ਕਰਨਾ ਚਾਹੀਦਾ ਹੈ, ਚੀਜ਼ਾਂ ਤਾਂ ਫਿਰ ਵੀ ਸਾਡੇ ਤੱਕ ਪਹੁੰਚ ਰਹੀਆਂ। ਇੰਡੀਆ ਤੋਂ ਅਫਗਾਨਿਸਤਾਨ ਅਨਰਿਸਟ੍ਰਿਕਟਿਡ ਟ੍ਰੇਡ ਹੈ, ਉੱਥੋਂ ਫਿਰ ਮਹਿੰਗੀ ਪਾਕਿਸਤਾਨ, ਯਾਨੀ ਇਹਨਾਂ ਨੂੰ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ, ਵਪਾਰ ਕਰਨ ਨੂੰ ਫਿਰਦੇ ਨੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਇਹ ਦੇਖ ਰਹੇ ਹਾਂ ਵੀ ਇਹ ਠੀਕ ਨਹੀਂ ਹੈ। ਜੇ ਭਾਰਤ ਵਰਗਾ ਥਰਡ ਰੇਟ ਮੁਲਕ ਜਿੱਥੇ 80 ਕਰੋੜ ਲੋਕ ਬਿਲੋ ਦਾ ਪਾਵਰਟੀ ਲਾਈਨ ਨੇ, 5 ਕਿਲੋ ਉਹਨਾਂ ਨੂੰ ਅਨਾਜ ਮਿਲਦਾ ਹੈ ਤੇ ਉਹਨਾਂ ਦਾ ਗੁਜ਼ਰ ਹੁੰਦਾ ਹੈ, ਤੇ ਜੇ ਉਹ ਇਸ ਹੱਦ ਤੱਕ ਚਲਾ ਗਿਆ ਕਿ ਭਾਈ ਉਹਨਾਂ ਨੇ ਇਹਨਾਂ ਵੈਸਟਰਨ ਮੁਲਕਾਂ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕੀਤੇ ਨੇ ਔਰ ਉਹਨਾਂ ਨੇ ਗਵਾਂਢੀ ਮੁਲਕਾਂ ਦੇ ਵਿੱਚ, ਔਰ ਇਹ ਕਿਸ ਹੱਦ ਤੱਕ ਗਏ ਹੋਏ ਨੇ, ਤੇ ਜੇ ਵਕਤੀ ਤੌਰ ਦੇ ਉੱਤੇ ਵਕਤੀ ਹਿੱਤਾਂ ਦੇ ਲਈ ਉਹਨਾਂ ਨੂੰ ਆਫ ਦਾ ਹੁੱਕ ਕੀਤਾ ਜਾਂਦਾ ਤੇ ਇਹ ਵਰਲਡ ਪੀਸ ਲਈ ਜਿਹੜਾ ਸਭ ਤੋਂ ਵੱਡਾ ਖਤਰਾ ਹੋਣਗੇ। ਬਾਕੀ ਜਿਹੜਾ ਅਸੀਂ ਇਸ ਮੁੱਦੇ ਦੇ ਉੱਤੇ ਅੱਖ ਰੱਖੀ ਹੋਈ ਹੈ, ਨਿਖਿਲ ਗੁਪਤੇ ਦਾ ਅਮਰੀਕਾ 'ਚ ਐਕਸਟਰਾਡਾਈਟ ਹੋ ਕੇ ਆਉਣਾ ਕਿਉਂ ਡਿਲੇ ਹੋ ਰਿਹਾ, ਇਹ ਵੀ ਇੱਕ ਫਿਕਰ ਦਾ ਕਾਰਨ ਹੈ। ਔਰ ਇਸ ਲੈਵਲ ਤੇ ਹਾਲਾਂ ਜਦੋਂ ਅਸੀਂ ਪਾਲਿਸੀ ਮੇਕਿੰਗ ਦੇ ਤੌਰ ਤੇ ਦੇਖਦੇ ਹਾਂ, ਜੇਕ ਸਲੀਵਾਨ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਮਰੀਕਾ ਦਾ, ਭਾਰਤ ਦਾ ਦੌਰਾ ਦੂਸਰੀ ਵਾਰ ਕੈਂਸਲ ਕਰਨਾ, ਇਹ ਇੱਕ ਪੋਜ਼ਿਟਿਵ ਸਾਈਨ ਹੈ, ਪਰ ਕੁਝ ਮਾਮਲਿਆਂ ਦੇ ਵਿੱਚ ਮਿਕਸਡ ਸਿਗਨਲ ਨੇ ਜਿਹੜੇ ਫਿਕਰ ਦਾ ਕਾਰਨ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ, ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ, ਟਰਾਈ ਸਟੇਟ ਤੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ।
ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਦੇ ਮੂਵਮੈਂਟ ਵਿੱਚ ਆਏ ਉਭਾਰ ਨੂੰ ਦੁਨੀਆ ਭਰ ਦੇ ਐਨਾਲਿਸਟ ਵੱਲੋਂ ਆਪਣੇ ਸ਼ੀਸ਼ੇ ਰਾਹੀਂ ਦੇਖਿਆ ਜਾ ਰਿਹਾ ਹੈ। ਇੱਕ ਪ੍ਰਮੁੱਖ ਪਾਕਿਸਤਾਨੀ ਜਰਨਲਿਸਟ ਤੇ ਸਕਾਲਰ ਰਾਜਾ ਨੁਸਰਤ ਅਲੀ ਨੇ ਹਾਲ ਹੀ ਵਿੱਚ ਇੱਕ ਲਿਖਤ ਲਿਖੀ ਹੈ ਜਿਸ ਦਾ ਸਰਲੇਖ ਹੈ ਖਾਲਿਸਤਾਨ ਮੂਵਮੈਂਟ ਐਂਡ ਸਿੱਖ ਡਾਇਸਪੋਰਾ। ਇਸ ਲਿਖਤ ਵਿੱਚ ਸਿੱਖਸ ਫॉर ਜਸਟਿਸ ਐਂਡ TV 84 ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਸੋ ਇਹਨਾਂ ਦੀ ਲਿਖਤ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਇਹ ਲਿਖਤ ਪੜ੍ਹਦੇ ਆ ਕਈਆਂ ਨੂੰ ਲੱਗੇਗਾ ਵੀ ਅਸੀਂ ਆਪਣੇ ਮੂੰਹ ਮੀਆਂ ਮਿੱਠੂ ਬਣ ਰਹੇ ਹਾਂ, ਪਰ ਮੈਂ ਸਮਝਦਾ ਵੀ ਜਦੋਂ ਵੀ ਕੋਈ ਸਕਾਲਰ, ਐਨਾਲਿਸਟ, ਜਰਨਲਿਸਟ ਜੀ ਮਿਹਨਤ ਕਰਦਾ ਹੈ ਔਰ ਖਾਸ ਤੌਰ ਤੇ ਸਾਡਾ ਹਮੇਸ਼ਾ ਇਸ ਪ੍ਰਤੀ ਜਿਹੜਾ ਯਤਨ ਰਿਹਾ ਹੈ ਕਿ ਸਾਡੀ ਲਹਿਰ ਪ੍ਰਤੀ ਜਾਗਰੂਕਤਾ ਸਾਡੇ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਹੋਏ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਸਟੇਜ ਦੇ ਉੱਤੇ ਪਾਕਿਸਤਾਨੀ ਮੀਡੀਆ ਦਾ ਜਾਂ ਜਰਨਲਿਸਟ ਦਾ ਇੱਕ ਸਟੇਜ ਤੇ ਕੋਈ ਬਹੁਤਾ ਇੰਟਰਸਟ ਨਹੀਂ ਸੀ, ਪਰ ਪਿਛਲੇ ਪੀਰੀਅਡ 'ਚ ਔਰ ਕੁਛ ਇਹਦੇ 'ਚ TV 84 ਦਾ ਇੱਕ ਸਾਡਾ, ਜਿੱਥੇ ਅਸੀਂ ਗਲੋਬਲ ਵੌਇਸ ਆਫ ਪੰਜਾਬ TV 84 ਨੂੰ ਕਹਿੰਦੇ ਹਾਂ, ਅਸੀਂ ਇਹ ਸਾਰੇ ਡਾਇਲੌਗ ਨੂੰ ਕੱਲਾ ਪੋਲੀਟੀਕਲ ਡਾਇਲੌਗ ਖਾਲਿਸਤਾਨ ਦਾ ਹੀ ਨਹੀਂ, ਜਿਹੜੇ ਪਾਸਟ ਹਿਸਟਰੀ ਦੇ ਜਾਂ ਕਰੰਟ ਜਾਂ ਸਾਡੇ ਫਿਊਚਰ ਦੇ ਨੇ, ਉਸ ਦੇ ਲਈ ਅਸੀਂ ਹਮੇਸ਼ਾ ਹੀ ਹਮਸਾਇਆ ਮੁਲਕ ਵੀ ਔਰ ਆਪਣੇ ਭੈਣਾਂ ਭਰਾਵਾਂ ਵਾਂਗ। ਇਸ ਲਈ ਹਾਲਾਂ ਸਾਡੇ ਆਪਣਿਆਂ 'ਚੋਂ ਵੀ ਕਈਆਂ ਨੂੰ ਤਕਲੀਫ ਹੁੰਦੀ ਹੈ ਕਿ ਜੀ ਅਸੀਂ ਜਦੋਂ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਨਾਲ ਗ੍ਰੀਟ ਕਰਦੇ ਹਾਂ, ਲੇਕਿਨ ਅਸੀਂ ਹਮੇਸ਼ਾ ਹੀ ਇਹ ਮੰਨਦੇ ਹਾਂ ਕਿ ਵੀ ਸਾਡੀ ਡੈਸਟਨੀ ਜਿਹੜੀ ਹੈ ਉਹ ਅਕਾਲ ਪੁਰਖ ਨੇ ਇਕੱਠੀ ਲਿਖੀ ਹੋਈ ਹੈ, ਦੋਨਾਂ ਮੁਲਕਾਂ ਦੀ ਵੀ, ਦੋਨਾਂ ਕੌਮਾਂ ਦੀ ਵੀ। ਸਾਡਾ ਮੱਕਾ ਤੇ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਨੇ, ਸਾਡੇ ਲਈ ਉਹ ਪਾਵਨ ਧਰਤੀ ਹੈ। ਔਰ ਇਸ ਦੇ ਨਾਲ ਨਾਲ ਜੇ ਤੁਸੀਂ ਕੁਝ ਦੌਰ ਜਿਹੜੇ ਕਾਲੇ ਦੌਰ ਨੇ 47 ਦਾ, ਜਿਹਨਾਂ 'ਚ ਇੱਕ ਵੱਡਾ ਪਾਗਲਪਨ ਹੈ, ਉਹਨੂੰ ਪਿੱਛੇ ਰੱਖ ਦਿਓ ਤੇ ਫਿਰ ਇਹ ਸਦੀਆਂ ਦੀ ਸਾਂਝ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ ਦੇ ਨਾਲ, ਔਰ ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ, ਇਹ ਬੀਤੇ ਦਾ ਇਤਿਹਾਸ। ਔਰ ਮੈਨੂੰ ਖੁਸ਼ੀ ਹੈ ਕਿ ਪਾਕਿਸਤਾਨ ਦੇ ਵਿੱਚ ਜਿੱਥੇ ਹੁਣ ਇਸ ਕਿਸਮ ਦੇ ਨਿਰਪੱਖ ਸੋਚ ਨਾਲ ਸਿੱਖਾਂ ਨਾਲ ਪਿਆਰ ਔਰ ਹਮਦਰਦੀ ਵੀ, ਲੇਕਿਨ ਇੱਕ ਚੰਗੇ ਅੰਦਾਜ਼ ਦੇ ਵਿੱਚ ਸਿਚੁਏਸ਼ਨ ਨੂੰ ਦੇਖਣ ਵਾਲੇ ਆਥਰ, ਜਰਨਲਿਸਟ ਮੌਜੂਦ ਨੇ। ਉਹਨਾਂ 'ਚ ਇੱਕ ਰਾਜਾ ਨੁਸਰਤ ਅਲੀ, ਜਿਹੜੇ ਸਾਡੇ ਰੈਗੂਲਰ ਵਿਊਅਰ ਵੀ ਨੇ TV 84 ਦੇ, ਬਹੁਤ ਐਡਮਾਇਰ ਕਰਦੇ ਨੇ ਉਹਨਾਂ ਦੇ, ਔਰ ਬੜੇ ਨੋਨ ਉਹਨਾਂ ਨੇ ਖਾਲਿਸਤਾਨ ਮੂਵਮੈਂਟ ਦੇ ਬਾਕੀ ਲੀਡਰਾਂ ਨੂੰ ਵੀ ਸਮੇਂ ਉਹਨਾਂ ਨੇ ਇੰਟਰਵਿਊ ਕੀਤਾ ਹੋਇਆ। ਹਾਲਾਂ ਮੈਨੂੰ ਵੀ ਉਹ ਕੁਝ ਸਾਲ ਪਹਿਲਾਂ ਆਪਣੀ ਕਿਤਾਬ ਲਈ ਕਰਨਾ ਚਾਹੁੰਦੇ ਸੀ, ਉਹਨਾਂ ਦਿਨਾਂ 'ਚ ਪਤਾ ਨਹੀਂ ਕਿਵੇਂ ਉਹ ਰਾਬਤਾ ਉਹਨਾਂ ਨਾਲ ਨਹੀਂ ਰਿਹਾ, ਪਰ ਉਹ ਬੜੇ ਹੀ ਜਿਹੜੇ ਨੇ ਹਮੇਸ਼ਾ ਦਿਆਲੂ ਹੁੰਦੇ ਨੇ, ਔਰ ਕਿਸੇ ਵੀ ਸਿਚੁਏਸ਼ਨ ਦੇ ਉੱਤੇ ਜਦੋਂ ਸਾਡਾ ਕੋਈ ਕਮੈਂਟ ਹੁੰਦਾ ਉਸ ਨੂੰ ਉਹ ਜਿਹੜਾ ਉਸ ਤੇ ਆਪਣੀ ਟਿੱਪਣੀ ਦਿੰਦੇ ਨੇ। ਉਹਨਾਂ ਦੀ ਇੱਕ ਲਿਖਤ ਲੰਮੀ ਹੈ, ਹੋ ਸਕਦਾ ਮੈਂ ਇਹਨੂੰ 2 ਪਾਰਟਸ ਦੇ ਵਿੱਚ ਡਿਸਕਸ ਕਰਾਂ, ਇਸ ਲਈ ਨਹੀਂ ਕਿ ਵੀ ਮੈਂ ਇਸ ਨੂੰ ਆਪਣੀ ਸਿਫਤ ਦੇ ਲਈ ਕਰਨਾ ਚਾਹੁੰਦਾ। ਮੈਂ ਸਮਝਦਾ ਵੀ ਜਦੋਂ ਕੋਈ ਆਥਰ ਇਸ ਲੈਵਲ ਦੀ ਮਿਹਨਤ ਕਰਦਾ ਹੈ ਔਰ ਇੱਕ ਅੱਛਾ ਐਨਾਲਿਸਿਸ ਹੈ, ਜੇ ਅਸੀਂ ਆਪਣੀ ਸਿਫਤ ਨੂੰ ਪਾਸੇ ਵੀ ਰੱਖ ਦਈਏ, ਓਵਰਆਲ ਇੱਕ ਗਵਾਂਢੀ ਮੁਲਕ ਦੇ ਵਿੱਚ ਬੈਠੇ ਸਕਾਲਰ ਵੱਲੋਂ ਖਾਲਿਸਤਾਨ ਮੂਵਮੈਂਟ ਦੇ ਉਤਰਾਅ ਚੜਾਅ ਨੂੰ ਕਿਵੇਂ ਦੇਖਿਆ ਜਾ ਰਿਹਾ ਔਰ ਅੱਗੋਂ ਕਿਵੇਂ ਤੋਰਨਾ ਹੈ, ਉਸ ਦੇ ਲਈ ਸੋ ਮੈਂ ਉਹਨਾਂ ਨੇ ਟਾਈਟਲ ਹੀ ਦਿੱਤਾ ਹੈ ਖਾਲਿਸਤਾਨ ਮੂਵਮੈਂਟ ਐਂਡ ਸਿੱਖ ਡਾਇਸਪੋਰਾ। Gone are the days when India used to trivialize the Sikh uprising for the rights by declaring it just a conspiracy of Pakistani ISI, and no country of the world was inclined to voice against the oppression of the Sikhs because of trade interests with India and its cunning diplomacy। ਕਿ ਉਹ ਦਿਨ ਗੁਜ਼ਰ ਗਏ ਜਦੋਂ ਕਿ ਸਿੱਖਾਂ ਦੀ ਜਿਹੜੀ ਇਹ ਰਾਈਜ਼ ਹੈ ਮੂਵਮੈਂਟ ਖਾਲਿਸਤਾਨ ਦੀ, ਇਹਨੂੰ ਬਹੁਤ ਛੁਟਿਆਇਆ ਜਾਂਦਾ ਸੀ ਇਹ ਕਹਿ ਕੇ ਕਿ ਜੀ ਪਾਕਿਸਤਾਨ ਦੀ ISI ਦੀ ਕੰਸਪੀਰੇਸੀ ਹੈ ਔਰ ਦੁਨੀਆ ਦੇ ਵਿੱਚ ਵਪਾਰਕ ਹਿੱਤਾਂ ਨੂੰ ਸਾਹਮਣੇ ਰੱਖਦੇ ਆ। ਕੋਈ ਵੀ ਇਸ ਮਾਮਲੇ ਦੇ ਵਿੱਚ
ਸਿੱਖਾਂ ਦੀ ਨਾਲ ਖੜਨ ਨੂੰ ਤਿਆਰ ਨਹੀਂ ਸੀ। ਨਾਓ ਦ ਸਿੱਖ ਡਾਇਸਪੋਰਾ ਇਜ਼ ਇਟਸੈਲਫ ਇਨ a position to hobnob with the world leaders with respect to its Khalistan case because of its presence in all the western democracies। ਹੁਣ ਸਿੱਖ ਨੇਸ਼ਨ ਆਪਣੇ ਬਲਬੂਤੇ ਦੇ ਉੱਤੇ ਉਸ ਰੁਤਬੇ ਤੇ ਪਹੁੰਚ ਗਿਆ ਕਿ ਉਹ ਵੈਸਟਰਨ ਮੁਲਕਾਂ ਉਹਨਾਂ ਨੂੰ ਕਿਸੇ ਹੋਰ ਮੁਲਕ ਦੀ ਮਦਦ ਦੀ ਆਪਣੇ ਲੈਵਲ ਦੇ ਉੱਤੇ ਡਾਇਰੈਕਟਲੀ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹ ਗੱਲਬਾਤ ਕਰ ਸਕਦਾ ਹੈ। ਇਟ ਹੈਜ਼ ਵਰਕਡ ਵੰਡਰਸ ਨਾਟ ਓਨਲੀ ਟੂ ਇਨਸਪਾਇਰ ਐਂਡ ਮੋਟੀਵੇਟ the Sikh community worldwide for self-rule in Indian-held Punjab, but also it has neutralized India's tall claims and false pride of being a so-called secular and largest democracy of the world to a greater extent। ਕਿ ਭਾਈ ਇਹ ਜਿਹੜਾ ਇੱਕ ਕ੍ਰਿਸ਼ਮੇ ਵਾਂਗ ਹੋਇਆ ਕਿ ਵੀ ਹੁਣ ਜਿਹੜੀ ਸਿੱਖ ਕਮਿਊਨਿਟੀ ਇਹੀ ਨਹੀਂ ਕਿ ਵੀ ਦੁਨੀਆ ਭਰ ਦੇ ਵਿੱਚ ਮੋਟੀਵੇਟ ਹੋਈ ਹੈ, ਮੋਬਿਲਾਈਜ਼ ਹੋਈ ਹੈ ਪੰਜਾਬ 'ਚ ਆਪਣਾ ਰਾਜ ਸਥਾਪਿਤ ਕਰਨ ਦੇ ਲਈ, ਪਰ ਉਸ ਨੇ ਭਾਰਤੀ ਹਕੂਮਤ ਦੇ ਜਿਹੜੇ ਦਾਅਵੇ ਸੀ ਕਿ ਉਹ ਸੈਕੂਲਰ ਮੁਲਕ ਹੈ, ਲਾਰਜੈਸਟ ਡੈਮੋਕ੍ਰੇਸੀ ਹੈ, ਉਸ ਨੂੰ ਵੀ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਤਾਰ-ਤਾਰ ਕੀਤਾ ਹੈ। The Sikh issue is in the limelight in the Western democracies, and amazingly, the Sikh diaspora is responding to the calls of the leadership of the Khalistan movement with great sense of responsibility। ਕਿ ਇਸ ਵੇਲੇ ਵੈਸਟਰਨ ਜਮਹੂਰੀਅਤਾਂ ਦੇ ਵਿੱਚ ਸਿੱਖ ਇਸ਼ੂ ਹਾਈਲਾਈਟ ਹੋਇਆ ਹੈ ਔਰ ਸਿੱਖ ਡਾਇਸਪੋਰਾ ਜਿਹੜਾ ਬੜੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਲੀਡਰਸ਼ਿਪ ਰੋਲ ਹੈ ਉਸ ਨੂੰ ਨਿਭਾ ਰਿਹਾ ਹੈ। ਅੱਛਾ। The Sikh intellectuals like Dr. Amarjit Singh are patronizing the movement abroad on very ideological footings, and TV84 has proved to be a powerful source of trustworthy information and education for the Sikh community worldwide, and has also been neutralizing the Indian propaganda against the Sikh freedom movements very effectively। ਸ਼ੁਕਰੀਆ ਰਾਜਾ ਨੁਸਰਤ ਅਲੀ ਜੀ, ਉਹਨਾਂ ਨੇ TV84 ਦੀ ਤਾਰੀਫ ਕੀਤੀ ਹੈ ਕਿ ਭਾਈ ਅਸੀਂ ਆਪਣੇ ਲੋਕਾਂ ਨੂੰ ਵੀ ਐਜੂਕੇਟ ਕਰ ਰਹੇ ਹਾਂ ਔਰ ਇੰਡੀਅਨ ਸਟੇਟ ਦਾ ਜਿਹੜਾ ਨੈਰੇਟਿਵ ਹੈ ਉਸ ਨੂੰ ਇਫੈਕਟਿਵਲੀ TV84 ਭੰਨ ਰਿਹਾ। ਇਟ ਗਿਵਸ ਅਵੇਅਰਨੈਸ ਆਫ ਦਾ ਥ੍ਰੈਟਸ ਟੂ ਸਿੱਖਿਜ਼ਮ ਅੰਡਰ ਦਾ ਸਬਜੂਗੇਸ਼ਨ ਯੂਨਿਟੀ ਇਨ ਦਾ ਸਿੱਖ ਇਟ gives awareness of the threat to Sikhism under the subjugation, unity in the Sikh diaspora, and awakening the sense of self-determination in the Sikh community is very tangible। ਕਿ ਬਈ ਇਹ ਜਿਹੜਾ ਸਿੱਖ ਫਰੀडम ਮੂਵਮੈਂਟਸ ਦੇ ਅਗੇਂਸਟ ਜਿਹੜਾ ਨਹੀਂ ਮੈਂ ਇੱਕ ਲਾਈਨ ਵਿੱਚੋਂ ਮਿਸ ਕੀਤੀ ਹੈ worldwide, and has also been utilizing the Indian propaganda against the Sikh freedom movement very effectively। ਕਿ ਬਈ ਬੜੇ ਅਸਰਦਾਰ ਅੰਦਾਜ਼ ਦੇ ਵਿੱਚ ਜਿਹੜਾ ਇੰਡੀਅਨ ਸਟੇਟ ਦਾ ਪ੍ਰੋਪੇਗੈਂਡਾ ਉਹਨੂੰ ਨਿਊਟਰਲਾਈਜ਼ ਕਰ ਰਹੇ ਨੇ। ਇਟ ਗਿਵਸ ਅਵੇਅਰਨੈਸ ਆਫ ਦ ਥ੍ਰੈਟਸ ਟੂ ਸਿੱਖਿਜ਼ਮ ਅੰਡਰ ਦਾ ਸਬਜੂਗੇਸ਼ਨ, ਯੂਨਿਟੀ ਇਨ ਦਾ ਸਿੱਖ ਡਾਇਸਪੋਰਾ, ਐਂਡ ਅਵੇਕਨਿੰਗ ਦਾ ਸੈਂਸ of self-determination in the Sikh community is very tangible। ਇਹੀ ਗੱਲ ਪਹਿਲਾਂ ਮੈਂ ਰਿਪੀਟ ਕੀਤੀ ਹੈ। Keeping in view the transnational killings by the Indian Raw and the pursuit of Sikh freedom activists, it's not advisable to highlight or go into the details of the names and deeds of the Sikh leadership individually। ਉਹਨਾਂ ਨੇ ਕਿਹਾ ਵੀ ਕਿਉਂਕਿ ਇਸ ਵੇਲੇ ਸਿੱਖਾਂ ਦੇ ਉੱਤੇ ਟਰਾਂਸਨੈਸ਼ਨਲ ਕਿਲਿੰਗ ਦਾ ਜਿਹੜਾ ਖਤਰਾ ਵੀ ਮੰਡਰਾ ਰਿਹਾ ਹੈ, ਇਸ ਲਈ ਅਸੀਂ ਕਿਸੇ ਹੋਰ ਬਾਰੇ ਬਹੁਤ ਇੰਡੀਵਿਜੂਅਲੀ ਨਹੀਂ ਜਾਵਾਂਗੇ ਕਿ ਕਿਹਦੀਆਂ ਕੀ ਸੇਵਾਵਾਂ ਨੇ। ਦੇਅਰ ਮੇ ਬੀ ਨੰਬਰਲੈਸ ਪੀਪਲ ਵਰਥ ਮੈਂਸ਼ਨਿੰਗ ਫॉर ਬਿਹਾਈਂਡ ਦਾ ਸੀਨਸ ਵਰਕ ਫॉर ਦਾ ਸਕਸੈਸ ਆਫ ਖਾਲਿਸਤਾਨ ਮੂਵਮੈਂਟ in different capacities all over the world, but do not desire to be named or surfaced। ਵੀ ਇਸ ਕਿਸਮ ਦੇ ਬਹੁਤ ਹੋਣਗੇ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਕੰਮ ਕਰ ਰਹੇ ਨੇ ਔਰ ਉਹ ਆਪਣੀ ਪਛਾਣ ਨਹੀਂ ਚਾਹੁੰਦੇ ਜਾਂ ਸਾਹਮਣੇ ਨਹੀਂ ਆਉਣਾ ਚਾਹੁੰਦੇ। The Sikh freedom struggle is not a glamorous experience but unavoidable because most of the activists or their families have suffered from maltreatment of the Indian security agencies and have completely disillusioned as citizens of India। ਕਿ ਇਹ ਐਵੇਂ ਫੋਟੋ ਅਪਰਚੁਨਿਟੀ ਵਾਲੇ ਲੋਕ ਨਹੀਂ ਨੇ, ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਸਫਰ ਕੀਤਾ ਹੈ, ਇੱਥੇ ਵੀ ਉਹ ਨਿਸ਼ਾਨੇ ਤੇ ਨੇ, ਫਿਰ ਵੀ ਉਹ ਕੌਮੀ ਘਰ ਖਾਲਿਸਤਾਨ ਦੇ ਲਈ ਕੰਮ ਕਰ ਰਹੇ ਨੇ। Their resistance to the Indian oppression and repression is inherent and a natural phenomena। ਕਿ ਇਹ ਨੈਚੁਰਲ ਹੈ, ਜਦੋਂ ਅਪਰੈਸ ਸੁਪਰੈਸ ਕਰੋਗੇ ਉਹ ਉਸ ਨੂੰ ਰਿਐਕਟ ਕਰਨਗੇ। However, Dr. Amarjit Singh is known to millions of people, mainly through TV84. So just as a viewer of the said TV
it is not indiscreet to mention about him what is open secret and recognize his selfless service for the Sikh cause. उन्होंने कहा भी क्योंकि वो पब्लिक प्लेटफॉर्म ते ने और मिलियंस ਲੱਖਾਂ ਲੋਕ TV 84 ਰਾਹੀਂ ਜਾਗਰੂਕ ਹੁੰਦੇ ਨੇ, ਇਸ ਲਈ ਮੈਂ ਖੁੱਲ ਕੇ ਉਹਨਾਂ ਦਾ ਨਾਂ ਲੈ ਰਿਹਾ, ਉਹਨਾਂ ਦੀ ਸੈਲਫਲੈਸ ਸਰਵਿਸ ਸਿੱਖ ਕਾਜ਼ ਲਈ। Far-sighted Dr. Amarjit Singh with staunch faith in Sikhism is making the best use of TV 84 Sikh cause। ਇਹ ਵੀ ਉਹਨਾਂ ਦੀ ਮਿਹਰਬਾਨੀ ਹੈ ਕਿ ਉਹ ਮੈਨੂੰ ਇਵੇਂ ਦੇਖਦੇ ਨੇ। His knowledge based and logical commentaries on current affairs are always very eye-opening, awakening and food for thought। Again ਤੁਹਾਡੀ ਜਿਹੜੀ ਹੈ ਰਾਜਾ ਨੁਸਰਤ ਅਲੀ ਜੀ ਨਵਾਜ਼ਿਸ਼, ਤੁਸੀਂ ਇਹ ਜ਼ਿਆਦਾ ਜਿਹੜਾ ਉਹ ਕੀ ਕਹਿੰਦੇ ਨੇ ਈਗੋ ਦਾ ਵੱਡਾ ਭੰਡਾਰਾ ਤੁਸੀਂ ਦੇ ਰਹੇ ਹੋ। ਬਟ ਐਨੀਵੇ ਮੈਂ ਕਿਉਂਕਿ ਇਸ ਨੂੰ ਸਾਂਝਾ ਕਰ ਰਿਹਾ। He has specifically attracted the viewership of the Punjabi speaking people of India and Pakistan। ਜ਼ਾਹਰ ਹੈ ਇਹ ਸਾਡਾ ਨਿਸ਼ਾਨਾ ਵੀ ਸੀ ਗਲੋਬਲ ਵਾਇਸ ਆਫ ਪੰਜਾਬ ਬਣਨ ਦਾ ਕਿ ਅਸੀਂ ਦੋਨੋਂ ਪਾਸੇ ਦੇ ਆਪਣੇ ਭੈਣਾਂ ਭਰਾਵਾਂ ਦੇ ਉਹਨਾਂ ਦੁੱਖਾਂ ਸੁੱਖਾਂ ਦੀ ਸਾਂਝ ਨੂੰ ਅੱਗੇ ਤੋਰੀਏ, ਇਤਿਹਾਸਕ ਸਾਂਝਾਂ ਨੂੰ ਵੀ। He is very effective spokesman of Khalistan movement and vocal speaker on special occasions of Sikh struggle and Sikh rallies। ਇਹ ਵੀ ਉਹਨਾਂ ਦੀ his devotion to the freedom movement and the sincerity of purpose have earned him a high place among the Sikh community abroad and the US intellectual circles। ਬਹੁਤ ਬਹੁਤ ਸ਼ੁਕਰੀਆ, ਮੈਂ ਹੁਣ ਇਹਦਾ ਤਰਜਮਾ ਨਹੀਂ ਕਰਨਾ ਹੈ, ਇਹ ਲੋੜ ਤੋਂ ਜ਼ਿਆਦਾ ਹੋ ਰਿਹਾ ਕੰਮ। Then the worldwide referendum activity under Gurpatwant Singh Pannu led Sikhs for Justice movement has been very useful to activate the Sikh diaspora, internationalize the Sikh freedom struggle and substantiate the Sikhs demand for the right of self-determination from India। ਕਿ ਜਿਵੇਂ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਥੱਲੇ ਸਿੱਖਸ ਫਾਰ ਜਸਟਿਸ ਵੱਲੋਂ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਖੜੀ ਕੀਤੀ ਗਈ ਹੈ, ਉਹਨੇ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਐਕਟਿਵਿਜ਼ਮ ਲਿਆਂਦਾ। ਔਰ however Dr. Amarjit Singh's contribution in the said activity through TV 84 has not been less important। Actually his knowledge of Sikhism is very profound and he is a religious oriented proud Sikh, so his balanced, rational and diplomatic media interactions and interviews also suggest Sikhism as humane, accommodative and a religion very close to nature। Again ਉਹਨਾਂ ਨੇ ਸਾਡੀ ਤਾਰੀਫ ਹੀ ਕੀਤੀ ਹੈ, ਪਰ ਮੈਨੂੰ ਇਹ ਗੱਲ ਚੰਗੀ ਲੱਗੀ ਕਿ ਉਹਨਾਂ ਨੂੰ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਸਿੱਖਿਜ਼ਮ ਨੂੰ ਡਿਫਾਈਨ ਕਰਦੇ ਹਾਂ ਜਾਂ ਐਕਸਪਲੇਨ ਕਰਦੇ ਹਾਂ, ਇਹ ਕੁਦਰਤ ਦੇ ਨੇੜੇ ਮਜ਼ਹਬ ਔਰ ਸਭ ਨਾਲ ਸਾਂਝ ਪਾਉਣ ਵਾਲੇ ਧਰਮ ਦੇ ਤੌਰ ਦੇ ਉੱਤੇ ਇਸ ਨੂੰ ਪ੍ਰੋਜੈਕਟ ਇਹ ਹੋਇਆ। ਔਰ ਉਹਨਾਂ ਨੇ ਇਸ ਦੇ ਉੱਤੇ ਜਿਹੜਾ it means that a believer in Sikhism can coexist with non-Sikhs and also possesses the capacity to promote the human values। ਕਿ ਵੀ ਜਿਹੜਾ ਸਿੱਖੀ 'ਚ ਯਕੀਨ ਰੱਖਣ ਵਾਲਾ ਹੈ ਉਹ ਬਾਕੀ ਧਰਮਾਂ ਦੇ ਲੋਕਾਂ ਦੇ ਨਾਲ ਵੀ ਬੜਾ ਸ਼ਾਂਤ ਔਰ ਸਦਭਾਵਨਾ ਨਾਲ ਰਹਿ ਸਕਦਾ ਹੈ, ਔਰ ਨਾਲ ਦੀ ਨਾਲ ਉਹ ਬਾਕੀ ਸਾਰਿਆਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਨੇ ਉਹਨਾਂ ਦੀ ਵੀ ਉਹ ਵਜ਼ਾਹਤ ਕਰ ਸਕਦਾ ਹੈ। The Sikhs have proved this by adjusting in the environment of Europe, North America and Australia and playing active role in the politics of countries of their emigration, especially in Canada the Sikh dominate in politics। ਉਹਨਾਂ ਨੇ ਕਿਹਾ ਸਿੱਖਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੇ ਧਰਮ ਦੇ ਵਿੱਚ ਜੋ ਇਹ ਸਾਂਝ ਦੀ ਗੱਲ ਹੈ, ਕਿਵੇਂ ਉਹ ਯੂਰਪ ਦੇ ਵਿੱਚ, ਨਾਰਥ ਅਮਰੀਕਾ ਔਰ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਆਪਣੇ ਆਪ ਬਿਲਕੁਲ ਐਡਜਸਟ ਕੀਤਾ ਹੈ। ਕੈਨੇਡਾ ਦੇ ਵਿੱਚ ਉਹਨਾਂ ਨੇ ਉਹ ਡੋਮੀਨੇਟ ਕਰਦੇ ਨੇ ਉੱਥੋਂ ਦੀ ਪੋਲਿਟਿਕਸ ਦੇ ਵਿੱਚ। The 1984 military attack on Golden Temple outraged Sikhs and later the assassination of Mrs. Indira Gandhi by her Sikh bodyguards triggered the anti-Sikh riots that resulted in the public lynching of the Sikh men and women and their genocide on the part of Indian security agencies। ਉਹਨਾਂ ਨੇ ਜੂਨ 84 ਦਾ ਜਿਹੜਾ ਘੱਲੂਕਾਰਿਆਂ ਦਾ ਜ਼ਿਕਰ ਕੀਤਾ ਹੈ। The lives of Sikh youth became very miserable in India, so a good number of them left the country
to avert the brutal crackdown of the security agencies ਕਿ ਜ਼ੁਲਮ ਹੋਏ ਉਹਨਾਂ ਨੇ ਮੁਲਕ ਛੱਡਿਆ ਤਾਂ ਕਿ ਉਹ ਸਿਕਿਉਰਿਟੀ ਦਸਤਿਆਂ ਦਾ ਖਾਜਾ ਨਾ ਬਣ mostly they took refuge in Europe, North America and Australia, and Indian intelligence agencies kept pursuing them even in their host countries to disrupt their settlements there ਕਿ ਏਜੰਸੀਆਂ ਇਹਨਾਂ ਮੁਲਕਾਂ 'ਚ ਵੀ ਇੰਡੀਆ ਦੀਆਂ ਉਹਨਾਂ ਦੇ ਪਿੱਛੇ ਆਈਆਂ partly it is certainly the impact of the teachings of Sikh gurus and partly the traditions of their ancestors that Sikhs did not bow to the coercion and repression of Indian security agencies. ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖਾਂ ਦੇ ਧਰਮ ਦਾ ਹਿੱਸਾ ਪਾਰਟਲੀ ਇੱਕ ਹਿੱਸਾ ਇਹ ਹੈ ਕਿ ਸਿੱਖ ਗੁਰੂਆਂ ਦੀ ਸਿੱਖਿਆ ਕਿ ਜ਼ੁਲਮ ਦੇ ਸਾਹਮਣੇ ਨਹੀਂ ਝੁਕਣਾ ਤੇ ਆਪਣੀਆਂ ਬਜ਼ੁਰਗਾਂ ਦੀਆਂ ਰਵਾਇਤਾਂ ਕਿ ਵੀ ਉਹ ਕਿਸੇ ਜ਼ੁਲਮ ਦੇ ਸਾਹਮਣੇ ਝੁਕਦੇ ਨਹੀਂ ਨੇ ਇਸ ਲਈ ਉਹਨਾਂ ਨੇ ਭਾਰਤ ਛੱਡਿਆ ਸੈਟਲਡ ਅਬਰੋਡ ਆਫਟਰ ਸਫਰਿੰਗ ਫਰਮ ਡਿਫਰੈਂਟ ਕਾਈਂਡਸ ਆਫ ਰਿਗਰਸ ਐਂਡ ਬਿਟਰਸ ਕਿ ਜ਼ੁਲਮਾਂ ਚੋਂ ਨਿਕਲ ਕੇ ਆ ਕੇ ਉਹਨਾਂ ਨੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਪਰ ਜ਼ੁਲਮ ਦੇ ਸਾਹਮਣੇ ਗਿਵਨ ਨਹੀਂ ਕੀਤਾ they have not lost into the comfortable western environments at the cost of their Sikh identity not have they forgotten their motherland under the Indian occupation ਇਹਨਾਂ ਮੁਲਕਾਂ 'ਚ ਆ ਕੇ ਵੀ ਉਹਨਾਂ ਨੇ ਆਪਣੀ ਧਾਰਮਿਕ ਪਛਾਣ ਨਾਲ ਕੰਪਰੋਮਾਈਜ਼ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਆਪਣੀ ਧਰਤੀ ਨੂੰ ਆਪਣੇ ਮਦਰਲੈਂਡ ਨੂੰ ਆਪਣੇ ਹੋਮਲੈਂਡ ਨੂੰ ਉਸ ਨੂੰ ਜਿਹੜਾ ਭਾਰਤੀ ਕਬਜ਼ੇ ਥੱਲੇ ਆ ਉਸ ਨੂੰ ਉਹ ਭੁੱਲੇ they are one on the basis of their Sikh faith irrespective of the country they live in and have arisen with new vigor and strength leaving India with no option but giving them the right of self determination ਕਿ ਉਹਨਾਂ ਨੇ ਬਾਹਰ ਆ ਕੇ ਆਰਾਮ ਨਾਲ ਨਹੀਂ ਬੈਠੇ ਆਪਣੀਆਂ ਵੈਲਿਊਜ਼ ਵੀ ਰੱਖੀਆਂ ਔਰ ਇਸ ਹੱਦ ਤੱਕ ਉਹ ਆਪਣੀ ਸਟਰਗਲ ਨੂੰ ਲੈ ਗਏ ਨੇ ਕਿ ਭਾਈ ਇੱਕ ਨਵੀਂ ਸਟਰੈਂਥ ਦੇ ਨਾਲ ਕਿ ਅੱਜ ਇੰਡੀਆ ਨੂੰ ਵੀ ਲੱਗਣ ਲੱਗ ਗਿਆ ਕਿ ਸਿੱਖਾਂ ਨੂੰ ਸਵੈ ਨਿਰਣੇ ਦਾ ਹੱਕ ਦਿੱਤੇ ਬਿਨਾ ਜਿਹੜਾ ਹੁਣ ਸਰਨਾ ਨਹੀਂ ਹੈ ਮੈਂ ਇੱਥੇ ਇਸ ਆਰਟੀਕਲ ਨੂੰ ਰੋਕਦਾ ਇਸ ਦਾ ਦੂਸਰਾ ਹਿੱਸਾ ਮੈਂ ਕੱਲ ਸਾਂਝਾ ਕਰਾਂਗਾ ਰਾਜਾ ਨੁਸਰਤ ਅਲੀ ਜੀ ਤੁਸੀਂ ਸਾਡੇ ਦਿਲ ਦੇ ਵਿੱਚ ਵੜ ਗਏ ਹੋ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਐਨਾਲਿਸਿਸ ਨੂੰ ਔਰ ਪਾਰਟਿਕੂਲਰਲੀ ਇਹ ਆਲਰੇਡੀ ਪਾਕਿਸਤਾਨ ਦੀਆਂ ਕਈ ਪਬਲੀਕੇਸ਼ਨ ਦੇ ਵਿੱਚ ਛਪਿਆ ਆਰਟੀਕਲ ਅਸੀਂ ਤਾਂ ਉਹਨੂੰ ਲੇਟਰ ਇਹ 3-4 ਦਿਨ ਪਹਿਲਾਂ ਦੀ ਲਿਖਤ ਮੇਰੇ ਕੋਲ ਆਈ ਹੋਈ ਹੈ ਅਸੀਂ ਹੁਣ ਸਾਂਝਾ ਕਰ ਰਹੇ ਹਾਂ ਪਰ ਉਹ ਆਲਰੇਡੀ ਪਾਕਿਸਤਾਨ ਦੇ ਵਿੱਚ ਪਬਲਿਸ਼ ਹੋ ਚੁੱਕਾ ਹੈ ਮੇਨ ਪਬਲਿਕੇਸ਼ਨ ਤੁਹਾਡਾ ਬਹੁਤ ਸ਼ੁਕਰੀਆ ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਸਮੂਹ ਸੇਵਾ ਸੁਸਾਇਟੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ Viewers, welcome back on program. So viewers, ਜਾਣ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਮੁਲਕ ਛੱਡ ਕੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਮੁਲਕ ਵਾਪਸ ਪਰਤਣ ਦੀ ਅਪੀਲ ਕੀਤੀ ਹੈ ਔਰ ਤਾਲਿਬਾਨ ਸਰਕਾਰ ਦੇ ਬੁਲਾਰੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਿੱਖਾਂ ਅਤੇ ਹਿੰਦੂਆਂ ਨੂੰ ਉਹਨਾਂ ਦੀਆਂ ਜਾਇਦਾਦਾਂ ਮੋੜੀਆਂ ਜਾਣਗੀਆਂ ਜਿਨ੍ਹਾਂ ਉੱਤੇ ਵਾਰਲੌਰਡ ਨੇ ਕਬਜ਼ਾ ਕੀਤਾ ਹੋਇਆ ਉਹਨਾਂ ਦੀ ਇਸ ਅਪੀਲ ਤੋਂ ਬਾਅਦ ਪਿਛਲੀ ਅਫਗਾਨਿਸਤਾਨ ਸਰਕਾਰ ਸਿੱਖ ਪਾਰਲੀਮੈਂਟ ਨਰਿੰਦਰ ਸਿੰਘ ਕੈਨੇਡਾ ਤੋਂ
ਅਫਗਾਨਿਸਤਾਨ ਪਰਤ ਗਏ ਨੇ। ਅਸੀਂ ਤਾਲਿਬਾਨ ਸਰਕਾਰ ਦੀ ਇਸ ਪਹਿਲ ਕਦਮੀ ਦੀ ਜਿਹੜਾ ਸਵਾਗਤ ਵੀ ਕਰਦੇ ਹਾਂ, ਸ਼ਲਾਘਾ ਵੀ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਵਾਪਸ ਪਰਤਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏਗਾ। ਔਰ ਯਾਦ ਰਹੇ ਅਫਗਾਨਿਸਤਾਨ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਵੀ ਹਨ ਜਿਨ੍ਹਾਂ ਦੀ ਵਾਪਸੀ ਨਾਲ ਜਿਹੜਾ ਅਫਗਾਨਿਸਤਾਨ ਵਿੱਚ ਸਿੱਖ ਜਿਹੜਾ ਵਿਰਸਾ ਹੈ ਉਹ ਬਚਿਆ ਰਹੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਜਿਹੜੇ ਮੈਸੇਜ ਨੇ YouTube ਦੇ ਉੱਪਰ ਉਹ ਵੀ ਐਂਡ ਨਾਲ ਹੀ ਗੁਰਬਾਣੀ ਚੈਨਲ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹ ਇੱਕ ਦੁਨੀਆ ਦਾ ਦਸਤੂਰ ਹੈ ਵੀ ਕੋਈ ਖਬਰ 24 ਘੰਟੇ ਤੋਂ ਜ਼ਿਆਦਾ ਸੁਰਖੀਆਂ 'ਚ ਨਹੀਂ ਰਹਿੰਦੀ। ਲੱਖਾਂ ਲੋਕ ਮਰਦੇ ਵੀ ਨੇ, ਜੈਨੋਸਾਈਡ ਵੀ ਹੋਏ ਨੇ, ਹੋ ਰਹੇ ਨੇ। ਗਜ਼ਾ ਦੇ ਵਿੱਚ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਪਿਛਲੇ 6-7 ਮਹੀਨੇ 'ਚ ਕੀ ਹੋਇਆ। ਪਰ ਜੇ ਹੁਣ ਥੋੜਾ ਜਿਹਾ ਉਸ ਦੇ ਵਿੱਚ ਕੋਈ ਪੌਜ਼ ਆਉਂਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਬੀਤ ਗਿਆ, ਨਵਾਂ ਪਾਰਟ ਆ ਗਿਆ। ਬਿਲਕੁਲ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਮੇਂ ਹਰ ਮੁਲਕ ਦੇ ਵਿੱਚ ਸੋ ਕਾਲਡ ਨੈਸ਼ਨਲਿਸਟ ਮੂਵਮੈਂਟਸ ਵੀ ਖੜੀਆਂ ਹੋਈਆਂ ਜਿਨ੍ਹਾਂ ਨੂੰ ਲੱਗਾ ਜੀ ਕਿ ਬਾਹਰਲਿਆਂ ਨੇ ਆ ਕੇ ਸਾਡੇ ਤੇ ਸਾਡੀ ਇਕਨੋਮੀ ਤੇ ਕੰਟਰੋਲ ਕਰ ਲਿਆ, ਸਾਨੂੰ ਜਿਹੜਾ ਉਹ ਦੁਬੈਲ ਬਣਾ ਲਿਆ, ਇਹਨਾਂ ਨੂੰ ਕੱਢੋ। ਜਿਵੇਂ ਅਸੀਂ 60s 70s ਦੇ ਵਿੱਚ ਯੂਗਾਂਡਾ ਔਰ ਕੀਨੀਆ ਦੇ ਵਿੱਚ ਦੇਖਦੇ ਹਾਂ। ਯੂਗਾਂਡਾ 'ਚ ਤਾਂ ਈਦੀ ਅਮੀਨ ਨੇ ਕੁਝ ਘੰਟੇ ਦਾ ਨੋਟਿਸ ਦੇ ਕੇ ਜਿਹੜਾ ਉਹ 3 ਕੱਪੜਿਆਂ ਦੇ ਵਿੱਚ ਕੱਢ ਦਿੱਤੇ ਸੀ, ਜਿਹੜੇ 100 ਸਾਲ ਤੋਂ ਉੱਥੇ ਬੈਠੇ ਸੀ, ਅੰਗਰੇਜ਼ ਲੈ ਕੇ ਗਏ ਸੀ ਔਰ ਜਿਨ੍ਹਾਂ ਨੇ ਉਹਨਾਂ ਦੀ ਇਕਨੋਮੀ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਸੀ। ਹਾਲਾਂਕਿ ਠੀਕ ਹੈ ਉਹਨਾਂ ਦੀਆਂ ਜਾਇਦਾਦਾਂ ਜਾਂ ਉਹ ਇਮੀਡੀਏਟ ਖੋਹੀਆਂ ਗਈਆਂ, ਲੇਕਿਨ ਹੋਇਆ ਇਹ ਕਿ 5-10 ਸਾਲ ਦੇ ਵਿੱਚ ਉਹਨਾਂ ਦੀ ਇਕਨੋਮੀ ਦਾ ਬੇੜਾ ਗਰਕ ਹੋ ਗਿਆ ਕਿਉਂਕਿ ਹੁਣ ਉਹ ਤਾਂ ਕੋਈ ਟ੍ਰੇਨਡ ਵੀ ਨਹੀਂ ਸੀ ਲੋਕਲ ਜਾਂ ਦੂਜੇ ਇਸ ਕਿਸਮ ਦੇ। ਸੋ ਇੱਕ ਤਾਂ ਇਸ ਕਿਸਮ ਦੀ ਜਿਹੜੀ ਹੈ ਐਗਜ਼ਾਈਲ ਹੁੰਦੀ ਹੈ, ਇੱਕ ਹੁੰਦੀ ਹੈ ਜਿੱਥੇ ਲਗਾਤਾਰ ਸਿਵਲ ਵਾਰ ਵੀ ਚੱਲ ਰਹੀ ਹੈ, ਇੰਨੇ ਪਲੇਅਰ ਉਹਦੇ 'ਚ ਨੇ, ਕੌਣ ਕਿਹਨੂੰ ਮਾਰ ਰਿਹਾ, ਕਿਹਨਾਂ ਨੇਸ਼ਨਸ ਦਾ ਕੀ ਇੰਟਰਸਟ ਜੁੜਿਆ ਹੋਇਆ। ਉਸ ਦੇ ਵਿੱਚ ਫਿਰ ਜਿਹੜੇ ਵਿਜ਼ੀਬਲੀ ਘੱਟ ਗਿਣਤੀਆਂ ਹੁੰਦੀਆਂ ਨੇ ਜਾਂ ਜਿਹੜੇ ਉਸ ਮੇਨ ਚਿਹਰੇ ਦੇ ਵਿੱਚ ਫਿੱਟ ਨਹੀਂ ਹੋ ਰਹੇ ਹੁੰਦੇ ਜਾਂ ਉਹਨਾਂ ਦੇ ਕੋਈ ਹੋਰ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਕਲਾਕਾਰ ਹੁੰਦੇ ਨੇ ਉਹ ਦਹਿਸ਼ਤਗਰਦੀ ਕਰਦੇ ਨੇ ਤੇ ਉਹਨਾਂ ਨੂੰ ਫਿਰ ਉਹ ਮੁਲਕ ਛੱਡਣ ਤੇ ਮਜਬੂਰ ਹੋਣਾ ਪੈਂਦਾ। ਔਰ ਇਸ ਦੀ ਉਦਾਹਰਣ ਜਿਹੜੀ ਹੈ ਅਫਗਾਨਿਸਤਾਨ ਹੈ। ਅਫਗਾਨਿਸਤਾਨ ਜਿੱਥੇ ਜਦੋਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਜੇ ਗੱਲ ਕਰੀਏ, ਜਿਵੇਂ ਪੰਜਾਬ ਮੂਲ ਦੇ ਸਿੱਖ ਮੁੱਢਲੇ ਤੌਰ ਤੇ ਪੰਜਾਬੀ ਓਰੀਜਨ ਜਿਹੜਾ ਸਦੀਆਂ ਤੋਂ ਜਾਂ ਮਿਲੇਨੀਅਮਸ ਤੋਂ ਉਹਨਾਂ ਦੇ ਫੋਰਫਾਦਰ ਸੀ ਉਹਨਾਂ ਚੋਂ ਨਿਕਲਿਆ। ਕਸ਼ਮੀਰ ਦੂਸਰਾ ਰੀਜਨ ਹੈ ਜਿੱਥੇ ਕਿ ਕਸ਼ਮੀਰੀ ਮੂਲ ਦੇ ਸਿੱਖ ਨੇ, ਬਾਈ ਐਵਰੀ ਇੰਚ ਕਸ਼ਮੀਰੀ ਨੇ, ਮਜ਼ਹਬ ਉਹਨਾਂ ਦਾ ਜਿਹੜਾ ਹੈ ਉਹ ਸਿੱਖੀ। ਔਰ ਇਸੇ ਤਰ੍ਹਾਂ ਅਫਗਾਨਿਸਤਾਨ, ਗੁਰੂ ਨਾਨਕ ਸਾਹਿਬ ਨੇ ਆਪਣੀਆਂ 5 ਉਦਾਸੀਆਂ ਦੇ ਵੇਲੇ ਅਫਗਾਨਿਸਤਾਨ ਉਹਨਾਂ ਦਾ ਜਲਾਲਾਬਾਦ ਹੋਏ, ਕਾਬਲ ਹੋਏ, ਉਸ ਦੇ ਵਿੱਚ ਉਹਨਾਂ ਦੀ ਮੌਜੂਦਗੀ ਔਰ ਅਫਗਾਨ ਮੂਲ ਦੇ ਜਿਹੜੇ ਨੇ ਉਹ ਸਿੱਖ 5 ਸਦੀਆਂ ਤੋਂ ਉਸ ਹਾਲਾਂ ਉਹਨਾਂ ਖਿੱਤਿਆਂ ਦੇ ਵਿੱਚ ਅਫਗਾਨਿਸਤਾਨ ਹਮੇਸ਼ਾ ਹੀ ਕਿਉਂਕਿ ਗੇਟਵੇ ਵੀ ਹੈ ਦਰਾਏ ਖੈਬਰ ਤੋਂ ਹਮਲਾਵਰਾਂ ਦਾ। ਔਰ ਵੈਸੇ ਵੀ ਜੇ ਅਸੀਂ ਪਿਛਲੇ 77 ਸਾਲ 'ਚ ਹੀ ਗੱਲ ਕਰਨੀ ਹੋਏ ਤੇ ਫਿਰ ਅੰਗਰੇਜ਼ਾਂ ਦੇ ਵੇਲੇ ਵੀ, ਉਸ ਤੋਂ ਪਹਿਲਾਂ ਵੀ ਔਰ ਸਿੱਖ ਰਾਜ ਦੇ ਵੇਲੇ ਵੀ ਉਹ ਟਕਰਾਅ ਵਾਲਾ ਪਾਰਟ ਤਾਂ ਬਣਿਆ ਰਿਹਾ ਉੱਥੇ ਲੋਕਲ। ਲੇਕਿਨ ਕਿਉਂਕਿ ਅਫਗਾਨਿਸਤਾਨ ਦੀ ਸੁਸਾਇਟੀ ਮੁੱਢਲੇ ਤੌਰ ਦੇ ਉੱਤੇ ਇਸਲਾਮ ਤਾਂ 1400 ਸਾਲ ਪਹਿਲਾਂ ਆਇਆ, ਉਹ ਹਜ਼ਾਰਾਂ ਸਾਲਾਂ ਤੋਂ ਕਬੀਲਾ ਸੁਸਾਇਟੀ ਹੈ। ਸੋ ਉਹਨਾਂ ਨੇ ਹਮੇਸ਼ਾ ਸਿੱਖਾਂ ਨੂੰ ਇੱਕ ਸਿੱਖ ਕਬੀਲੇ ਵਾਂਗ ਦੇਖਿਆ। ਉਹ ਉੱਥੋਂ ਦੇ ਸਿੱਖ ਤੁਸੀਂ ਉਹਨਾਂ ਦਾ ਪਹਿਰਾਵਾ ਦੇਖੋ, ਉਹਨਾਂ ਦੀ ਬੋਲੀ ਪਸ਼ਤੂ ਤੋਂ ਬਿਨਾਂ ਉਹਨਾਂ ਨੂੰ ਕੁਝ ਨਹੀਂ ਆਉਂਦਾ। ਪੰਜਾਬੀ ਉਨੀ ਕੀ ਆਉਂਦੀ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦੇ ਨੇ। ਪਰ ਤੁਸੀਂ ਕਦੇ ਪਿਸ਼ਾਵਰ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਹੈ, ਉੱਥੋਂ ਕਥਾ ਹੋ ਰਹੀ ਹੁੰਦੀ ਪਸ਼ਤੋ 'ਚ ਹੋ ਰਹੀ ਹੁੰਦੀ ਕਿਉਂਕਿ ਉਹ ਸਾਰੇ ਸੁਣਨ ਵਾਲੇ ਵੀ ਜਿਹੜੇ ਨੇ ਉਹ ਪਸ਼ਤੋ ਨੇ, ਉਹਨਾਂ ਨੂੰ ਸਮਝ ਹੀ ਉਹ ਆਉਂਦੀ। ਸੋ ਐਵਰੀ ਇੰਚ ਉਹ ਜਿਹੜੇ ਨੇ ਅਫਗਾਨ ਔਰ ਆਪਣੇ ਆਪ ਨੂੰ ਉਹ ਅਫਗਾਨ ਕੋ ਆ ਕੇ ਖੁਸ਼ ਹੁੰਦੇ ਨੇ। ਲੇਕਿਨ ਅਨਫੋਰਚੂਨੇਟਲੀ ਇਹ ਇੱਕ ਟਰਬਲਡ ਸਪਾਟ ਜਿਸ ਦਾ ਨਤੀਜਾ ਸੋਵੀਅਤ ਯੂਨੀਅਨ ਨੇ ਕਬਜ਼ਾ ਕੀਤਾ ਉਦੋਂ ਵੀ ਥੋੜਾ ਬਹੁਤ। ਔਰ ਇੱਕ ਸਟੇਜ ਤੇ 33% ਇਕਨੋਮੀ ਅਫਗਾਨਿਸਤਾਨ ਦੀ ਸਿੱਖਾਂ ਕੋਲ, ਔਰ ਉਹ ਲਾਲਾ ਕਹਿੰਦੇ ਨੇ ਸਿੱਖਾਂ ਨੂੰ ਵੱਡਾ ਭਰਾ ਦੇ ਤੌਰ ਤੇ ਪਸ਼ਤੋ ਦੇ ਵਿੱਚ। ਇੱਧਰ ਤਾਂ ਅਸੀਂ ਲਾਲਾ ਗੁਲਾਮ ਦੇ ਤੌਰ ਤੇ ਕਹਿੰਦੇ, ਹੁਣ ਤਾਂ ਸੇਠ ਬਣੇ ਹੋਏ ਨੇ। ਸੋ ਉਹਨਾਂ ਦੀ ਉਨੀ ਇੱਜ਼ਤ, ਇੰਨਾ ਟਰਸਟ ਕਿ ਭਾਈ, ਔਰ ਉਹ ਬਾਕੀ ਹਰ ਪੱਖ ਤੋਂ ਪੂਰੇ ਸਿੱਖੀ ਦੇ ਪੂਰਾ ਉਹਨਾਂ ਦਾ ਅਫਗਾਨ ਮੁੰਡੇ ਕੁੜੀਆਂ ਸਿੱਖਾਂ ਦੇ ਜਦੋਂ 12-13 ਸਾਲ ਦੇ ਅੰਮ੍ਰਿਤਧਾਰੀ, ਈਵਨ ਹੁਣ ਤੁਸੀਂ ਲਹਿੰਦੇ ਪੰਜਾਬ ਜਾਂ ਦੂਜੇ 'ਚ ਵੀ ਕਾਫੀ ਅਰਸਾ ਤੱਕ ਜਦੋਂ ਬਲਦੇਵ ਸਿੰਘ ਸਿਕੰਦਰ ਪੈਕਟ ਹੋਇਆ, ਕੀ ਨਾਂ ਸੀ ਉਹਨਾਂ ਦਾ,
ਸਰ ਸਿਕੰਦਰ ਹਯਾਤ ਖਾਨ ਦਾ ਬਲਦੇਵ ਸਿੰਘ ਨਾਲ। ਐਸੇ ਖਿੱਤੇ ਸੀ ਜਿਹੜੇ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ, ਜਿੱਥੇ ਤੁਸੀਂ ਝਟਕਾ ਨਹੀਂ ਸੀ ਕਰ ਸਕਦੇ, ਜੇ ਕਰਦੇ ਤਾਂ ਫਸਾਦ ਹੋ ਜਾਂਦੇ ਸੀ। ਔਰ ਇਸ ਲਈ ਇਹ ਪੈਕਟ ਹੋਇਆ ਸੀ ਨਹਿਰੂ ਬਲਦੇਵ ਸਿੰਘ ਸਿਕੰਦਰ ਪੈਕਟ, ਕਿ ਜਿਹਦੇ ਥੱਲੇ ਅਲਾਉ ਹੁੰਦਾ। ਲੇਕਿਨ ਅਫਗਾਨ ਸਿੱਖ ਉਹਨਾਂ ਨੇਬਰਹੁਡਸ ਦੇ ਵਿੱਚ ਜਿੱਥੇ ਰਹਿੰਦੇ ਨੇ ਆਪਣੀਆਂ ਆਬਾਦੀਆਂ 'ਚ, ਜੇ ਇਸਲਾਮ ਦੇ ਵਿੱਚ ਹਲਾਲ ਤੋਂ ਬਿਨਾਂ ਹੋਰ ਮਾਸ ਖਾਣਾ ਵਰਜਿਤ ਹੈ, ਹਲਾਲ ਖਾਂਦੇ ਨੇ, ਹੈ ਤਾਂ ਮਾਸਖੋਰੇ ਨੇ ਜਿਹੜੇ ਨੇ ਅਫਗਾਨ ਸਿੱਖ, ਉਹਨਾਂ ਦਾ ਹਿੱਸਾ ਡਾਈਟ ਦਾ, ਪਰ ਝਟਕੇ ਦੇ ਨਾਲ। ਸੋ ਕਹਿਣ ਦਾ ਮਤਲਬ ਹੈ ਵੀ ਇਸ ਦੇ ਬਾਵਜੂਦ 47 ਵੀ ਹੋਇਆ, ਦੂਜਾ ਵੀ ਹੋਇਆ, ਅਫਗਾਨਿਸਤਾਨ ਦੇ ਵਿੱਚ ਡਿਸਹਾਰਮਨੀ ਨਹੀਂ ਹੋਈ, ਬੜੇ ਫਖਰ ਦੇ ਨਾਲ ਉਹ ਰਹਿੰਦੇ ਰਹੇ। ਪਰ ਜਦੋਂ ਸੈਕੰਡ ਫੇਜ਼ ਇਹ ਨੈਟੋ ਵਾਲਾ ਜਾਂ ਈਵਨ ਫਸਟ ਫੇਜ਼ ਵੇਲੇ ਵੀ ਜਿਹੜੇ ਨਾਨ ਅਫਗਾਨ ਓਰੀਜਨ ਦੇ ਗੁਰਿਲੇ ਆਏ ਮੁਜਾਹਿਦੀਨ ਦੇ ਥੱਲੇ, ਸਾਊਦੀ ਅਰੇਬੀਆ ਚੋਂ, ਦੂਜਿਆਂ ਚੋਂ, ਉਹ ਸਿੱਖਾਂ ਨੂੰ ਇਵੇਂ ਹੀ ਦੇਖਦੇ ਸੀ ਜਿਵੇਂ ਮੋਮਨ ਕਾਫਰ ਇਹ ਕਾਫਰ ਨੇ। ਸੋ ਉਹਨਾਂ ਦੇ ਵੇਲੇ ਜਿਹੜਾ ਉਹ ਵਕਤ ਇਸ ਕਿਸਮ ਦਾ ਬਣਿਆ। ਫਿਰ ਜਦੋਂ 20 ਸਾਲ ਨੈਟੋ ਫੋਰਸਿਸ ਰਹੀਆਂ, ਉਦੋਂ ਹੋਰ ਤਬਾਹੀ ਹੋਈ। ਔਰ ਉਸ ਤੋਂ ਬਾਅਦ ਜਦੋਂ ਇੱਕ ਇਸਲਾਮਿਕ ਆਈਸਿਸ ਦੇ ਨਾਂ ਥੱਲੇ ਕੌਣ ਕਿਹਦੀ ਏਜੰਸੀ ਹੈ ਇਹਦੀ ਡਿਬੇਟ 'ਚ ਨਾ ਹੀ ਜਾਏ, ਹੁਣ ਵੀ ਜਿਹੜਾ ਇਸਲਾਮਿਕ ਜਿਹੜਾ IS ਖੁਰਾਸਾਨੀ, ਉਹਦੇ ਨਾਂ ਥੱਲੇ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਸਿੱਖਾਂ ਦੇ ਉੱਤੇ ਹਮਲੇ ਸ਼ੁਰੂ ਹੋਏ, ਜਿਹਦੇ 'ਚ ਜਲਾਲਾਬਾਦ ਦੇ ਵਿੱਚ ਜਦੋਂ ਸਿੱਖ ਡੈਲੀਗੇਸ਼ਨ ਮਿਲਣ ਜਾ ਰਿਹਾ ਸੀ ਉਹਨਾਂ ਨੂੰ ਮਾਰਿਆ ਗਿਆ, ਇੰਡੀਵਿਜੂਅਲ ਹੋਇਆ, ਕਾਬਲ ਦੇ ਗੁਰਦੁਆਰੇ ਤੇ ਅਟੈਕ ਹੋਇਆ। ਔਰ ਉਹ ਸਿੱਖ ਜਿਹੜੇ ਕਿ ਫਖਰ ਮਹਿਸੂਸ ਕਰਦੇ ਸੀ ਕਿ ਭਾਈ ਅਸੀਂ ਇਸ ਧਰਤੀ ਨੂੰ ਨਹੀਂ ਛੱਡਣਾ, ਉਹ ਮਜਬੂਰ ਹੋਏ ਅਲਟੀਮੇਟਲੀ। ਉਹਨਾਂ ਦੀ 1-2 ਫੈਮਲੀਜ਼ ਜਿਹੜੀਆਂ ਜਿੱਥੇ ਕਿਤੇ ਰਹਿ ਗਈਆਂ ਹੋਣਗੀਆਂ, ਬਾਈ ਐਂਡ ਲਾਰਜ ਜਿੱਥੇ ਇੱਕ ਜ਼ਮਾਨੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਔਰ ਹਿੰਦੂ ਤਾਂ ਪਿੱਛੇ ਲੁਕੇ ਹੋਏ ਸੀ ਨਾ ਸਿੱਖਾਂ ਦੇ, ਉਹਨਾਂ ਨੇ। ਔਰ ਲਾਸਟ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਪਿਛਲੇ ਸਾਲ ਜਿਹੜੇ ਨੇ ਉਹ ਉੱਥੋਂ ਨਿਕਲੇ। ਔਰ ਈਵਨ ਉਹਨਾਂ ਦੀ ਅਨਾਰਕਲੀ ਕੌਰ MP, ਉਹਨਾਂ ਦਾ ਅਵਤਾਰ ਸਿੰਘ ਖਾਲਸਾ ਦਾ ਬੇਟਾ ਨਰਿੰਦਰ ਸਿੰਘ ਖਾਲਸਾ MP, ਕਿਉਂਕਿ ਅਵਤਾਰ ਸਿੰਘ ਖਾਲਸਾ ਦਾ ਵੀ ਮਰਡਰ ਹੋਇਆ। ਹੁਣ ਇਹ ਇੱਕ ਐਸਾ ਦੁਖਾਂਤ ਸੀ। ਔਰ ਇਹਦੇ 'ਚ ਹਾਲਾਂ ਸਾਡੇ ਇੱਕ ਸੱਜਣ ਨੇ ਜਿਹੜੇ ਕਹਿੰਦੇ ਰਹੇ ਵੀ ਸਾਨੂੰ ਉੱਥੋਂ, ਔਰ ਉਹਦੇ ਲਈ ਬਹੁਤਿਆਂ ਨੇ ਐਫਰਟ ਕੀਤਾ ਅਫਗਾਨ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਵੀ ਲਿਆਂਦਾ, ਜਿਹੜਾ ਭਾਰਤ ਦੇ ਵਿੱਚ ਵੀ ਗਏ, UK ਜਾਂ ਦੂਜੇ ਵੀ ਅਸਾਈਲਮ। ਪੁੱਛਦਾ ਸੀ ਵੀ ਨਹੀਂ ਸਾਨੂੰ ਉੱਥੋਂ ਐਨਕਰੇਜ ਨਹੀਂ ਕਰਨਾ ਚਾਹੀਦਾ ਬਹੁਤ, ਕਿ ਸਾਡਾ ਇਤਿਹਾਸ ਖਤਮ ਹੋ ਜਾਏਗਾ, ਸਾਡੇ ਇਤਿਹਾਸਕ ਗੁਰਦੁਆਰੇ ਨੇ ਜਾਂ ਦੂਜੇ। ਮੈਂ ਕਿਹਾ ਜੀ ਇਹ ਗੱਲ ਉਹਨਾਂ ਨੂੰ ਕਹੋ, ਉਹਨਾਂ ਨੇ ਕਹਿਣਾ ਤੁਸੀਂ ਆਰਾਮ ਨਾਲ ਬੈਠੇ ਹੋ ਨਾ ਮੁਲਕਾਂ 'ਚ, ਅਸੀਂ ਗੋਲਿਆਂ 'ਚ ਵਸ ਰਹੇ ਹਾਂ, ਪਤਾ ਨਹੀਂ ਕਿਹਨੇ ਆ ਕੇ ਕਦੋਂ ਮਾਰ ਦੇਣਾ, ਤੁਸੀਂ ਸਾਨੂੰ ਕਹਿੰਦੇ ਹੋ ਵੀ ਅਸੀਂ। ਲੇਕਿਨ ਉਹਨਾਂ 'ਚ ਫਿਰ ਵੀ ਇੱਕ ਕਲਾਸ ਰਹੀ, ਅਜੇ ਵੀ ਉੱਥੇ ਪਰਿਵਾਰ ਨੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਨਹੀਂ ਜਾਣਾ। ਹਾਂ, ਲੇਕਿਨ ਜਿਹੜੀ ਮੈਂ ਸਮਝਦਾ ਵੀ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ। ਔਰ ਇਹ ਦੋਨੋਂ ਹੀ ਖਬਰਾਂ ਜਿਹੜੀਆਂ ਮੈਂ ਸਾਂਝੀਆਂ ਕਰਨ ਲੱਗਾ, ਦਾ ਹਿੰਦੂ ਅਖਬਾਰ ਮੈਡਰਾਸ ਨੇ ਛਾਪੀਆਂ। ਔਰ ਉਹਦੇ 'ਚ ਪਹਿਲੀ ਖਬਰ ਕਿ ਬਈ ਉੱਥੇ ਕਿਲਿੰਗਸ ਕਰਨ ਵਾਲੇ ਕੌਣ ਨੇ, ਉਹਨਾਂ ਦੇ ਬਿਹਾਈਂਡ ਕੌਣ ਨੇ, ਸਾਨੂੰ ਨਹੀਂ ਪਤਾ। ਹੁਣ ਇਹ ਖਬਰ ਹੈ ਔਰ ਇਹ US ਦੀ ਇੰਟੈਲੀਜੈਂਸ ਰਿਪੋਰਟ ਹੈ ਜਿਹਨੂੰ ਦਾ ਹਿੰਦੂ ਨੇ ਰਿਪੋਰਟ ਕੀਤਾ ਹੈ। ਇੰਡੀਆ ਫੰਡਡ ਅਫਗਾਨਿਸਤਾਨ ਵਾਰਲॉर्ड्स instead of former government, US report says। ਹੁਣ ਇੰਡੀਆ ਕਹਿੰਦਾ ਜੀ ਅਸੀਂ ਇੰਨੇ ਬਿਲੀਅਨ ਦਿੱਤਾ, ਇੰਨੀਆਂ ਸੜਕਾਂ ਬਣਾਈਆਂ। ਇਹ US ਦਾ ਇੰਡੀਅਨ ਗਵਰਨਮੈਂਟ ਫੰਡਡ ਅਫਗਾਨ ਵਾਰਲॉर्ड्स instead of former Afghan government prior to the Taliban takeover in 2021, newly published American documents have indicated। ਵੀ ਇਹ ਇਹਨਾਂ ਦੇ। ਔਰ ਜਦੋਂ ਅਸੀਂ ਇਹ ਕਹਿੰਦੇ ਸੀ ਸਪੌਂਟੇਨੀਅਸ ਜਦੋਂ ਸਿੱਖਾਂ ਦੀ ਕਿਲਿੰਗ ਹੋਣੀ, ਉਹ ਖੁਰਾਸਾਨੀ ਥੱਲੇ ਹੋਏ ਕਿ ਇਸਲਾਮਿਕ ਸਟੇਟ ਹੁੰਦਾ ਸੀ, ਇੰਡੀਅਨ ਏਜੰਸੀਆਂ ਦਾ ਕੰਮ। ਹੁਣ ਇਹ ਤੋਂ ਵੱਧ ਕੇ ਤਾਂ ਕੋਈ ਸਬੂਤ ਨਹੀਂ ਹੈ। ਅਮਰੀਕਨ ਡਾਕੂਮੈਂਟ ਕਹਿੰਦੇ ਨੇ ਕਿ ਭਾਈ ਇਹ ਉਹਦੀ ਜਿਹੜੀ ਹੈ ਕਰਜ਼ਾਈ ਦੀ ਗਵਰਨਮੈਂਟ ਨੂੰ ਸਪੋਰਟ ਨਹੀਂ ਸੀ ਕਰ ਰਹੇ, ਵਾਰਲॉर्ड्स ਨੂੰ ਪੈਸੇ ਦੇ ਰਹੇ ਸੀ। ਹੁਣ ਜਿੱਥੋਂ ਕਿ ਤਾਲਿਬਾਨ ਨੇ ਇਹਨਾਂ ਸਾਰਿਆਂ ਨੂੰ ਨਿਊਟਰਲਾਈਜ਼ ਕਰਤਾ, ਵਾਰਲॉर्ड्स ਨੂੰ ਕਾਫੀ ਹੱਦ ਤੱਕ, ਇਸਲਾਮਿਕ ਸਟੇਟ ਵਾਲੇ ਮਾੜਾ ਮੋਟਾ ਸਿਰ ਚੁੱਕਦੇ ਨੇ, ਪਰ ਨਾਰਥ ਔਰ ਦੂਜਿਆਂ ਨੂੰ ਕਰ ਦਿੱਤਾ। ਔਰ ਅੱਜ ਦੇ ਇਹ ਵੀ ਦਾ ਹਿੰਦੂ ਦੀ ਖਬਰ ਹੈ, ਤਾਲਿਬਾਨ ਰੀਸਟੋਰਿੰਗ ਪ੍ਰੋਪਰਟੀ ਟੂ ਡਿਸਪਲੇਸਡ ਹਿੰਦੂਜ਼ ਐਂਡ ਸਿੱਖ ਸਪੋਕਸਮੈਨ। ਤਾਲਿਬਾਨ ਗਵਰਨਮੈਂਟ ਨੇ ਇੱਕ ਕਮਿਸ਼ਨ ਬਣਾਇਆ ਮਿਨਿਸਟਰ ਆਫ ਜਸਟਿਸ ਦੇ ਥੱਲੇ। ਔਰ ਇਹ ਖਬਰ ਹੈ ਕਮਿਸ਼ਨ ਚੇਅਰਡ ਬਾਈ ਮਿਨਿਸਟਰ ਆਫ ਜਸਟਿਸ ਹੈਜ਼ ਬੀਨ ਐਸਟੈਬਲਿਸ਼ਡ ਟੂ ਰਿਟਰਨ ਟੂ ਓਨਰਸ ਆਲ ਪ੍ਰੋਪਰਟੀਜ਼ ਵਿਚ ਹੈਡ ਬੀਨ ਯੂਸਰਪਡ ਬਾਈ ਵਾਰਲॉर्ड्स ਡਿਊਰਿੰਗ ਦਾ ਫਾਰਮਰ ਰਜੀਮ। ਔਰ ਇਹ ਗੱਲ ਸੁਹੇਲ ਸ਼ਾਹੀਨ ਕਹਿ ਰਹੇ ਨੇ ਜਿਹੜੇ ਕਿ ਹੈਡ ਆਫ ਦਾ ਪੋਲੀਟੀਕਲ ਆਫਿਸ ਨੇ ਤਾਲਿਬਾਨ ਦੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਕਮਿਸ਼ਨ ਬਣਾਇਆ ਪੂਰਾ, ਔਰ ਜਿਹੜੇ ਹਿੰਦੂ ਔਰ ਸਿੱਖ ਗਏ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਪਹਿਲਾਂ ਜਾਂ ਮਗਰੋਂ
ਜਿਨ੍ਹਾਂ ਨੇ ਦੱਬੀਆਂ ਉਹ ਸਭ ਅਸੀਂ ਫ੍ਰੀ ਕਰਾ ਲਈਆਂ। ਅਸੀਂ ਉਹਨਾਂ ਨੂੰ ਇਹ ਖੁੱਲ੍ਹਾ ਸੱਦਾ ਦੇ ਰਹੇ ਹਾਂ ਕਿ ਭਾਈ ਤੁਸੀਂ ਆਓ ਔਰ ਆਪਣੇ ਜਿਹੜਾ ਉਹ ਸਾਂਭੋ ਆਪਣੀਆਂ ਪ੍ਰਾਪਰਟੀਜ਼ ਨੂੰ, ਨਾ ਆਮ ਵਾਂਗ ਜੀਵਨ ਜਿਓ। ਔਰ ਉਹਦੇ 'ਚ ਇੱਕ ਕਮਿਸ਼ਨ ਚੇਅਰਡ ਬਾਈ ਮਿਨਿਸਟਰ ਆਫ ਜਸਟਿਸ ਹੈਜ਼ ਬੀਨ ਐਸਟੈਬਲਿਸ਼ਡ ਟੂ ਰਿਟਰਨ देयर ऑनर्स all properties which had been usurped by warlords during the former regime, said Mr. Shaheen in a written answer to the Hindu. Mr. Shaheen drew attention to the recent return of Narinder Singh Khalsa, a member of Parliament of Afghanistan that was dissolved with takeover of the country by Taliban in August 2021. ਕਰਜ਼ਾਈ ਗਵਰਨਮੈਂਟ ਦੇ ਵੇਲੇ 2 ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਦੇ ਨਾਂ ਇੱਕ ਡੈਂਟਿਸਟ ਡਾਕਟਰ ਹੈ ਡਾਕਟਰ ਅਨਾਰਕਲੀ ਕੌਰ ਔਰ ਇਹ ਜਿਹੜੇ ਨਰਿੰਦਰ ਸਿੰਘ ਖਾਲਸਾ ਇਹ ਵੀ ਛੱਡ ਗਏ ਸੀ। ਪਹਿਲਾਂ ਇੰਡੀਆ ਆਏ, ਫਿਰ ਨਰਿੰਦਰ ਸਿੰਘ ਖਾਲਸਾ ਕੈਨੇਡਾ, ਔਰ ਇਹ ਹੁਣ ਉਹਨਾਂ ਨੇ ਅਫਗਾਨ ਜਿਹੜਾ ਤਾਲਿਬਾਨ ਗਵਰਨਮੈਂਟ ਹੀ ਇਹ ਕਹਿ ਰਹੀ ਹੈ ਕਿਉਂਕਿ ਨੀਦਰਲੈਂਡ ਬੇਸਡ ਅਫਗਾਨ ਕਮੈਂਟੇਟਰ ਸੰਗਾਰ ਪਾਇਖਾਰ ਨਰਿੰਦਰ ਸਿੰਘ ਖਾਲਸਾ who had taken refuge in Canada returned to Afghanistan following an initiative by Contact Commission with Afghan personalities. According to Mr. Paikhar, the return of Mr. Khalsa and his family signaled a warm welcome for displaced leaders of religious minorities seeking to return to their homeland. So ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਮੈਂ ਸਮਝਦਾ ਵੀ ਇਹ ਦੋਨੋਂ ਜਦੋਂ ਤੁਸੀਂ ਖਬਰਾਂ ਨੂੰ ਟੁਗੈਦਰ ਦੇਖਦੇ ਹੋ ਕਿ ਵਾਰ ਲਾਰਡਸ ਨੂੰ ਸਪੋਰਟ ਕਰ ਰਹੀ ਸੀ ਇੰਡੀਅਨ ਗਵਰਨਮੈਂਟ, ਜਿਨ੍ਹਾਂ ਵਾਰ ਲਾਰਡਸ ਨੇ ਅੱਗੋਂ ਸਿੱਖਾਂ ਔਰ ਹਿੰਦੂਆਂ ਨੂੰ ਉੱਥੋਂ ਨਿਕਲਣ ਤੇ ਮਜਬੂਰ ਕੀਤਾ, ਔਰ ਤਾਲਿਬਾਨ ਦੀ ਗਵਰਨਮੈਂਟ ਜਿਹਨੇ ਹੁਣ ਵਾਰ ਲਾਰਡਸ ਤੋਂ ਸਾਰਾ ਕੁਝ ਛਡਾ ਕੇ ਨਾ ਸਿਰਫ ਵੈਲਕਮ ਕੀਤਾ ਹੈ, ਜੇ ਨਰਿੰਦਰ ਸਿੰਘ ਖਾਲਸਾ MP ਜਿਹੜੇ ਨੇ ਉਹ ਗਏ ਨੇ, ਇਹਦਾ ਮਤਲਬ ਹੈ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ ਜਾਣਗੇ। ਔਰ ਜਿੱਥੇ ਅਸੀਂ ਸਮਝਦੇ ਹਾਂ ਵੀ ਬਹੁਤ ਸਾਰਿਆਂ ਨੇ ਆਪਣਾ ਆਲਟਰਨੇਟ ਵੀ ਬਣਾ ਲਿਆ, ਜਿਨ੍ਹਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਮਿਲੀ ਆ, ਉਹਨਾਂ ਦੇ ਬੱਚੇ ਆ ਜਾ ਸਕਦੇ ਨੇ, ਪਰ ਇਹ ਤਾਲਿਬਾਨ ਹਕੂਮਤ ਦੀ ਜਿਹੜੀ ਇਹ ਪਹੁੰਚ ਹੈ ਇਹਦੇ ਨਾਲ ਘੱਟੋ ਘੱਟ ਸਾਡਾ ਇਤਿਹਾਸ ਵਿਰਸਾ ਔਰ ਅਫਗਾਨ ਸਿੱਖਾਂ ਦਾ ਵੀ ਜਿਹੜਾ ਵਿਰਸਾ ਹੈ ਉਹ ਸੰਭਾਲਿਆ ਰਹੇਗਾ। ਅਸੀਂ ਸ਼ੁਕਰਗੁਜ਼ਾਰ ਹਾਂ ਤਾਲਿਬਾਨ ਹਕੂਮਤ ਦੇ। ਸੋ ਅੱਜ ਦਾ ਵਿਚਾਰ ਅੱਜ ਮੈਂ ਨਹੀਂ ਸਾਂਝਾ ਕਰਾਂਗਾ, ਪਰ ਤੁਸੀਂ ਮੈਸੇजेस ਜਿਹੜੇ ਨੇ ਜ਼ਰੂਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਲਿਖਣ ਵਾਸਤੇ। ਸੋਨ ਮੱਲੀ ਜੀ ਮਾਹਿਲ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਜਸਕੀਰ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ ਔਰ ਖਾਲਸਾ ਜ਼ਿੰਦਾਬਾਦ ਕਿਆਨਾ ਨੇ। ਜਸਬੀਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੋਮ ਨਿਊਯਾਰਕ ਤੋਂ ਕਹਿ ਰਹੇ ਨੇ ਸਾਨੂੰ। ਅਮਰਜੀਤ ਸਾਨੀ ਵੀ ਫਤਿਹ ਬੁਲਾਉਂਦੇ ਨੇ। ਜਸਬੀਰ ਸਿੰਘ ਜੀ ਵੀ ਸਾਨੂੰ ਕਹਿੰਦੇ ਨੇ ਕਿ ਫ੍ਰੀ ਫੈਲਿਸਤੀਨ ਐਂਡ ਫ੍ਰੀ ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਪੰਜਾਬ ਟੂ। ਔਰ ਧਰਮ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਸੁਰਮੁਖ ਮੁੰਦਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਥੈਂਕਸ ਕੀਪ ਇਟ ਅਪ ਗੁੱਡ ਜੌਬ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ ਕਹਿੰਦੇ ਨੇ ਭਾਈ ਸਾਹਿਬ ਜੀ ਆਜ਼ਾਦੀ ਹਾਲ ਹੈ, ਰਾਜ ਕਰੇਗਾ ਖਾਲਸਾ ਜ਼ਿੰਦਾਬਾਦ। ਕਸ਼ਮੀਰ ਸਿੰਘ ਜੀ ਵੀ ਕਹਿੰਦੇ ਨੇ ਕਿ ਆਪ ਵੀ ਦਿੱਲੀ ਪਾਰਟੀ ਬਾਈਕਾਟ ਕਰੋ ਜੀ। ਲਖਵਿੰਦਰ ਸਿੰਘ ਔਲਖ ਜੀ ਵੀ ਫਤਿਹ ਬੁਲਾਉਂਦੇ ਨੇ। ਅਮਰਜੀਤ ਸੈਣੀ ਫਿਰ ਵੀ ਫਤਿਹ ਔਰ ਖਾਲਿਸਤਾਨ। ਔਰ ਗੁਰਦੀਪ ਕੌਰ ਜੀ ਵੀ ਗੁਰਫਤਿਹ ਜੀ ਕਹਿੰਦੇ ਨੇ। ਔਰ ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ ਕਹਿੰਦੇ ਨੇ। ਫਿਰ ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ, ਧਰਮ ਸਿੰਘ ਜੀ ਔਰ ਮੈਨਕਾਈਂਡ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਹਰਮਨ ਪੰਨੂ ਜੀ ਵੀ ਪੰਜਾਬ ਖਾਲਿਸਤਾਨ। ਜੀਤ ਸੂਰਤੀਆ ਜੀ TV 84 ਜ਼ਿੰਦਾਬਾਦ। ਸੰਤੋਸ਼ ਰਾਏ ਜੀ ਕਹਿੰਦੇ ਖਾਲਸਾ ਜੀ ਜਿਸ ਨੇ ਖਾਲਿਸਤਾਨ ਦੇ ਲੀਡਰ ਮਰਵਾਏ ਹੈ ਉਹਨਾਂ ਦਾ ਵੀ ਇੰਦਰਾ ਰੰਡੀ ਵਾਲਾ ਹਾਲ ਕਰੋ ਜੀ। ਔਰ ਫਿਰ ਉਹਨਾਂ ਨੇ ਕਿਹਾ ਕਿ ਐਕਸ਼ਨ ਲਓ ਇਹਨਾਂ ਦੇ ਖਿਲਾਫ, 2 ਗੱਦਾਰ ਨੇ ਲੀਡਰ ਰੰਗਾ ਬਿੱਲਾ। ਫਿਰ ਜਸਵਿੰਦਰ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਕਿ ਡਾਕਟਰ ਸਾਹਿਬ US State Department indicated sanctions are coming for terrorist Indian state। ਤੁਸੀਂ ਰਾਜਵਿੰਦਰ ਸਿੰਘ ਜੀ ਬਿਲਕੁਲ ਠੀਕ ਕਿਹਾ। ਮੈਂ ਖਬਰ ਦਾ ਅਖੀਰਲਾ ਪੈਰਾਗ੍ਰਾਫ ਨਹੀਂ ਸੀ ਸਾਂਝਾ ਕੀਤਾ ਕਿਉਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਕਿਹਾ ਜੀ ਅਸੀਂ ਪਬਲਿਕ 'ਚ ਡਿਸਕਸ ਨਹੀਂ ਕਰਦੇ, ਸਾਡਾ ਆਪਣਾ ਪੈਰਾਮੀਟਰ ਹੈ। ਸੋ ਇਸ ਤੋਂ ਇਹ ਲੱਗਦਾ ਹੈ ਕਿ ਅਮਰੀਕਾ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਭਾਰਤ ਤੇ ਆਉਣ ਵਾਲੇ ਪੀਰੀਅਡ ਸੈਂਕਸ਼ਨਸ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਜਸਪੀਰ ਸਿੰਘ ਜੀ ਕਹਿੰਦੇ ਬਲੱਡ ਸੌਕਰਸ ਇੰਡੀਆ ਆਊਟ ਆਫ ਕਸ਼ਮੀਰ ਐਂਡ ਖਾਲਿਸਤਾਨ। ਪਰਮਿੰਦਰ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਅਰਸ਼ਦੀਪ ਸਿੰਘ ਪੰਜਾਬ ਹਾਲ ਖਾਲਿਸਤਾਨ।
ਐਮ ਕੌਰ ਅਕਾਲ ਸ਼ਾਹੀ ਕਹਿੰਦੇ ਨੇ ਔਰ ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਸਾਨੂੰ ਫਤਿਹ ਬੁਲਾਉਂਦੇ ਨੇ। ਰਣਜੀਤ ਕੌਰ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਖਾਲਸਾ ਜੀ ਖਾਲਸਾ ਜ਼ਿੰਦਾਬਾਦ ਜੀ। ਐਂਡ ਕੁਲਦੀਪ ਸਿੰਘ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਨੇ ਡਾਕਟਰ ਸਾਹਿਬ ਆਈ ਬਲੀਵ US mostly does not disclose serious issues in the media। ਹਾਂ ਮੀਡੀਆ ਤਾਂ ਉਨਾ ਕੀ ਹੁੰਦਾ ਜਿੰਨੀ ਜਾਣਕਾਰੀ ਉਹ ਦੇਣਾ ਚਾਹੁੰਦੇ ਨੇ। ਅੱਛਾ ਬਲਜੀਤ ਵਡਾਚੀ ਫਤਿਹ ਬੁਲਾਉਂਦੇ ਨੇ। ਹਰਵਿੰਦਰ ਸਿੰਘ ਰੰਗ ਆਈ ਥਿੰਕ ਰੰਗੜਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਕਹਿੰਦੇ ਵਾਹਿਗੁਰੂ ਮੇਰ ਪੜਿਆ ਹੱਥ ਰੱਖਣ। ਨਿਹੰਗ ਸਿੰਘ ਜੀ ਵੀ ਆਏ ਨੇ। ਐਂਡ ਫਿਰ ਉਹ ਕਹਿੰਦੇ ਨੇ ਕਿ TVAG4 ਟੀਮ ਜ਼ਿੰਦਾਬਾਦ ਐਂਡ ਲੌਂਗ ਲਿਵ ਮਹਾਰਾਜ ਕਿਰਪਾ ਕਰਨ ਜੀ। ਅਮਰ ਸਿੰਘ ਜੀ ਪੰਜਾਬ ਹਾਲ ਖਾਲਸਾ HD ਕਹਿੰਦੇ ਕਿ ਡਾਕਟਰ ਸਾਹਿਬ and Benji, both of you are doing great knowledgeable programs and request to all Sikh community for believe and achieve Khalsa together। Khalsa zindabad kiya ਬਹੁਤ ਬਹੁਤ ਸ਼ੁਕਰੀਆ। ਔਰ ਬਾਕੀ ਮੈਂ ਇਹ ਵੀ ਦੱਸਦੇ ਹਾਂ ਕਿ ਸਾਡੇ ਆ ਫੇਸਬੁੱਕ ਪੇਜ ਬਿਲਕੁਲ ਹੀ ਗਾਇਬ ਕਰ ਦਿੱਤਾ ਗਿਆ ਹੈ। ਹਾਂਜੀ ਇਸ ਲਈ ਜਿਹੜਾ ਕੁਇਕ ਮੈਸੇਜ ਤਾਂ ਤੁਸੀਂ YouTube ਤੇ ਤਾਂ ਫਤਿਹ ਜਾਂ ਜਿਹੜਾ ਉਹ ਕੰਗ੍ਰੈਚੁਲੇਸ਼ਨਸ ਹੀ ਹੋ ਸਕਦਾ ਹੈ। ਤਾਂ ਅਸੀਂ ਐਨਕਰੇਜ ਕਰਾਂਗੇ ਕਿਉਂਕਿ ਅਸੀਂ ਮਿਸ ਕਰਦੇ ਹਾਂ ਜਿਹੜੇ ਸਾਡੇ ਵੀਰ ਭੈਣਾਂ ਦੀ ਲਿਖਤ ਜਿਹੜੀ ਹੈ ਉਹ ਫੇਸਬੁੱਕ ਤੇ ਹੁੰਦੀ ਸੀ, ਉਸ ਨੂੰ ਅਸੀਂ ਸਾਂਝਾ ਕਰਦੇ ਸੀ। ਸੋ ਤੁਸੀਂ sos@tv84.tv ਦੇ ਉੱਤੇ ਸਾਨੂੰ ਕਰ ਸਕਦੇ ਹੋ। ਹਾਂ ਰੈਗੂਲਰ ਈਮੇਲ ਕਰੋ ਔਰ ਅਸੀਂ ਯਕੀਨੀ ਬਣਾਇਆ ਕਰਾਂਗੇ ਕਿ ਇਸ ਅਗਲੇ ਦਿਨ ਦੇ ਪ੍ਰੋਗਰਾਮ 'ਚ ਕਿਉਂਕਿ ਜਿਉਂ ਹੀ ਸਾਨੂੰ ਮਿਲੇਗਾ ਉਸ ਨੂੰ ਅਸੀਂ ਸਾਂਝੇ ਕਰਾਂਗੇ। ਇਸ ਤਰੀਕੇ ਨਾਲ ਜਿਹੜੇ ਸੀਰੀਅਸ ਲਿਖਤਾਂ ਲਿਖਣ ਵਾਲੇ ਨੇ ਉਹਨਾਂ ਦੀ ਇਨਪੁਟ ਨੂੰ ਅਸੀਂ ਮਿਸ ਨਹੀਂ ਕਰਨਾ ਚਾਹੁੰਦੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਜੀ। AJ ਐਂਡ ਦਵਿੰਦਰ ਸਿੰਘ ਗੁਰਨੇਕ ਨਿੱਜਰ ਫਿਰ ਹਵਿੰਦਰ ਸਿੰਘ ਸੋਨ ਸਿੰਘ ਫਿਰ ਇਸੇ ਤਰ੍ਹਾਂ ਮਨਜਿੰਦਰ ਸਿੰਘ ਔਰ ਹਰਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਜਾਂ ਕਹਿੰਦੇ ਵੈਰੀ ਗੁੱਡ ਚੈਨਲ TV84 101% ਟਰੂ। ਸੋ ਸਭ ਦਾ ਬਹੁਤ ਸ਼ੁਕਰੀਆ। ਸੋ ਵਿਊਅਰਸ ਇਸ ਨਾਲ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦ ਹੋਵਾਂਗੇ। ਸੋ ਸਾਨੂੰ ਆਗਿਆ ਦਿਓ। ਮੈਨੂੰ ਤੇ ਡਾਕਟਰ ਸਾਹਿਬ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।